ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਜਿਨ ਲੋਇਣ ਜਗ ਮੋਹਿਆ। ਪਹਿਲਾ ਅੰਗ। ਪਹਿਲੀ ਵਾਰੀ ਮੈਨੂੰ ਉਹ ਧਰਮਸ਼ਾਲਾ ਵਿਖੇ ਮਿਲੀ ਸੀ ਜਿੱਥੇ ਸਾਡੀ ਦੋਹਾਂ ਦੀ ਇਕੱਠਿਆਂ ਦੀ ਸਰਕਾਰੀ ਕਾਲਜ 'ਚ ਨਿਯੁਕਤੀ ਹੋਈ ਸੀ। ਕਾਲਜ ਵਿੱਚ ਇੱਕ ਸਾਡੇ ਨਾਲੋਂ ਪਹਿਲਾਂ ਆਈ ਲੜਕੀ ਨੇ ਆਖਿਆ ਕਿ ਜਿੰਨੀ ਦੇਰ ਤੁਹਾਡੇ ਰਹਿਣ ਦਾ ਇੰਤਜ਼ਾਮ ਨਹੀਂ ਹੋ ਜਾਂਦਾ ਤੁਸੀਂ ਮੇਰੇ ਨਾਲ ਰਹਿ ਲਓ। ਕਾਲਜ ਦੇ ਨੇੜੇ ਹੀ ਮੈਂ 2 ਕਮਰਿਆਂ ਦਾ ਘਰ ਕਿਰਾਏ 'ਤੇ ਲਿਆ ਹੋਇਆ ਹੈ। ਸਾਡੇ ਦੋਹਾਂ ਦੇ ਘਰ ਦੇ ਪਹਾੜੀ ਦੇ ਉੱਪਰਲੇ ਬਾਜ਼ਾਰ ਤੋਂ ਲੋੜੀਂਦਾ ਨਿੱਕਾ ਮੋਟਾ ਸਮਾਨ ਖਰੀਦ ਕੇ ਦੇ ਗਏ ਅਤੇ ਅਸੀਂ ਦੋਵੇਂ, ਮੈਂ ਤੇ ਜੀਤ, ਸਵਰਨ ਦੇ ਨਾਲ ਰਹਿਣ ਲੱਗ ਪਈਆਂ। ਕਮਰੇ ਖੁੱਲ੍ਹੇ ਸਨ। ਇੱਕ ਕਮਰੇ 'ਚ ਅਸੀਂ ਤਿੰਨਾਂ ਨੇ ਬੈੱਡ ਲਗਾ ਲਏ। ਇੱਕ ਕਮਰੇ ਨੂੰ ਡਰਾਇੰਗ ਰੂਮ ਬਣਾ ਲਿਆ ਸੀ। ਕਾਲਜ ਦਾ ਮਾਹੌਲ ਵਧੀਆ ਸੀ। ਆਲੇ ਦੁਆਲੇ ਦੇ ਦ੍ਰਿਸ਼, ਸਾਹਮਣੇ ਉੱਚੇ ਤੇ ਦੂਰ ਬਰਫ਼ ਲੱਦੇ ਪਹਾੜ, ਥੋੜ੍ਹਾ ਹੇਠਾਂ ਵੱਲ ਨੂੰ ਉਤਰ ਜਾਓ, ਪਾਣੀ ਦੀਆਂ ਕੂਲਾਂ, ਕੋਲੋਂ ਲੰਘਦੀ ਇੱਕ ਛੋਟੀ ਜਿਹੀ ਨਦੀ, ਹਰਿਆਵਲ ਹੀ ਹਰਿਆਵਲ। ਲੱਗਿਆ ਪੁਰਾਣੇ ਵੇਲਿਆਂ ਦੇ ਰਿਸ਼ੀ ਮੁਨੀ ਅਜਿਹੀਆਂ ਥਾਵਾਂ 'ਤੇ ਜਾ ਕੇ ਹੀ ਤਮ ਕਰਦੇ ਹੋਣਗੇ। ਇਕੱਠੀਆਂ ਰਹਿੰਦੀਆਂ ਕੁਝ ਸਮੇਂ ਮਗਰੋਂ ਲੱਗਣ ਲੱਗਿਆ ਜਿਵੇਂ ਸਾਡਾ ਤਿੰਨਾਂ ਦਾ ਇੱਕੋ ਹੀ ਪਰਿਵਾਰ ਹੋਵੇ। ਸਦਾ ਤੋਂ ਅਸੀਂ ਇੱਥੇ ਇਉਂ ਹੀ ਰਹਿ ਰਹੀਆਂ ਸੀ ਤੇ ਪੜ੍ਹਾ ਰਹੀਆਂ ਸੀ। ਘਰੋਂ ਕਦੇ ਕਿਸੇ ਦਾ ਸਕਾ ਸੰਬੰਧੀ ਮਿਲਣ ਆ ਜਾਂਦਾ, ਕਿੰਨੀਆਂ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ ਦੇ ਜਾਂਦਾ। 6 ਮਹੀਨਿਆਂ ਮਗਰੋਂ ਸਾਡੇ ਤਿੰਨਾਂ ਦੇ ਘਰ ਦੇ ਸਾਨੂੰ ਜਾਣਨ ਲੱਗ ਪਏ ਸਨ। ਦੁਸਹਿਰੇ ਦੀਆਂ 4 ਛੁੱਟੀਆਂ ਸਨ, 2 ਅਸੀਂ ਲੈ ਲਈਆਂ। ਨਾਲ ਹੀ ਸ਼ਨਿਚਰਵਾਰ ਤੇ ਐਤਵਾਰ ਰਲ ਗਏ। ਇਉਂ 8 ਦਿਨ ਬਣਾ ਕੇ ਅਸੀਂ ਵਾਪਸ ਪੰਜਾਬ ਆਪਣੇ ਘਰਾਂ ਨੂੰ ਮੁੜੀਆਂ। 2 ਦਿਨ ਹਰ ਪਰਿਵਾਰ ਨਾਲ ਰਹਿ ਕੇ 1 ਦਿਨ ਆਉਣ ਲਈ ਤੇ 1 ਦਿਨ ਜਾਣ ਲਈ ਲਗਾ ਕੇ ਛੁੱਟੀਆਂ ਪੂਰੀਆਂ ਕਰ ਲਈਆਂ। ਤਿੰਨਾਂ ਦੇ ਘਰਦਿਆਂ ਨੇ ਤਿੰਨਾਂ ਨੂੰ ਚੀਜ਼ਾਂ ਲੈ ਕੇ ਦਿੱਤੀਆਂ। ਹਰ ਇੱਕ ਪਰਿਵਾਰ ਨੂੰ ਲੱਗਿਆ ਕਿ ਜਿਵੇਂ ਤਿੰਨੇ ਕੁੜੀਆਂ ਇੱਕ ਹੀ ਪਰਿਵਾਰ ਦੀਆਂ ਹੋਣ। ਘਰਦਿਆਂ ਨੂੰ ਮਿਲ ਕੇ ਨਵੀਆਂ ਚੀਜ਼ਾਂ ਤੇ ਕੱਪੜੇ ਲੈ ਕੇ ਅਸੀਂ ਖੁਸ਼ੀ ਪਰਤੀਆਂ। ਪਠਾਨਕੋਟ ਪਹੁੰਚ ਕੇ ਮੇਰਾ ਮਨ ਔਖਾ ਹੋਣ ਲੱਗ ਜਾਂਦਾ ਸੀ ਕਿਉਂਕਿ ਧਰਮਸ਼ਾਲਾ ਨੂੰ ਜਾਂਦਾ ਪਹਾੜੀ ਰਾਹ ਮੈਨੂੰ ਚੱਕਰ ਆਉਣ ਲਾ ਦਿੰਦਾ ਸੀ। ਕਈ ਵਾਰ ਤਾਂ ਉਲਟੀਆਂ ਵੀ ਲੱਗ ਜਾਂਦੀਆਂ ਸੀ। ਧਰਮਸ਼ਾਲਾ ਪਹੁੰਚ ਕੇ 1 ਅੱਧਾ ਦਿਨ ਆਰਾਮ ਕਰਕੇ ਮੁੜ ਉਹੀ ਸੁਹਾਣਾ ਵਾਤਾਵਰਨ, ਉਹੀ ਉੱਚੇ ਪਹਾੜ, ਪਾਣੀ ਦੀਆਂ ਕੂਲਾਂ, ਜੰਗਲੀ ਫੁੱਲ ਬੂਟੇ, ਕਾਲਜ ਦਾ ਸ਼ਾਂਤ ਮਾਹੌਲ, ਉਹੀ ਗਰੀਬ ਜਿਹੇ ਲੋਕ ਸਾਨੂੰ ਜਿਵੇਂ ਕਿਸੇ ਹੋਰ ਹੀ ਦੁਨੀਆ 'ਚ ਲੈ ਜਾਂਦੇ ਸਨ। ਐਤਵਾਰ ਨੂੰ ਅਸੀਂ ਜਦੋਂ ਧਰਮਸ਼ਾਲਾ 'ਚ ਬ੍ਰੇਕਫਾਸਟ ਕਰ ਰਹੀਆਂ ਸੀ ਤਾਂ ਵੱਡੀ ਸੜਕ 'ਤੇ ਕਾਰ ਖੜੀ ਕਰਕੇ ਡਰਾਈਵਰ ਤੁਰਦਾ ਹੋਇਆ ਸਾਡੇ ਘਰ ਵੱਲ ਆ ਰਿਹਾ ਸੀ। ਜੀਤ ਨੇ ਆਪਣੇ ਵਾਲ ਧੋਤੇ ਹੋਏ ਸਨ, ਮੋਢਿਆਂ 'ਤੇ ਵਾਲ ਖਿਲਾਰੀ ਡਰਾਈਵਰ ਨੂੰ ਆਉਂਦਾ ਵੇਖ ਆਪ ਅੱਗੇ ਹੋ ਕੇ ਪੁੱਛਣ ਲੱਗੀ, ਬਲਰਾਮ ਤੂੰ ਕਿੱਧਰ? ड्राइवर ने कहा, साहिब आए हैं गेस्ट हाउस में, ठहरे हैं, आपको बुला रहे हैं, कहते थे आपको साथ लेके दलाई लामा से मिलने जाना है। तू चल कार च बैठ, मैं तैयार होके आई, जीत ने कहा। जीत ने वापस आके दसिया कि रोहतक वाले प्रिंसीपल ग्रोवर साहब आए ने, उन्होंने दलाई लामा नूं मिलन जाना है, ड्राइवर नूं भेजिया ताकि मैं भी नाल जा सकां। फिर वो कपड़े बदलण लई बाथरूम च चली गई। वधिया ਤਰ੍ਹਾਂ ਨਾਲ ਤਿਆਰ ਹੋ ਕੇ ਕਾਲਾ ਪਰਸ ਅਲਮਾਰੀ 'ਚੋਂ ਕੱਢਿਆ, ਸੈਂਟ ਲਾਇਆ ਤੇ ਜਾਣ ਲੱਗੀ ਬੋਲੀ, ਖਾਣਾ ਤੁਸੀਂ ਖਾ ਲੈਣਾ, ਮੈਂ ਲੇਟ ਹੀ ਆਵਾਂਗੀ। ਤੇਰੇ ਪ੍ਰਿੰਸੀਪਲ ਗਰੋਵਰ ਨੇ ਸਾਨੂੰ ਨਹੀਂ ਸੱਦਿਆ? ਸਵਰ ਨੇ ਹੱਸ ਕੇ ਪੁੱਛਿਆ। ਇੱਕ ਵਾਰੀ ਤੁਹਾਨੂੰ ਜਾਣਨ ਲੱਗ ਪਏ ਫਿਰ ਤੁਹਾਨੂੰ ਬਥੇਰਾ ਸੱਦਿਆ ਕਰਨਗੇ, ਉਹਨੇ ਜਾਂਦੀ ਨੇ ਹੱਸ ਕੇ ਆਖਿਆ। ਉਸ ਦਿਨ ਉਹ ਕਾਫੀ ਲੇਟ ਵਾਪਸ ਆਈ। ਮਿਲ ਆਈ ਦਲਾਈ ਲਾਮਾ ਨੂੰ? ਸਵਰਨ ਨੇ ਪੁੱਛਿਆ। ਨਹੀਂ, ਅੱਜ ਤਾਂ ਕਾਲਜ ਦੀਆਂ ਕੁਝ ਆਮਦਨੀਆਂ ਤੇ ਖਰਚਿਆਂ ਬਾਰੇ ਥੋੜ੍ਹੀ ਚੈਕਿੰਗ ਕਰਨੀ ਸੀ, ਉਹੀ ਮੈਥੋਂ ਕਰਵਾਉਂਦੇ ਰਹੇ, ਜੀਤ ਨੇ ਦੱਸਿਆ। ਕਾਲਜ ਦਾ ਕਲੈਰੀਕਲ ਸਟਾਫ ਇਸ ਤਰ੍ਹਾਂ ਦੇ ਕੰਮ ਕਰਨ ਲਈ ਨਹੀਂ ਰੱਖਿਆ ਹੋਇਆ? ਸਵਰਨ ਨੇ ਪੁੱਛਿਆ। ਕਲੈਰੀਕਲ ਸਟਾਫ ਦੀਆਂ ਘਪਲੇਬਾਜ਼ੀਆਂ ਤਾਂ ਦੇਖਣ ਲਈ ਉਹਨਾਂ ਨੇ ਮੇਰੇ ਕੋਲੋਂ ਚੈੱਕ ਕਰਵਾਇਆ ਸੀ। ਦਲਾਈ ਲਾਮਾ ਨੂੰ ਮਿਲਣ ਲਈ ਕੱਲ੍ਹ ਜਾਵਾਂਗੇ। ਕੱਲ੍ਹ ਨੂੰ ਤਾਂ ਕਾਲਜ ਤੋਂ ਛੁੱਟੀ ਲੈਣੀ ਪਏਗੀ। ਮੇਰਾ ਆਖਣ ਨੂੰ ਮਨ ਕੀਤਾ ਕਿ ਸਾਨੂੰ ਵੀ ਨਾਲ ਲੈ ਚਲੋ। ਫਿਰ ਸੋਚਿਆ ਕਿ ਅਸੀਂ ਆਪ ਹੀ ਵਕਤ ਲੈ ਕੇ ਮਿਲ ਆਵਾਂਗੀਆਂ। ਉਂਝ ਹੀ ਗੇਰੂਆ ਕੱਪੜਿਆਂ ਦੀ ਗਿਣਤੀਆਂ ਮਾਰੀ, ਹੱਥ ਕਰਮੰਡਲ ਫੜੀ, ਬੋਧੀਆਂ ਦੀਆਂ ਪੰਗਤਾਂ ਬੁੱਧਮ ਸ਼ਰਣਮ ਗੱਛਾਮ ਉਚਾਰਦੀਆਂ ਇੱਧਰ ਉੱਧਰ ਪਹਾੜਾਂ ਦੇ ਨੇੜੇ ਜੰਗਲ 'ਚ ਤੁਰੀਆਂ ਜਾਂਦੀਆਂ ਦਿਸਦੀਆਂ ਤਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ। ਅਗਲੇ ਦਿਨ ਜੀਤ ਫੇਰ ਲੇਟ ਆਈ। ਸਵਰਨ ਨੇ ਫੇਰ ਪੁੱਛ ਲਿਆ, ਦਲਾਈ ਲਾਮੇ ਨੂੰ ਮਿਲ ਆਏ? ਨਹੀਂ, ਅਸੀਂ ਜਦੋਂ ਪਹੁੰਚੇ ਤਾਂ ਉਹ ਗੁਫਾ 'ਚ ਧਿਆਨ 'ਚ ਬੈਠੇ ਸਨ। ਉਸੇ ਵੇਲੇ ਉੱਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ। ਪ੍ਰਿੰਸੀਪਲ ਸਰ ਨੂੰ ਆਖ ਆਈਆਂ ਕਿ ਕੱਲ੍ਹ ਨੂੰ ਮੈਂ ਨਹੀਂ ਆ ਸਕਣਾ, ਤੁਸੀਂ ਆਪ ਹੀ ਮਿਲ ਕੇ ਚਲੇ ਜਾਣਾ, ਜੀਤ ਨੇ ਦੱਸਿਆ। ਹੌਲੀ ਠੰਡ ਪੈਣੀ ਸ਼ੁਰੂ ਹੋ ਗਈ। ਫਿਰ ਠੰਡ ਤੇਜ਼ ਹੋ ਗਈ। ਮੈਂ ਦੇਖਿਆ ਕਿ ਬਹੁਤੇ ਵਿਦਿਆਰਥੀਆਂ ਨੇ ਪੈਂਟ ਜਾਂ ਪਜਾਮੇ ਨਾਲ ਸਿਰਫ ਇੱਕ ਇਕੱਲਾ ਕਮੀਜ਼ ਹੀ ਪਾਇਆ ਹੁੰਦਾ ਸੀ।
ਇੱਕ ਅੱਧੀ ਵਾਰੀ ਕਲਾਸ 'ਚ ਆਖਿਆ ਕਿ ਮੋਟੇ ਕੱਪੜੇ ਪਾ ਕੇ ਆਇਆ ਕਰੋ, ਪਰ ਕਿਸੇ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇੱਕ ਦਿਨ ਮੈਂ ਕਿਸੇ ਕੰਮ ਦੇ ਬਹਾਨੇ ਇੱਕ ਲੜਕੇ ਨੂੰ ਆਪਣੇ ਕਮਰੇ 'ਚ ਸੱਦਿਆ ਤੇ ਪੁੱਛਿਆ ਕਿ ਤੈਨੂੰ ਠੰਡ ਨਹੀਂ ਲੱਗਦੀ? ਉਹ ਚੁੱਪ ਕਰ ਗਿਆ। ਮੈਂ ਫੇਰ ਆਖਿਆ ਕਿ ਸਵੈਟਰ ਕਿਉਂ ਨਹੀਂ ਪਾ ਕੇ ਆਉਂਦਾ? ਉਹਨੇ ਪਲਟ ਕੇ ਜਵਾਬ ਦਿੱਤਾ ਕਿ ਹੈ ਨਹੀਂ ਜੀ। ਅਗਲੇ ਦਿਨ ਮੈਂ ਸਾਰੇ ਪ੍ਰੋਫੈਸਰਾਂ ਤੋਂ ਚੰਦਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਕਿ ਵਿਦਿਆਰਥੀਆਂ ਲਈ ਕੁਝ ਸਮਾਨ ਲਿਆਇਆ ਜਾ ਸਕੇ। ਅਸੀਂ ਜਦੋਂ ਤਿੰਨੇ ਚੰਦਾ ਮੰਗਣ ਗਈਆਂ ਤਾਂ ਹਰ ਇੱਕ ਪ੍ਰੋਫੈਸਰ ਨੇ ਵੱਧ ਚੜ੍ਹ ਕੇ ਚੰਦਾ ਦਿੱਤਾ। ਬਹੁਤ ਪੈਸੇ ਹੋ ਗਏ। ਅਸੀਂ ਉੱਪਰ ਬਾਜ਼ਾਰ 'ਚ ਜਾ ਕੇ ਥੋਕ 'ਚ ਕਈ ਰੰਗਾਂ ਦੀ ਵੂਲ ਖਰੀਦ ਕੇ ਲਿਆਂਦੀ। ਸਾਰੇ ਕਾਲਜ ਦੀਆਂ ਕੁੜੀਆਂ ਦੀ ਮੀਟਿੰਗ ਕਰਕੇ ਮੈਂ ਆਖਿਆ ਕਿ ਸਵੈਟਰ ਬੁਣਨ ਦਾ ਕੰਪੀਟੀਸ਼ਨ ਹੈ ਤੁਹਾਡਾ। ਜਿਹੜੀਆਂ ਲੜਕੀਆਂ ਸਭ ਤੋਂ ਛੇਤੀ ਸਭ ਤੋਂ ਸੋਹਣੇ ਸਵੈਟਰ ਬੁਣਨਗੀਆਂ ਉਹਨਾਂ ਨੂੰ ਇਨਾਮ ਦੇਵਾਂਗੇ। ਹਫ਼ਤੇ ਮਗਰੋਂ ਸਾਡਾ ਘਰ ਅਲੱਗ-ਅਲੱਗ ਸਾਈਜ਼ਾਂ ਦੇ ਸਵੈਟਰਾਂ ਦੇ ਢੇਰ ਨਾਲ ਭਰ ਗਿਆ। ਛੁੱਟੀ ਵਾਲੇ ਦਿਨ ਅਸੀਂ ਚਪੜਾਸੀ ਨੂੰ ਬੁਲਾ ਕੇ ਉਹ ਸਵੈਟਰ ਪ੍ਰਿੰਸੀਪਲ ਦੇ ਕਮਰੇ 'ਚ ਪਹੁੰਚਾ ਦਿੱਤੇ। 3 ਕੁੜੀਆਂ ਨੂੰ ਅਸੀਂ ਇਨਾਮ ਦਿੱਤੇ। ਸਭ ਤੋਂ ਛੇਤੀ ਤੇ ਸਭ ਤੋਂ ਵਧੀਆ ਸਵੈਟਰ ਜਿਸ ਲੜਕੀ ਨੇ ਬਣਾਇਆ ਸੀ ਉਹਦਾ ਖੱਬਾ ਹੱਥ ਕੱਟਿਆ ਹੋਇਆ ਸੀ। ਇਨਾਮ ਲੈ ਕੇ ਉਹ ਖੁਸ਼ੀ ਨਾਲ ਰੋਈ ਪਈ। ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਚੰਗੀਆਂ ਕਿਤਾਬਾਂ ਪੜ੍ਹਦਿਆਂ ਪ੍ਰੋਫੈਸਰਾਂ ਤੇ ਤਰ੍ਹਾਂ ਦੇ ਕਮੈਂਟਸ ਦਿੰਦੀਆਂ ਅਸੀਂ ਪੜ੍ਹਾ ਰਹੀਆਂ ਸੀ। ਉੱਥੇ ਇੱਕ ਮਦਰਾਸੀ ਵਾਈਸ ਪ੍ਰਿੰਸੀਪਲ ਵੀ ਸੀ ਜੋ ਬਹੁਤ ਹੀ ਤਿੱਖਾ ਸੀ, ਜਿਹਦੀ ਜਰਮਨ ਘਰਵਾਲੀ ਸੀ ਤੇ 2 ਗੋਰੇ ਨਿਛੋ ਬੱਚੇ ਸਨ। ਸਾਨੂੰ ਬੜੀ ਹੈਰਾਨੀ ਹੁੰਦੀ ਕਿ ਕਾਲੇ ਕਲੂਟੇ ਜਿਹੇ ਬੰਦੇ ਨਾਲ ਇਹਨੇ ਵਿਆਹ ਕਿਵੇਂ ਕਰ ਲਿਆ। ਪਰ ਉਹਦੇ ਨੈਣ ਨਕਸ਼ ਤਾਂ ਵਧੀਆ ਸੀ। ਕੁੜੀਆਂ ਤਾਂ ਬੇਵਕੂਫ ਹੁੰਦੀਆਂ ਨੇ। ਇੱਕ ਦਿਨ ਸਵਰਨ ਨੇ ਆਪਣੇ ਸੁਭਾਅ ਅਨੁਸਾਰ ਸਿਆਣੀ ਗੱਲ ਕੀਤੀ। ਕਿਵੇਂ? ਜੀਤ ਨੇ ਉਤਸੁਕਤਾ ਨਾਲ ਪੁੱਛਿਆ। ਆਪਣੀ ਤਾਰੀਫ ਸੁਣ ਕੇ ਕੁੜੀਆਂ ਇੰਨੀਆਂ ਖੁਸ਼ ਹੋ ਜਾਂਦੀਆਂ ਨੇ ਕਿ ਭੁੱਲ ਹੀ ਜਾਂਦੀਆਂ ਨੇ ਕਿ ਤਾਰੀਫ ਕਰਨ ਵਾਲਾ ਕਿਸ ਮਕਸਦ ਨਾਲ ਤਾਰੀਫ ਕਰ ਰਿਹਾ ਹੈ। ਹੁਣ ਜਰਮਨ ਔਰਤ ਨੂੰ ਹੀ ਦੇਖ ਲਓ। ਕੀ ਹੈ ਇਸ ਬੰਦੇ 'ਚ ਜਿਹਦੇ ਲਈ ਉਹਨੇ ਆਪਣਾ ਦੇਸ਼, ਆਪਣੇ ਲੋਕ, ਆਪਣੀ ਬੋਲੀ ਸਭ ਕੁਝ ਛੱਡ ਦਿੱਤਾ ਤੇ ਇਹਦੇ ਮਗਰ ਤੁਰ ਆਈ। ਮੈਂ ਕਿਹਾ ਭੈਣ ਜੀ, ਲੱਗਦਾ ਤੁਸੀਂ ਦਿਲ ਦੀਆਂ ਗੱਲਾਂ ਨਹੀਂ ਸਮਝਦੇ। ਜੀਤ ਨੇ ਹੱਸ ਕੇ ਆਖਿਆ, ਦਿਲ ਦੇ ਨਾਲ ਦਿਮਾਗ ਵਰਤਣ ਦੀ ਵੀ ਲੋੜ ਹੁੰਦੀ ਹੈ। ਤਾਂ ਹੀ ਆਖਦੇ ਨੇ ਔਰਤ ਦੀ ਮੱਤ ਗਿੱਟਿਆਂ 'ਚ ਹੁੰਦੀ ਹੈ ਤੇ ਉਹਨੂੰ ਹਰੇਕ ਗੱਲ ਦੇਰ ਨਾਲ ਸਮਝ ਲੱਗਦੀ ਹੈ। ਛੱਡੋ, ਆਪਾਂ ਨੇ ਕੀ ਲੈਣਾ ਹੈ। ਅਗਲੀ ਨੂੰ ਪਸੰਦ ਆ ਗਿਆ, ਨਾਲ ਤੁਰ ਆਈ। ਜਦੋਂ ਜੀ ਭਰ ਗਿਆ ਛੱਡ ਕੇ ਤੁਰ ਜਾਊਗੀ। ਮੈਂ ਹੱਸ ਕੇ ਆਖਿਆ। ਅੱਗੋਂ ਮੈਂ ਫੇਰ ਕਿਹਾ, ਇਹ ਵੀ ਗੱਲ ਠੀਕ ਹੈ। ਉੱਧਰ ਦੀਆਂ ਔਰਤਾਂ ਨੂੰ ਵਿਆਹ ਕਰਨ ਜਾਂ ਤੋੜਨ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਸਾਡੇ ਵਾਕਫਾਂ ਵਿੱਚ ਹੈ ਇੱਕ ਲੜਕਾ, ਪਰੀਆਂ ਵਰਗੀ ਕੁੜੀ ਵਿਆਹ ਲਿਆਇਆ। ਕਈ ਦਿਨ ਉਹ ਸਾਡੇ ਘਰ ਰਹੇ। ਮੈਂ ਉਹਨੂੰ ਪੁੱਛਿਆ ਕਿ ਅੰਗਰੇਜ਼ ਔਰਤਾਂ ਕਈ ਵਿਆਹ ਕਰ ਲੈਂਦੀਆਂ ਨੇ, ਕਿ ਉਹਨਾਂ ਨੂੰ ਕਿਸੇ ਨੂੰ ਛੱਡਣ ਵੇਲੇ ਦੁੱਖ ਨਹੀਂ ਹੁੰਦਾ। ਉਹ ਹੱਸ ਪਈ ਤੇ ਆਖਣ ਲੱਗੀ ਕਿ ਉੱਥੇ ਵਿਆਹ ਔਰਤਾਂ ਲਈ ਇੱਕ ਐਡਜਸਟਮੈਂਟ ਹੁੰਦਾ ਹੈ। ਕਿਸੇ ਵੀ ਰਿਸ਼ਤੇ 'ਚ ਬਹੁਤਾ ਆਪਣੇ ਆਪ ਨੂੰ ਇਨਵੋਲਵ ਵੀ ਨਹੀਂ ਕਰਦੀਆਂ। ਇਨਵੋਲਵਮੈਂਟ ਸੋਚ ਸਮਝ ਕੇ ਥੋੜ੍ਹਾ ਹੀ ਕੀਤੀ ਜਾਂਦੀ ਹੈ। ਹੋ ਜਾਂਦੀ ਹੈ, ਜੀਤ ਬੋਲੀ। ਤੇਰੀ ਤਾਂ ਨਹੀਂ ਇਨਵੋਲਵਮੈਂਟ ਹੋ ਗਈ ਕਿਧਰੇ? ਸਵਰਨ ਨੇ ਪੁੱਛਿਆ। ਨਹੀਂ ਮਾਤਾ, ਇਨਵੋਲਵਮੈਂਟ ਤੇਰੇ ਕੋਲੋਂ ਪੁੱਛ ਕੇ ਕਰਾਂਗੀ, ਉਹਨੇ ਹੱਥ ਜੋੜ ਕੇ ਮਜ਼ਾਕ ਵਾਂਗ ਆਖਿਆ। ਸਵਰਨ ਦਾ ਪੀਰੀਅਡ ਲੈਣ ਦਾ ਵੇਲਾ ਹੋ ਗਿਆ ਸੀ ਤੇ ਕਾਹਲੀ ਨਾਲ ਦਰਵਾਜ਼ਾ ਲੰਘ ਕੇ ਕਾਲਜ ਵੱਲ ਤੁਰ ਪਈ। ਅੰਗ ਦੂਸਰਾ। ਕੁਝ ਚਿਰ ਮਗਰੋਂ ਚੰਡੀਗੜ੍ਹ ਦੀ ਲੜਕੀ ਫਿਜ਼ਾ ਦੀ ਨਿਯੁਕਤੀ ਧਰਮਸ਼ਾਲਾ ਕਾਲਜ ਦੀ ਹੋਈ। ਉਹਦੇ ਪਾਪਾ ਛੱਡਣ ਆਏ ਸਨ। ਉਹਨੇ ਜੁਆਇਨ ਕੀਤਾ। ਉਹ ਤੇ ਉਹਦੇ ਪਾਪਾ ਪ੍ਰਿੰਸੀਪਲ ਨੂੰ ਮਿਲੇ। ਪ੍ਰਿੰਸੀਪਲ ਨੇ ਉਹਦੇ ਪਾਪਾ ਨੂੰ ਦੱਸਿਆ ਕਿ ਇੱਥੇ ਲੜਕੀਆਂ ਦਾ ਹੋਸਟਲ ਕੋਈ ਨਹੀਂ, ਇਸ ਲਈ ਫਿਜ਼ਾ ਨੂੰ ਆਪਣੇ ਰਹਿਣ ਦਾ ਪ੍ਰਬੰਧ ਆਪ ਹੀ ਕਰਨਾ ਪਏਗਾ। ਹਾਂ, ਮੈਂ ਉਹਨਾਂ ਲੜਕੀਆਂ ਨੂੰ ਫਿਜ਼ਾ ਨੂੰ ਨਾਲ ਰੱਖਣ ਲਈ ਆਖ ਸਕਦਾ ਜਿਹੜੀਆਂ ਪਹਿਲਾਂ ਹੀ ਇੱਥੇ ਹਨ। ਪ੍ਰਿੰਸੀਪਲ ਨੇ ਸਵਰਨ ਨੂੰ ਬੁਲਾ ਕੇ ਫਿਜ਼ਾ ਤੇ ਉਹਦੇ ਪਾਪਾ ਨੂੰ ਜਿੱਥੇ ਅਸੀਂ ਰਹਿ ਰਹੀਆਂ ਸੀ ਉੱਥੇ ਭੇਜ ਦਿੱਤਾ। ਘਰ ਪਹੁੰਚ ਕੇ ਸਵਰਨ ਨੇ ਫਿਜ਼ਾ ਨੂੰ ਦੱਸਿਆ ਕਿ ਸਾਡੇ ਪਾਸ 2 ਹੀ ਕਮਰੇ ਨੇ, ਹਾਲੇ ਤੈਨੂੰ ਆਪਣਾ ਬੈੱਡ ਡਰਾਇੰਗ ਰੂਮ 'ਚ ਇੱਕ ਪਾਸੇ ਲਾਉਣਾ ਪਏਗਾ। ਇਹ ਸੁਣ ਕੇ ਉਹਦਾ ਪਾਪਾ ਬੋਲਿਆ, ਕੋਈ ਗੱਲ ਨਹੀਂ, ਕੁਝ ਦਿਨਾਂ 'ਚ ਫਿਜ਼ਾ ਹੋਰ ਕਮਰਾ ਤੁਹਾਡੇ ਨੇੜੇ ਹੀ ਲੱਭ ਲਏਗੀ। ਤੁਹਾਡੇ ਨੇੜੇ ਹੋਣ ਕਰਕੇ ਸਾਨੂੰ ਵੀ ਕੋਈ ਚਿੰਤਾ ਨਹੀਂ ਰਹੇਗੀ। ਡੋਂਟ ਵਰੀ ਪਾਪਾ, ਫਿਜ਼ਾ ਬੋਲੀ। ਮਾਪਿਆਂ ਲਈ ਬੱਚੇ ਹਮੇਸ਼ਾ ਛੋਟੇ ਹੁੰਦੇ ਹਨ, ਸਵਰਨ ਨੇ ਆਖਿਆ ਤੇ ਉਹਨਾਂ ਨੂੰ ਡਰਾਇੰਗ ਰੂਮ 'ਚ ਬਿਠਾ ਕੇ ਮੈਨੂੰ ਚਾਹ ਬਣਾਉਣ ਨੂੰ ਆਖਣ ਆਈ। ਮੈਂ ਚਾਹ ਬਣਾਈ, ਨਾਲ ਬਿਸਕਿਟ ਰੱਖੇ। ਇਹਨੇ ਨੂੰ ਫਿਜ਼ਾ ਰਸੋਈ 'ਚ ਆ ਕੇ ਪੁੱਛਣ ਲੱਗੀ ਕਿ ਮੈਂ ਕੋਈ ਹੈਲਪ ਕਰਾਂ। ਨਹੀਂ, ਬਸ ਹੋ ਗਿਆ, ਸਵਰਨ ਨੇ ਚਾਹ ਵਾਲੀ ਟਰੇ ਚੁੱਕਦਿਆਂ ਆਖਿਆ। ਇਹਨੇ ਨੂੰ ਜੀਤ ਵੀ ਆ ਗਈ। ਫਿਰ ਫਿਜ਼ਾ ਦੇ ਪਾਪਾ ਫਿਜ਼ਾ ਦਾ ਸਮਾਨ ਛੱਡ ਕੇ ਤਸੱਲੀ ਨਾਲ ਪਰਤ ਗਏ। ਫਿਜ਼ਾ ਹਰ ਚੀਜ਼ ਗੌਰ ਨਾਲ ਦੇਖ ਰਹੀ ਸੀ। ਫਿਰ ਉਹਨੇ ਘਰ ਤੋਂ ਬਾਹਰ ਨਿਕਲ ਕੇ ਆਲੇ ਦੁਆਲੇ ਦੇ ਘਰਾਂ ਦੇ ਲੋਕਾਂ ਨੂੰ ਦੇਖਿਆ, ਪਹਾੜਾਂ ਨੂੰ ਦੇਖਿਆ, ਆਲੇ ਦੁਆਲੇ ਪਸਰੇ ਵੇਲਾਂ, ਬੂਟਿਆਂ, ਦਰਖਤਾਂ ਨੂੰ ਦੇਖਿਆ। ਫਿਰ ਅੰਦਰ ਆ ਕੇ ਬੋਲੀ, ਨੈਚੁਰਲ ਬਿਊਟੀ ਤਾਂ ਬਹੁਤ ਹੈ, ਉਂਝ ਲੱਗਦਾ ਜਿਵੇਂ ਕੋਈ ਪਿੰਡ ਹੋਵੇ। ਚੰਡੀਗੜ੍ਹ ਤੋਂ ਆ ਕੇ ਤਾਂ ਤੈਨੂੰ ਇਹ ਪਿੰਡ ਹੀ ਲੱਗਣਾ ਸੀ, ਮੈਂ ਆਖਿਆ।
ਮੈਂ ਤਾਂ ਸੋਚਿਆ ਸੀ ਕਿ ਸ਼ਿਮਲੇ ਵਰਗਾ ਹਿਲ ਸਟੇਸ਼ਨ ਹੋਏਗਾ, ਚਹਿਲ ਪਹਿਲ ਹੋਏਗੀ, ਪਰ ਅਜਿਹਾ ਇੱਥੇ ਕੁਛ ਨਹੀਂ। ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਪਾਪਾ ਨੂੰ ਕਹਿ ਕੇ ਕਿਸੇ ਹੋਰ ਥਾਂ ਦੀ ਨਿਯੁਕਤੀ ਕਰਵਾ ਲੈਂਦੀ। ਕੁਝ ਚਿਰ ਇੱਥੇ ਰਹੇਂਗੀ ਤਾਂ ਤੈਨੂੰ ਚੰਡੀਗੜ੍ਹ ਚੰਗਾ ਲੱਗਣੋਂ ਹਟ ਜਾਏਗਾ। ਉੱਥੋਂ ਦੇ ਬੇਮੁਰੱਵਤ ਲੋਕ ਆਪਣੇ ਆਪਣੇ ਘਰਾਂ ਤੱਕ ਸੀਮਤ, ਆਂਢ ਗੁਆਂਢ ਕਾਰਾਂ ਦੀ ਭੀੜ, ਜਿਵੇਂ ਤੁਸੀਂ ਕਿਸੇ ਹੋਰ ਹੀ ਮੁਲਕ 'ਚ ਆ ਵੜੇ ਹੋ। ਮੈਂ ਆਪਣੀ ਸਿਸਟਰ ਕੋਲ ਚੰਡੀਗੜ੍ਹ ਗਈ ਸੀ 4 ਦਿਨਾਂ ਲਈ। ਮੇਰਾ ਤਾਂ ਜੀ ਕਾਹਲਾ ਪੈਣ ਲੱਗ ਪਿਆ ਸੀ, ਜਿਵੇਂ ਕੋਈ ਮੇਲੇ 'ਚ ਜਾ ਕੇ ਗੁਆਚ ਜਾਵੇ। ਮੈਂ ਆਖਿਆ। ਫਿਜ਼ਾ ਬੋਲੀ, ਉੱਥੇ ਹਰੇਕ ਦੀ ਜ਼ਿੰਦਗੀ ਆਪੋ ਆਪਣੀ ਹੈ, ਕੋਈ ਕਿਸੇ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੰਦਾ, ਜਿਵੇਂ ਕੋਈ ਮਰਜ਼ੀ ਜੀਵੇ। ਛੋਟੇ ਸ਼ਹਿਰਾਂ 'ਚ ਤਾਂ ਲੋਕ ਆਪਣੇ ਨਾਲੋਂ ਵੱਧ ਦੂਜਿਆਂ ਬਾਰੇ ਸੋਚਦੇ ਰਹਿੰਦੇ ਨੇ। ਇਹਨਾਂ ਕੋਲ ਦੂਜਿਆਂ ਦੀ ਜ਼ਿੰਦਗੀ ਦੀ ਆਲੋਚਨਾ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਚਟਖਾਰੇ ਲੈ ਲੈ ਗੱਲਾਂ ਕਰਨਗੇ। ਫਲਾਣੇ ਦੀ ਕੁੜੀ ਭੱਜ ਗਈ, ਫਲਾਣੇ ਦੇ ਮੁੰਡੇ ਦੇ ਵਿਆਹ 'ਚ ਇੰਨਾ ਕੁਛ ਮਿਲਿਆ, ਫਲਾਣੇ ਦਾ ਤਲਾਕ ਹੋ ਗਿਆ, ਢਿਮਕੇ ਨੇ ਰਿਸ਼ਵਤਾਂ ਨਾਲ ਘਰ ਬਣਾ ਲਿਆ। ਪੁੱਛਿਆ ਜਾਏ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਕੀ ਲੈਣਾ ਹੈ? ਮੈਂ ਉੱਤਰ ਦਿੱਤਾ, ਫਿਰ ਤਾਂ ਇਹ ਪੱਛਮ ਵਾਲਿਆਂ ਦੀ ਨਕਲ ਹੋ ਗਈ ਕਿ ਗੁਆਂਢੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਾਲ ਦੇ ਘਰ ਕੌਣ ਰਹਿ ਰਿਹਾ। ਜਦੋਂ ਦੁੱਧ ਦੀਆਂ ਬੋਤਲਾਂ ਕਈ ਦਿਨ ਬਾਹਰ ਪਈਆਂ ਰਹਿਣ ਤਾਂ ਪੁਲਿਸ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਬੰਦਾ ਅੰਦਰ ਹੀ ਮਰਿਆ ਪਿਆ ਹੋਏਗਾ। ਜੇ ਕਿਸੇ ਲੜਕੇ ਨੂੰ ਪੁੱਛੋ ਤੇਰੀ ਭੈਣ ਦਾ ਕੀ ਹਾਲ ਹੈ, ਉਹ ਆਖੇਗਾ ਕਿ ਉਹਦੇ ਬॉयਫ੍ਰੈਂਡ ਨੂੰ ਪਤਾ ਹੋਏਗਾ। 18 ਸਾਲ ਤੋਂ ਮਗਰੋਂ ਮਾਪੇ ਬੱਚਿਆਂ ਨੂੰ ਘਰੋਂ ਕੱਢ ਦਿੰਦੇ ਨੇ ਕਿ ਹੁਣ ਆਪੇ ਕਮਾਓ, ਖਾਓ ਤੇ ਜੋ ਮਰਜ਼ੀ ਕਰੋ। ਇਸੇ ਲਈ ਕਈ ਕੁੜੀਆਂ ਨੇ ਕੱਪੜਿਆਂ ਦਾ ਦੂਜਾ ਜੋੜਾ ਪਰਸ 'ਚ ਹੀ ਪਾਇਆ ਹੁੰਦਾ ਹੈ ਤਾਂ ਕਿ ਰਾਤ ਕਿਸੇ ਪਬਲਿਕ ਪਲੇਸ 'ਤੇ ਸੌਂ ਕੇ ਕੱਟ ਸਕਣ। ਉੱਥੋਂ ਦੇ ਵਾਸ਼ਰੂਮ 'ਚ ਹੀ ਮੂੰਹ ਹੱਥ ਧੋ ਕੇ ਤਿਆਰ ਹੋ ਜਾਂਦੀਆਂ ਨੇ ਤੇ ਕੰਮ ਲੱਭਣ ਤੁਰ ਪੈਂਦੀਆਂ ਨੇ। ਰਹਿਣ ਲਈ ਟਿਕਾਣੇ ਦਾ ਪ੍ਰਬੰਧ ਜੇ ਕੋਈ ਕੁੜੀ ਇਕੱਲੀ ਨਹੀਂ ਕਰ ਸਕਦੀ ਤਾਂ ਉਹ ਕਿਸੇ ਲੜਕੇ ਨਾਲ ਰਹਿ ਪੈਣ 'ਚ ਵੀ ਕੋਈ ਹਰਜ਼ ਨਹੀਂ ਸਮਝਦੀ। ਇਹ ਤਾਂ ਫਿਰ ਪਸ਼ੂਆਂ ਵਾਲੀ ਜ਼ਿੰਦਗੀ ਹੋਈ ਨਾ। ਫਿਜ਼ਾ ਮੇਰੇ ਵੱਲ ਧਿਆਨ ਨਾਲ ਝਾਕੀ ਤੇ ਆਖਣ ਲੱਗੀ, ਮੈਨੂੰ ਇਸ ਵਿੱਚ ਕੋਈ ਹਰਜ਼ ਨਹੀਂ ਲੱਗਦਾ। ਉਹ ਲੋਕ ਸਾਡੇ ਵਾਂਗ ਨਾ ਸੈਂਟੀਮੈਂਟਲ ਹੁੰਦੇ ਨੇ, ਨਾ ਹੀ ਹਰ ਗੱਲ ਨੂੰ ਇੱਜ਼ਤ ਦਾ ਸਵਾਲ ਬਣਾਉਂਦੇ ਨੇ। ਮੈਂ ਤਾਂ ਆਪਣੀ ਮੰਮੀ ਨੂੰ ਵੀ ਕਈ ਵਾਰ ਆਖਿਆ ਕਿ ਤੂੰ ਪਾਪਾ ਦੀਆਂ ਜ਼ਿਆਦਤੀਆਂ ਕਿਉਂ ਬਰਦਾਸ਼ਤ ਕਰਦੀ ਹੈ? ਤੂੰ ਆਪ ਕਮਾਉਣੀ ਹੈ, ਦਫਾ ਕਰ ਇਸ ਬੰਦੇ ਨੂੰ। ਪਰ ਉਹਨੂੰ ਇਹ ਗੱਲ ਸਮਝ ਹੀ ਨਹੀਂ ਲੱਗਦੀ ਕਿ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਦੀ ਹੈ। ਉਹਨੂੰ ਕਿਉਂ ਰੋਲਿਆ ਜਾਵੇ ਸਿਰਫ ਲੋਕਾਂ ਦੀ ਸ਼ਰਮ ਕਾਰਨ? ਫਿਰ ਕੀ ਲੋਕ ਉਹਨੂੰ ਤਗਮਾ ਦੇ ਦੇਣਗੇ? ਐਡੀ ਸਮਾਰਟ ਮੇਰੀ ਮੰਮੀ ਹੈ, ਅੱਜ ਵੀ ਜਿਹੋ ਜਿਹਾ ਮਰਜ਼ੀ ਬੰਦਾ ਲੱਭ ਲਵੇ। ਹੋਰ ਬੰਦਾ ਲੱਭ ਲੈਣਾ ਤੈਨੂੰ ਕੋਈ ਮਾਮੂਲੀ ਗੱਲ ਲੱਗਦੀ ਹੈ? ਮੈਂ ਪੁੱਛਿਆ। ਇਹ ਤੁਹਾਡੇ 'ਤੇ ਮਨੱਸਰ ਹੁੰਦਾ ਹੈ ਕਿ ਗੱਲ ਨੂੰ ਵੱਡੀ ਬਣਾ ਲਓ ਜਾਂ ਛੋਟੀ। ਫਿਜ਼ਾ ਬੋਲੀ। ਛੱਡੋ ਪਰੇ ਬਹਿਸ, ਸਵਰਨ ਨੇ ਸਾਡੇ ਵੱਲ ਆਉਂਦਿਆਂ ਕਿਹਾ ਤੇ ਫਿਜ਼ਾ ਨੂੰ ਦੱਸਣ ਲੱਗੀ ਕਿ ਇਸੇ ਗਲੀ 'ਚ 2 ਘਰ ਛੱਡ ਕੇ ਇੱਕ ਦੋ ਕਮਰਿਆਂ ਦਾ ਘਰ ਖਾਲੀ ਹੋਇਆ ਹੈ। ਜੇ ਤੂੰ ਅੱਡ ਰਹਿਣਾ ਚਾਹੁੰਦੀ ਹੈ ਤਾਂ ਉਹ ਦੇਖ ਲੈ। ਹਾਂ ਹਾਂ ਜ਼ਰੂਰ, ਸ਼ਾਮ ਨੂੰ ਘਰ ਪੱਕਾ ਕਰ ਆਵਾਂਗੇ। ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਤਿੰਨੋਂ ਇੱਕੋ ਘਰ 'ਚ ਕਿਵੇਂ ਰਹੀ ਜਾਂਦੀ ਹੋ। ਬੰਦੇ ਨੂੰ ਮਰਜ਼ੀ ਨਾਲ ਜਿਉਣ ਦੀ ਖੁੱਲ੍ਹ ਵੀ ਹੋਣੀ ਚਾਹੀਦੀ ਹੈ। ਮੈਂ ਚੁੱਪ ਹੀ ਰਹੀ। ਜੀਤ ਨੇ ਖਾਣਾ ਤਿਆਰ ਕਰ ਲਿਆ ਸੀ। ਉਹਨੇ ਚਟਾਈ ਵਿਛਾ ਕੇ ਉਸ ਉੱਪਰ ਪਲੇਟਾਂ ਕੌਲੀਆਂ ਰੱਖ ਦਿੱਤੀਆਂ ਸਨ। ਵਿਚਕਾਰ ਸਬਜ਼ੀ ਤੇ ਦਹੀਂ ਦੇ ਡੋਂਗੇ ਰੱਖ ਦਿੱਤੇ ਸਨ। ਭੁੰਜੇ ਬੈਠ ਕੇ ਰੋਟੀ ਖਾਣਾ ਫਿਜ਼ਾ ਨੂੰ ਅਜੀਬ ਲੱਗ ਰਿਹਾ ਸੀ। ਉਹ ਆਪਣੀ ਪਲੇਟ 'ਚ ਸਬਜ਼ੀ ਤੇ ਦਹੀਂ ਪਾ ਕੇ ਫੁਲਕਾ ਰੱਖ ਕੇ ਮੰਜੇ 'ਤੇ ਬੈਠ ਗਈ। ਅਸੀਂ ਤਿੰਨਾਂ ਨੇ ਚਟਾਈ 'ਤੇ ਬੈਠ ਕੇ ਰੋਟੀ ਖਾਧੀ। ਰੋਟੀ ਖਾਣ ਮਗਰੋਂ ਆਪਣੇ ਆਪਣੇ ਬਰਤਨ ਧੋ ਕੇ ਰੱਖ ਦਿੱਤੇ। ਜਿਹੜੀਆਂ ਕੌਲੀਆਂ ਸੁੱਚੀਆਂ ਸਨ ਜੀਤ ਨੇ ਇਕੱਠੀਆਂ ਕਰ ਲਈਆਂ। ਸਵਰਨ ਨੇ ਫਿਜ਼ਾ ਨੂੰ ਪੁੱਛਿਆ ਕਿ ਕੁਝ ਹੋਰ ਚਾਹੀਦਾ। ਉਹਦੇ ਨਾਂਹ ਕਰਨ 'ਤੇ ਡੋਂਗੇ ਵੀ ਧੋ ਕੇ ਰੱਖ ਦਿੱਤੇ। ਫਿਜ਼ਾ ਆਪਣੀ ਪਲੇਟ ਸਿੰਕ 'ਚ ਰੱਖ ਕੇ ਜਾਣ ਹੀ ਲੱਗੀ ਸੀ ਕਿ ਸਵਰਨ ਨੇ ਆਖਿਆ, ਮੈਡਮ ਜੀ ਇੱਥੇ ਕੋਈ ਦੂਜਾ ਨਹੀਂ, ਸਗੋਂ ਤੁਸੀਂ ਆਪਣੀ ਆਪ ਹੀ ਸਰਵੈਂਟ ਹੁੰਦੇ ਹੋ, ਇਸ ਲਈ ਪਲੇਟ ਸਾਫ਼ ਕਰਕੇ ਰੱਖੋ। ਫਿਜ਼ਾ ਨੇ ਮੁੜ ਕੇ ਪਲੇਟ 'ਤੇ ਚਮਚ ਧੋਤੇ ਤੇ ਸਟੈਂਡ 'ਚ ਲਗਾ ਕੇ ਹੱਥ ਧੋ ਕੇ ਆਪਣੇ ਨਹੁੰਆਂ ਨੂੰ ਚੰਗੀ ਤਰ੍ਹਾਂ ਦੇਖਦੀ ਰਹੀ। ਅਸੀਂ ਆਪਣੇ ਆਪਣੇ ਬੈੱਡਾਂ 'ਤੇ ਚਲੀਆਂ ਗਈਆਂ। ਫਿਜ਼ਾ ਦੂਜੇ ਕਮਰੇ 'ਚ ਜਾ ਕੇ, ਜਿਹਦਾ ਬਾਰ ਸਾਡੇ ਕਮਰੇ 'ਚ ਹੀ ਖੁੱਲ੍ਹਦਾ ਸੀ, ਆਪਣੇ ਲੈਪਟਾਪ 'ਤੇ ਕੋਈ ਕੰਮ ਕਰਨ ਲੱਗ ਪਈ ਤੇ ਨਾਲ ਹੀ ਉਹਨੇ ਅੰਗਰੇਜ਼ੀ ਮਿਊਜ਼ਿਕ ਲਗਾ ਲਿਆ। ਘੰਟੇ ਕੁ ਮਗਰੋਂ ਸਵਰਨ ਨੇ ਫਿਜ਼ਾ ਨੂੰ ਆਵਾਜ਼ ਦਿੰਦਿਆਂ ਆਖਿਆ, ਮੇਮ ਸਾਹਿਬ ਆਪਣਾ ਮਿਊਜ਼ਿਕ ਜ਼ਰਾ ਹੌਲੀ ਕਰ ਦਿਓ, ਹੁਣ ਸੌਣ ਦਾ ਵਕਤ ਹੋ ਗਿਆ। ਤੇ ਉਹਨੇ ਸਾਡੇ ਵਾਲੇ ਕਮਰੇ ਦੀ ਲਾਈਟ ਬੁਝਾ ਦਿੱਤੀ। ਜੀਤ ਨੇ ਨਿਸ਼ਾਨੀ ਰੱਖ ਕੇ ਆਪਣਾ ਨਾਵਲ ਬੰਦ ਕਰਕੇ ਸਿਰਹਾਣੇ ਰੱਖ ਲਿਆ। ਮੈਂ ਮੈਡੀਟੇਸ਼ਨ 'ਚ ਬੈਠੀ ਰਹੀ। ਅੱਧੇ ਘੰਟੇ ਮਗਰੋਂ ਸਭ ਚੁੱਪ-ਚਾਪ ਹੋ ਗਈ। ਫਿਜ਼ਾ ਨੇ ਵੀ ਆਪਣੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਸੀ। ਪਰਮਾਤਮਾ ਨੂੰ ਨਮਸਕਾਰ ਕਰਕੇ ਮੈਂ ਵੀ ਸੌਂ ਗਈ। ਅੰਗ ਤੀਸਰਾ। ਧਰਮਸ਼ਾਲਾ ਦਾ ਇਲਾਕਾ ਗਰੀਬ ਤੇ ਪਛੜਿਆ ਹੋਇਆ ਸੀ, ਪਰ ਲੋਕ ਸਾਊ ਸਨ। ਅਸੀਂ ਚਾਰੇ ਜਣੀਆਂ ਜਦ ਉੱਪਰ ਬਾਜ਼ਾਰ ਤੋਂ ਸਮਾਨ ਲੈਣ ਜਾਂਦੀਆਂ ਤਾਂ ਫਿਜ਼ਾ ਕਦੇ ਟੌਪ ਨਾਲ ਜੀਨ ਪਾ ਲੈਂਦੀ, ਕਦੇ ਟੌਪ ਨਾਲ ਸਲੈਕਸ ਪਾ ਲੈਂਦੀ। ਵਾਲ ਉਹਦੇ ਕੱਟੇ ਹੋਏ ਸਨ, ਜਿਨ੍ਹਾਂ 'ਚ ਛੱਲੇ ਪਵਾਉਣ ਕਰਕੇ ਮੋਢਿਆਂ 'ਤੇ ਸੁੱਟੇ ਚੰਗੇ ਲੱਗਦੇ ਸਨ। ਉਂਝ ਵੀ ਫਿਜ਼ਾ ਦੀ ਸ਼ਕਲ ਚੰਗੀ ਸੀ। ਲੋਕੀ ਅਜੀਬ ਤਰ੍ਹਾਂ ਉਸ ਵੱਲ ਵੇਖਦੇ ਰਹਿੰਦੇ।
ਜਦੋਂ ਇੱਕ ਦਿਨ ਫਿਜ਼ਾ ਤੇ ਜੀਤ ਅਗਾਂਹ ਲੰਘ ਗਈਆਂ ਤਾਂ ਮੈਨੂੰ ਤੇ ਸਵਰਨ ਨੂੰ ਇੱਕ ਦੁਕਾਨਦਾਰ ਜਨਾਨੀ ਨੇ ਹੌਲੀ ਦੇ ਕੇ ਪੁੱਛਿਆ ਕਿ ਤੁਹਾਡੇ ਨਾਲ ਵਾਲੀ ਇੱਕ ਦੇਸੀ ਮੇਮ ਹੈ ਨਾ? ਸਵਰਨ ਨੇ ਹੱਸ ਕੇ ਆਖਿਆ ਕਿ ਹੈ ਤਾਂ ਮੇਮ ਹੀ, ਪਰ ਥੋੜਾ ਰੰਗ ਘੱਟ ਚਿੱਟਾ ਹੈ, ਮੇਮਾ ਵਰਗਾ ਨਹੀਂ। ਉਸ ਔਰਤ ਨੇ ਕਿਹਾ, ਇੱਥੇ ਅੰਗਰੇਜ਼ ਵੀ ਘੁੰਮਣ ਆ ਜਾਂਦੇ ਨੇ, ਦਲਾਈ ਲਾਮਾ ਵੀ ਤਾਂ ਅੰਗਰੇਜ਼ਾਂ ਵਰਗੇ ਨੇ। ਅਸੀਂ ਕੋਈ ਉੱਤਰ ਨਾ ਦਿੱਤਾ, ਆਪਣੀਆਂ ਚੀਜ਼ਾਂ ਲੈ ਕੇ ਅਗਾਂਹ ਤੁਰ ਪਈਆਂ। ਫਿਜ਼ਾ ਗਿਲਾ ਕਰ ਰਹੀ ਸੀ ਕਿ ਇੱਥੇ ਕੰਮ ਦੀਆਂ ਚੀਜ਼ਾਂ ਤਾਂ ਮਿਲਦੀਆਂ ਹੀ ਨਹੀਂ, ਨਾ ਕੋਈ ਕੰਮ ਦਾ ਸੈਂਟ, ਨਾ ਕੋਈ ਫੇਸ ਕਰੀਮ, ਨਾ ਡਰਾਈ ਫਰੂਟ ਦੇ ਡੱਬੇ, ਨਾ ਚਾਕਲੇਟ ਮਿਲਕ, ਹੋਰ ਹਾਈ ਕਲਾਸ ਦੀਆਂ ਚੀਜ਼ਾਂ ਮਿਲਣੀਆਂ ਹੀ ਕੀ ਨਹੀਂ। ਤੂੰ ਇਉਂ ਕਰਿਆ ਕਰ, ਚੰਡੀਗੜ੍ਹ ਤੋਂ ਆਉਂਦੀ ਹੋਈ ਇੱਕ ਸੂਟਕੇਸ ਇਹਨਾਂ ਚੀਜ਼ਾਂ ਨਾਲ ਭਰ ਲਿਆਈ, ਸਵਰਨ ਨੇ ਹੱਸ ਕੇ ਕਿਹਾ। ਫਿਜ਼ਾ ਨੇ ਕਿਹਾ, ਮੈਂ ਤਾਂ ਸੋਚਿਆ ਸੀ ਯੂਕੇ ਦੇ ਸਕਾਟਲੈਂਡ ਵਰਗਾ ਹੋਏਗਾ, ਜਾਂ ਘੱਟੋ ਘੱਟ ਸ਼ਿਮਲੇ ਵਰਗਾ ਤਾਂ ਹੋਏਗਾ ਹੀ, ਤਾਂ ਮੈਂ ਇੱਥੇ ਆ ਕੇ ਜੁਆਇਨ ਕਰ ਲਿਆ। ਮੈਨੂੰ ਵੀ ਪਤਾ ਸੀ ਸਾਹਮਣੇ ਦਿਸਦੇ ਬਰਫ਼ ਲੱਦੇ ਪਹਾੜ, ਕੋਲੋਂ ਲੰਘਦੀਆਂ ਕੂਲਾਂ ਤੇ ਨਦੀ, ਪਹਾੜੀ ਦਰਖਤਾਂ, ਜੰਗਲੀ ਫੁੱਲਾਂ ਨਾਲ ਭਰੀ ਇਹ ਖੂਬਸੂਰਤ ਵਾਦੀ ਅਜੇ ਕਈ 100 ਸਾਲ ਪਿਛਾਂ ਜਿਉ ਰਹੀ ਹੈ। ਇੱਥੇ ਨਾ ਕੋਈ ਕਲੱਬ ਹੈ, ਨਾ ਪੱਬ ਹੈ, ਨਾ ਡਾਂਸਿੰਗ ਹਾਲ, ਤੇ ਨਾ ਕੋਈ ਵਧੀਆ ਸਿਨੇਮਾ ਘਰ। ਬਸ ਵਜਾਈ ਜਾਓ ਮੰਦਰਾਂ ਦੀਆਂ ਘੰਟੀਆਂ, ਜਾਂ ਭਗਵੇ ਕੱਪੜਿਆਂ ਵਾਲੇ ਘੋਣ ਮੋਣ ਸਿਰਾਂ ਵਾਲੇ ਬੁੱਧਮ ਸ਼ਰਨਮ ਗੱਛਾਮੀ ਉਚਾਰਦੇ ਭਿਕਸ਼ੂਆਂ ਦੀਆਂ ਟੋਲੀਆਂ ਵੇਖਦੇ ਰਹੋ। ਕਹਿੰਦੇ ਨੇ ਰੱਬ ਨੂੰ ਇਹ ਮੰਨਦੇ ਨਹੀਂ, ਫਿਰ ਪਹਾੜਾਂ ਤੇ ਜੰਗਲਾਂ 'ਚ ਕੀ ਲੱਭਦੇ ਫਿਰਦੇ ਨੇ? ਇਹ ਆਪਣੇ ਆਪ ਨੂੰ ਲੱਭਦੇ ਫਿਰਦੇ ਨੇ, ਮੈਂ ਹੱਸ ਕੇ ਆਖਿਆ। ਇਹ ਗੱਲ ਸੁਣ ਕੇ ਫਿਜ਼ਾ ਗੰਭੀਰ ਹੋ ਗਈ ਤੇ ਆਖਣ ਲੱਗੀ, ਇਹ ਗੱਲ ਤਾਂ ਤੇਰੀ ਠੀਕ ਹੈ। ਫਿਰ ਕਹਿਣ ਲੱਗੀ, ਉਂਝ ਸਾਰੀ ਉਮਰ ਬੰਦੇ ਨੂੰ ਇਹੀ ਪਤਾ ਨਹੀਂ ਲੱਗਦਾ ਕਿ ਉਹ ਕੀ ਲੱਭ ਰਿਹਾ ਹੈ। ਜੋ ਕੁਝ ਵੀ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਉਹਨੂੰ ਛੱਡ ਕੇ ਕੁਝ ਹੋਰ ਲੱਭਣ ਲੱਗ ਜਾਂਦਾ ਹੈ। ਮੈਂ ਆਖਿਆ, ਤੂੰ ਤਾਂ ਬੰਦੇ ਦੀ ਵਸਤਾਂ ਲਈ ਭਟਕਣ ਦੀ ਗੱਲ ਕਰਦੀ ਹੈ, ਪਰ ਇਹ ਭਿਕਸ਼ੂ ਲੋਕ ਤਾਂ ਵਸਤਾਂ ਤੋਂ ਪਾਰ ਜੋ ਸੱਚ ਹੈ ਉਹਨੂੰ ਲੱਭਦੇ ਨੇ। ਬੁੱਧ ਤਾਂ ਇੱਕ ਰਾਜਕੁਮਾਰ ਸੀ, ਉਹਨੂੰ ਦੁਨੀਆ ਦੀਆਂ ਸਭੇ ਨੇਮਤਾਂ ਪ੍ਰਾਪਤ ਸਨ। ਉਹ ਸਭ ਕੁਝ ਤਿਆਗ ਕੇ ਜ਼ਿੰਦਗੀ ਦੀ ਅੰਤਿਮ ਸੱਚਾਈ ਲੱਭਣ ਤੁਰ ਪਿਆ ਸੀ। ਫਿਜ਼ਾ ਕੁਝ ਸੋਚਣ ਜਿਹੀ ਲੱਗ ਗਈ। ਇੰਨੇ ਨੂੰ ਸਵਰਨ ਤੇ ਜੀਤ ਵੀ ਸਾਡੇ ਨਾਲ ਆ ਗਈਆਂ। ਸਵਰਨ ਨੇ ਫਿਜ਼ਾ ਨੂੰ ਪੁੱਛਿਆ, ਤੇਰਾ ਨਹੀਂ ਕੁਝ ਖਰੀਦਣ ਨੂੰ ਮਨ ਕੀਤਾ? ਇੱਥੇ ਹੈ ਹੀ ਕੀ ਖਰੀਦਣ ਨੂੰ? ਫਿਜ਼ਾ ਬੋਲੀ। ਹੈ ਕਿਉਂ ਨਹੀਂ? ਕੇਨ ਦਾ ਫਰਨੀਚਰ, ਸਿੱਪੀਆਂ ਦੀਆਂ ਲੜੀਆਂ ਦੇ ਪਰਦੇ, ਮੂੰਗੇ ਮੋਤੀਆਂ ਦੀਆਂ ਮਾਲਾ, ਕਢਾਈ ਵਾਲੀਆਂ ਗੱਦੀਆਂ, ਗਮਲਿਆਂ 'ਚ ਲਾਏ ਨਿੱਕੇ ਨਿੱਕੇ ਬੂਟੇ, ਪਿੰਜਰਿਆਂ 'ਚ ਰੱਖੀਆਂ ਰੰਗ ਬਿਰੰਗੀਆਂ ਚਿੜੀਆਂ। ਫਿਜ਼ਾ ਬੋਲੀ, ਰੱਬਿਸ਼, ਮੇਰਾ ਤਾਂ ਜੀ ਕਰਦਾ ਸੀ ਸਾਰੇ ਪਿੰਜਰਿਆਂ ਨੂੰ ਖੋਲ੍ਹ ਕੇ ਚਿੜੀਆਂ ਉਡਾ ਦਿਆਂ। ਜੀਤ ਆਖਦੀ ਸੀ ਕਿ ਸਭ ਚਿੜੀਆਂ ਉੱਡਣਾ ਭੁੱਲ ਗਈਆਂ ਨੇ, ਇਹ ਲੋਕ ਇਹਨਾਂ ਨੂੰ ਫੜ ਕੇ ਫਿਰ ਪਿੰਜਰਿਆਂ 'ਚ ਪਾ ਲੈਣਗੇ। ਮੈਨੂੰ ਅਜਿਹੇ ਲੋਕ ਬਹੁਤ ਮਾੜੇ ਲੱਗਦੇ ਨੇ ਜਿਹੜੇ ਦੂਜਿਆਂ ਨੂੰ ਮਨ ਮਰਜ਼ੀ ਨਾਲ ਜਿਉਣ ਨਹੀਂ ਦਿੰਦੇ। ਅਸੀਂ ਘਰ ਨੂੰ ਤੁਰੀਆਂ ਆ ਰਹੀਆਂ ਸੀ ਤੇ ਸਵਰਨ ਆਖਣ ਲੱਗੀ ਕਿ ਜੇ ਤੇਰੇ ਘਰ ਵਾਲੇ ਨੇ ਤੈਨੂੰ ਪਿੰਜਰੇ 'ਚ ਪਾ ਲਿਆ ਫਿਜ਼ਾ, ਵੀ ਮੇਰੀ ਇੰਨੀ ਸੋਹਣੀ ਵਹੁਟੀ ਨੂੰ ਕੋਈ ਉਡਾ ਕੇ ਨਾ ਲੈ ਜਾਏ, ਫੇਰ ਕੀ ਕਰੇਂਗੀ? ਪਹਿਲੀ ਗੱਲ ਤਾਂ ਇਹ ਕਿ ਮੈਂ ਪਿੰਜਰੇ 'ਚ ਪਾਉਣ ਵਾਲੇ ਨਾਲ ਵਿਆਹ ਹੀ ਨਹੀਂ ਕਰਾਂਗੀ। ਉਂਝ ਮੈਂ ਵਿਆਹ ਬਾਰੇ ਹਾਲੇ ਸੋਚਿਆ ਵੀ ਨਹੀਂ, ਤੇ ਜੇ ਉਹ ਮੈਨੂੰ ਪਿੰਜਰੇ 'ਚ ਪਾਉਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਮੈਂ ਜਾਂ ਉਹਨੂੰ ਮਾਰ ਦਿਆਂਗੀ ਜਾਂ ਆਪ ਮਰ ਜਾਵਾਂਗੀ, ਫਿਜ਼ਾ ਦਾ ਜਵਾਬ ਸੀ। ਇਹ ਸਭ ਹੁਣ ਦੀਆਂ ਗੱਲਾਂ ਨੇ। ਧੀਆਂ ਪੁੱਤਰਾਂ ਦਾ ਮੋਹ ਅਜਿਹੀਆਂ ਬੇੜੀਆਂ ਬੰਨ੍ਹਦਾ ਹੈ ਕਿ ਔਰਤ ਸਭ ਕੁਝ ਬਰਦਾਸ਼ਤ ਕਰਨ ਲਈ ਮਜਬੂਰ ਹੋ ਜਾਂਦੀ ਹੈ, ਸਵਰਨ ਨੇ ਸਿਆਣਪ ਨਾਲ ਆਖਿਆ। ਫਿਜ਼ਾ ਨੇ ਪੁੱਛਿਆ, ਤੇਰਾ ਕੀ ਖਿਆਲ ਹੈ ਵਿਆਹ ਬਾਰੇ? ਮੈਨੂੰ ਵਿਆਹ ਕਰਵਾਉਣ ਲਈ ਵੇਲ ਹੀ ਨਹੀਂ। ਮੈਂ ਤਾਂ ਮਾਂ ਪਿਓ ਦਾ ਕੋਈ ਪਿਛਲੇ ਜਨਮ ਦਾ ਕਰਜ਼ਾ ਦੇਣਾ ਹੈ, ਪਹਿਲਾਂ ਉਹ ਹਿਸਾਬ ਚੁਕਤਾ ਕਰਨਾ ਹੈ, ਮੈਂ ਦੱਸਿਆ। ਜਿਨ੍ਹਾਂ ਭਾਈ ਭੈਣਾਂ ਲਈ ਤੂੰ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਹੈ, ਉਹੀ ਤੈਨੂੰ ਮੂਰਖ ਆਖਣਗੇ। ਉਹਨਾਂ ਨੇ ਤੇਰੇ ਲਈ ਕੁਝ ਨਹੀਂ ਕਰਨਾ, ਫੇਰ ਨਾ ਆਖੀ, ਸਵਰਨ ਬੋਲੀ। ਮੈਂ ਬਦਲੇ ਦੀ ਕੋਈ ਇੱਛਾ ਹੀ ਨਹੀਂ ਰੱਖੀ ਹੋਈ, ਮੈਂ ਆਖਿਆ। ਪਰ ਜਿਹੜੇ ਪੰਛੀਆਂ ਨੂੰ ਤੂੰ ਹੱਥੋਂ ਚੋਗ ਚਗਾਉਣੀ ਹੈ, ਉਹਨਾਂ ਸਭਨਾਂ ਨੇ ਉਡਾਰੀਆਂ ਮਾਰ ਜਾਣੀਆਂ ਨੇ, ਫਿਰ ਸੋਚਿਆ ਕਰੇਂਗੀ ਕਿ ਮੈਂ ਉਦੋਂ ਕਿੱਥੇ ਸੀ, ਸਵਰਨ ਨੇ ਫਿਰ ਸਿਆਣਪ ਨਾਲ ਆਖਿਆ। ਮੈਂ ਹੁਣ ਵੀ ਕਿਤੇ ਨਹੀਂ ਹਾਂ, ਇਹ ਮੇਰੀ ਡੈਸਟਨੀ ਹੈ, ਮੈਂ ਉੱਤਰ ਦਿੱਤਾ। ਕਮਜ਼ੋਰ ਲੋਕ ਹਰ ਗੱਲ ਡੈਸਟਨੀ ਦੇ ਸਿਰ ਲਾ ਕੇ ਆਪ ਸੁਰਖਰੂ ਹੋ ਜਾਂਦੇ ਨੇ। ਇਹ ਪੁਰਾਣੇ ਜ਼ਮਾਨਿਆਂ ਦੀਆਂ ਗੱਲਾਂ ਨੇ। ਅੱਜ ਦਾ ਬੰਦਾ ਆਪਣੀ ਡੈਸਟਨੀ ਦਾ ਆਪ ਜ਼ਿੰਮੇਵਾਰ ਹੁੰਦਾ ਹੈ, ਫਿਜ਼ਾ ਨੇ ਜਿਵੇਂ ਤੈਸ਼ ਚਾ ਕੇ ਆਖਿਆ। ਪਰ ਤੁਹਾਡੀਆਂ ਪ੍ਰਸਥਿਤੀਆਂ ਕਈ ਵਾਰ ਅਜਿਹੇ ਮੋੜ 'ਤੇ ਲਿਆ ਖੜਾ ਕਰ ਦਿੰਦੀਆਂ ਨੇ ਕਿ ਤੁਹਾਡੀ ਵਾਹ ਨਹੀਂ ਚੱਲਣ ਦਿੰਦੀਆਂ। ਮੈਂ ਹੁਣ ਯਤੀਮਾਂ ਵਰਗੇ ਛੋਟੇ ਭੈਣ ਭਰਾਵਾਂ ਦੀ ਪਰਵਾਹ ਨਾ ਕਰਾਂ ਤੇ ਰੁੱਲ ਜਾਣ ਦੇਵਾਂ। ਇਸ ਲਈ ਨਾ ਮੈਨੂੰ ਰੱਬ ਮਾਫ਼ ਕਰੇਗਾ, ਨਾ ਮੈਂ ਆਪਣੇ ਆਪ ਨੂੰ ਮਾਫ਼ ਕਰਾਂਗੀ, ਮੈਂ ਕਿਹਾ। ਗਧਿਆਂ ਵਾਂਗ ਦੂਜੇ ਦਾ ਭਾਰ ਆਪਣੀ ਪਿੱਠ 'ਤੇ ਚੁੱਕ ਲੈਣਾ, ਇਹਨੂੰ ਰੱਬੀ ਹੁਕਮ ਸਮਝ ਲੈਣਾ ਬੇਵਕੂਫੀ ਨਹੀਂ ਤਾਂ ਕੀ ਏ, ਫਿਜ਼ਾ ਬੋਲੀ। ਸਾਰੇ ਤੇਰੇ ਜਿੰਨੇ ਤਕੜੇ ਨਹੀਂ ਹੁੰਦੇ, ਮੈਂ ਆਖਿਆ।
ਤਕੜੇ ਹੋਣਾ ਚਾਹੀਦਾ ਹੈ, ਫਿਜ਼ਾ ਨੇ ਫੇਰ ਆਖਿਆ। ਮੈਂ ਚੁੱਪ ਕਰ ਗਈ। ਇੰਨੇ ਨੂੰ ਅਸੀਂ ਉਸ ਘਰ ਕੋਲ ਪਹੁੰਚ ਗਈਆਂ ਜਿਹੜਾ ਫਿਜ਼ਾ ਨੇ ਕਿਰਾਏ 'ਤੇ ਲਿਆ ਸੀ। ਢਾਲਵੀਆਂ ਛੱਤਾਂ ਵਾਲਾ ਲੱਕੜ ਦਾ ਬਣਿਆ 2 ਕਮਰਿਆਂ ਦਾ ਉਹ ਘਰ, ਨਾਲ ਰਸੋਈ ਤੇ ਗੁਸਲਖਾਨਾ, ਕਿਸੇ ਦਾ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੀ। ਕਿਰਾਇਆ ਸਾਡੇ ਘਰ ਨਾਲੋਂ ਥੋੜ੍ਹਾ ਜ਼ਿਆਦਾ ਸੀ, ਪਰ ਫਿਜ਼ਾ ਨੂੰ ਉਹ ਪਸੰਦ ਆ ਗਿਆ। ਅਗਲੇ ਦਿਨ ਕਾਲਜ ਦੇ ਚਪੜਾਸੀ ਤੇ ਉਹਦੀ ਘਰਵਾਲੀ ਨੂੰ ਬੁਲਾ ਕੇ ਫਿਜ਼ਾ ਨੇ ਉੱਪਰੋਂ ਬਾਜ਼ਾਰ 'ਚੋਂ ਲੋੜੀਂਦਾ ਸਮਾਨ ਵੀ ਮੰਗਵਾ ਲਿਆ ਸੀ ਤੇ ਨਾਲ ਲਿਆਂਦੇ ਬਾਕਸ ਵਿੱਚੋਂ ਚੀਜ਼ਾਂ ਕੱਢ ਲਈਆਂ। ਸ਼ਾਮ ਤੱਕ ਫੋਲਡਿੰਗ ਬੈੱਡ ਆ ਗਿਆ। 4 ਸਟੀਲ ਦੀਆਂ ਕੁਰਸੀਆਂ, 1 ਟੇਬਲ, ਪਰਦੇ, 1 ਕਾਰਪੈਟ, ਗੈਸ ਦਾ ਚੁੱਲ੍ਹਾ ਤੇ ਸਿਲੰਡਰ, ਨਹਾਉਣ ਲਈ ਬਾਲਟੀਆਂ, ਮੱਗ, ਰਸੋਈ ਦਾ ਹੋਰ ਸਮਾਨ। ਸ਼ਾਮ ਤੱਕ ਨਾਇਲਨ ਦੇ ਪਰਦੇ ਲਗਾ ਸਾਰਾ ਘਰ ਤਿਆਰ ਕਰ ਲਿਆ। ਅਗਲੇ ਦਿਨ ਉਹਨੇ ਸਾਨੂੰ ਚਾਹ 'ਤੇ ਬੁਲਾਇਆ। ਅਸੀਂ ਜਦੋਂ ਉਹਦੇ ਘਰ ਪਹੁੰਚੀਆਂ, ਮਦਰਾਸੀ ਵਾਈਸ ਪ੍ਰਿੰਸੀਪਲ ਰਿਸ਼ੀ ਪ੍ਰੋਫੈਸਰ ਪਹਿਲਾਂ ਹੀ ਪਹੁੰਚੇ ਹੋਏ ਸਨ। ਚਪੜਾਸੀ ਦੀ ਘਰਵਾਲੀ ਨੂੰ ਉਹਨੇ ਕੰਮ 'ਤੇ ਰੱਖ ਲਿਆ ਸੀ, ਜਿਹਨੇ ਸਾਨੂੰ ਤਾਜ਼ੇ ਪਨੀਰ ਦੇ ਪਕੌੜੇ ਤਲ ਕੇ ਦਿੱਤੇ, ਭੁੰਨੇ ਹੋਏ ਕਾਜੂ ਤੇ 1 ਪਲੇਟ ਵਿੱਚ ਬਿਸਕਿਟ ਪਾ ਕੇ ਦਿੱਤੇ। ਪ੍ਰੋਫੈਸਰ ਰਿਸ਼ੀ ਰਿਟਾਇਰਮੈਂਟ ਦੇ ਨੇੜੇ ਬਹੁਤ ਚੰਗਾ ਸਾਊ ਤੇ ਸਭ ਦੀ ਮਦਦ ਕਰਨ ਵਾਲਾ ਸੀ। ਸਭ ਉਹਦਾ ਆਦਰ ਕਰਦੇ ਸਨ, ਪਰ ਮਦਰਾਸੀ ਵਾਈਸ ਪ੍ਰਿੰਸੀਪਲ ਜਿਹਦਾ ਨਾਂ पद्मनाभन सी, उन्हें फिजा ने पूछा कि आपके नाम से तो पता नहीं चलता कि आप हिंदू हैं या मुसलमान। फिजा हस पई ते आखन लगी कि तुसी विदेशां च घूम के, जर्मन कुड़ी नाल विआह करके, एडी दूर दे सूबे च नौकरी करके अजे भी हिंदू मुसलमानां दीयां घचोरां लभदे रहिंदे हो। नहीं नहीं, आप इतनी खूबसूरत हैं। मैं तो जानना चाहता था कि आप कौन हैं, वाइस प्रिंसीपल ने कहा। मैं फिजा एक लड़की हाँ ते गवर्नमेंट कॉलेज धर्मशाला च पढ़ाउंदी हाँ। मेरे फादर एक IAS अफसर हैं ते मेरा एक भरा है जिहड़ा लंडन च पढ़दा है। कि इन्नी जानकारी काफ़ी नहीं? वाइस प्रिंसीपल नूं लग्या ये लड़की बहुत शातिर है। हस के आखन लग्या, आप ये सब कुछ तो हो, मगर आप हैं कौन? फिजा ने भी हस के उत्तर दिता, मैं एक इंसान हाँ ते एक लड़की हाँ ते मेरा नाम फिजा है। इस तो मगरों प्रिंसीपल नूं कोई गल ना उड़ी। ਪ੍ਰੋਫੈਸਰ ਰਿਸ਼ੀ ਬੋਲੇ, ਪਦਮਨਾਭਨ ਸਾਹਿਬ, ਇਹ ਨਵੀਂ ਜਨਰੇਸ਼ਨ ਸਾਡੇ ਨਾਲੋਂ ਬਹੁਤ ਅੱਗੇ ਹੈ, ਪਰ ਵਾਈਸ ਪ੍ਰਿੰਸੀਪਲ ਪੁਰਾਣੇ ਜਨਰੇਸ਼ਨ ਦੇ ਨਹੀਂ। ਜੀਤ ਬੋਲੀ, ਨਾ ਹੀ ਇਹ ਪੁਰਾਣੀ ਦੇ ਨੇ, ਨਾ ਹੀ ਨਵੀਂ ਦੇ ਨੇ, ਇਹ ਤਾਂ ਵਿਚਕਾਰਲੀ ਪੀੜ੍ਹੀ ਦੇ ਨੇ। ਜਦੋਂ ਜੀ ਕਰਦਾ ਪੁਰਾਣੀ ਪੀੜ੍ਹੀ ਨਾਲ ਰਲ ਜਾਂਦੇ ਨੇ, ਜਦੋਂ ਜੀ ਕਰਦਾ ਨਵੀਂ ਪੀੜ੍ਹੀ ਨਾਲ ਰਲ ਜਾਂਦੇ ਨੇ। ਸਵਰਨ ਨੇ ਸਿਆਣਿਆਂ ਵਾਂਗ ਸਮਝਾਇਆ। ਲਓ, ਨਾਲ ਕੁਝ ਖਾਓ ਪੀਓ ਵੀ। ਫਿਜ਼ਾ ਨੇ ਕਾਜੂਆਂ ਵਾਲੀ ਪਲੇਟ ਅੱਗੇ ਕਰਦਿਆਂ ਆਖਿਆ। आपको किताबें कौन सी पसंद है? प्रिंसीपल ने फिजा की थाह पाउण लई पुछया। सब तो वध तां मैनूं तुहाडी वहुटी दे देश दे जर्मन लेखक थॉमस मान गैटे ते हरमन हैस पसंद ने। ਇਹ ਸੁਣ ਕੇ ਪਦਮਨਾਭਨ ਦੇ ਹੱਥ ਵਿੱਚ ਫੜੀ ਚਾਹ ਦੀ ਪਲੇਟ ਪਿਆਲੀ ਜ਼ਰਾ ਕੰਬੀ। ਸ਼ਾਇਦ ਉਹ ਮਨ ਹੀ ਮਨ ਆਪਣੀ ਵਹੁਟੀ ਦੇ ਦੇਸ਼ ਬੱਚਿਆਂ ਕੋਲ ਪਹੁੰਚ ਗਿਆ ਸੀ। ਪ੍ਰੋਫੈਸਰ ਰਿਸ਼ੀ ਨੇ ਆਖਿਆ ਕਿ ਜਿੰਨਾ ਗਿਆਨ ਸਾਡੇ ਇਕੱਲੇ ਮਹਾਭਾਰਤ 'ਚ ਪਿਆ ਹੈ, ਉਹਨਾਂ ਦੁਨੀਆ ਦੇ ਕਿਸੇ ਲੇਖਕ ਕੋਲ ਨਹੀਂ ਹੈ। ਚੰਡੀਗੜ੍ਹ ਵਿੱਚ ਤਾਂ ਫਿਲਮ ਫੈਸਟੀਵਲ ਹੁੰਦੇ ਰਹਿੰਦੇ ਨੇ, ਦੁਨੀਆ ਭਰ ਦੀਆਂ ਚੰਗੀਆਂ ਫਿਲਮਾਂ ਦੇਖਣ ਦਾ ਲੋਕਾਂ ਨੂੰ ਮੌਕਾ ਮਿਲਦਾ ਹੈ। ਜੀਤ ਨੇ ਗੱਲ ਬਦਲਣ ਲਈ ਕਿਹਾ। ਮੇਰੇ ਪਾਪਾ ਤਾਂ ਸਾਰੇ ਦਿਨਾਂ ਦੀਆਂ ਟਿਕਟਾਂ ਮੰਗਵਾ ਲੈਂਦੇ ਸਨ। ਮੈਂ ਇੱਕ ਜਾਪਾਨੀ ਫਿਲਮ ਦੇਖੀ, ਔਰ ਨੋਬਲ ਡਾਂਸਰ, ਜਿਹੜੀ ਮੈਨੂੰ ਹਮੇਸ਼ਾ ਯਾਦ ਰਹੇਗੀ। ਜੀਤ ਬੋਲੀ, ਮੈਨੂੰ ਤਾਂ ਸਿਰਫ ਆਰਟ ਫਿਲਮਾਂ ਚੰਗੀਆਂ ਲੱਗਦੀਆਂ ਨੇ। ਕਾਲਪਨਿਕ ਗੱਲਾਂ ਨਾਲ ਕਦੇ ਹਸਾ ਕੇ ਕਦੇ ਰਵਾ ਕੇ ਫਿਲਮੀ ਲੋਕਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣ ਦਾ ਢੰਗ ਬਣਾਇਆ ਹੋਇਆ। ਸਵਰਨ ਨੇ ਆਖਿਆ। ਇਉਂ ਗੱਲਾਂ ਬਾਤਾਂ ਕਰਕੇ ਚਾਹ ਪੀ ਕੇ ਅਸੀਂ ਹਨੇਰਾ ਹੋਣ ਤੱਕ ਵਾਪਸ ਆ ਗਈਆਂ। ਸਾਡੇ ਨਾਲ ਹੀ ਪ੍ਰੋਫੈਸਰ ਰਿਸ਼ੀ ਤੇ ਪਦਮਨਾਭਨ ਉੱਥੋਂ ਆ ਗਏ। ਇਸ ਤੋਂ ਮਗਰੋਂ ਸਾਨੂੰ ਪਤਾ ਲੱਗਿਆ ਕਿ ਪਦਮਨਾਭਨ ਕਈ ਵਾਰ ਫਿਜ਼ਾ ਦੇ ਘਰ ਜਾਂਦਾ ਹੈ। ਸਵਰਨ ਨੇ ਇੱਕ ਦਿਨ ਉਹਨੂੰ ਸਮਝਾਉਣ ਵਾਂਗ ਆਖਿਆ, ਇਹ ਛੋਟਾ ਜਿਹਾ ਸ਼ਹਿਰ ਹੈ, ਸਾਰੇ ਲੋਕੀ ਸਾਰਿਆਂ ਨੂੰ ਜਾਣਦੇ ਨੇ, ਇਸ ਲਈ ਤੂੰ ਵਾਈਸ ਪ੍ਰਿੰਸੀਪਲ ਨੂੰ ਇੰਨੀ ਵਾਰੀ ਘਰ ਨਾ ਆਉਣ ਦਿਆ ਕਰ। ਫਿਜ਼ਾ ਹੱਸ ਕੇ ਆਖਣ ਲੱਗੀ, ਮੈਨੂੰ ਸਮਝ ਨਹੀਂ ਲੱਗਦੀ ਕਿ ਇਸ ਵਿੱਚ ਹਰਜ਼ੀ ਕੀ ਹੈ। ਅਸਲ 'ਚ ਬਹੁਤੀ ਵਾਰੀ ਮੈਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਇੱਕ ਲੜਕੀ ਹਾਂ। ਮੁਫਤ 'ਚ ਆਪਣਾ ਰੈਪੂਟੇਸ਼ਨ ਖਰਾਬ ਕਰਨ ਦਾ ਕੀ ਫਾਇਦਾ? ਸਵਰਨ ਨੇ ਕਿਹਾ। ਆਖਦੇ ਨੇ ਪੁਰਾਣੇ ਵੇਲਿਆਂ 'ਚ ਔਰਤਾਂ ਘੁੰਡ ਕੱਢ ਕੇ ਰੱਖਦੀਆਂ ਸਨ। ਜੇ ਕੋਈ ਔਰਤ ਘੁੰਡ ਨਾ ਕੱਢਦੀ ਤਾਂ ਲੋਕੀ ਉਹਦੀਆਂ ਗੱਲਾਂ ਬਣਾਉਂਦੇ, ਇੱਥੋਂ ਤੱਕ ਕਿ ਆਪਣੇ ਪਤੀ ਤੋਂ ਵੀ ਘੁੰਡ ਕੱਢਦੀਆਂ ਹੁੰਦੀਆਂ ਸੀ। ਸੋ ਮੈਂ ਨਹੀਂ ਇਹ ਸਾਰੀਆਂ ਗੱਲਾਂ ਮੰਨਦੀ, ਫਿਜ਼ਾ ਨੇ ਕਿਹਾ। ਅਜੇ ਤੈਨੂੰ ਇਹ ਗੱਲਾਂ ਫਜ਼ੂਲ ਲੱਗਦੀਆਂ ਨੇ। ਕੁੜੀਆਂ ਨੂੰ ਇਹ ਚੰਗਾ ਵੀ ਲੱਗਦਾ ਹੁੰਦਾ ਹੈ ਕਿ ਕੋਈ ਉਹਨਾਂ ਦੀ ਪ੍ਰਸ਼ੰਸਾ ਕਰੇ, ਕੋਈ ਉਹਨਾਂ ਦੇ ਪਿੱਛੇ ਪਿੱਛੇ ਫਿਰੇ। ਆਦਮੀ ਫਲਰਟ ਕਿਸੇ ਵੀ ਕੁੜੀ ਨਾਲ ਕਰ ਸਕਦੇ ਹਨ,
ਪਰ ਵਿਆਹ ਕਰਨ ਲਈ ਉਹਨਾਂ ਨੂੰ ਸਾਊ ਕੁੜੀ ਹੀ ਚਾਹੀਦੀ ਹੁੰਦੀ ਹੈ। ਵਿਆਹ ਵੇਲੇ ਕੁੜੀ ਦਾ ਅੱਗਾ ਪਿੱਛਾ ਫਰੋਲਦੇ ਰਹਿੰਦੇ ਨੇ, ਸਵਰਨ ਨੇ ਸਮਝਾਇਆ। ਮੈਂ ਅਜਿਹੇ ਬੰਦੇ ਨਾਲ ਵਿਆਹ ਹੀ ਨਹੀਂ ਕਰਾਂਗੀ ਜੋ ਨੈਰੋ ਮਾਈਂਡਡ ਹੋਵੇ, ਫਿਜ਼ਾ ਬੋਲੀ। ਮੈਂ ਇਸ਼ਾਰੇ ਨਾਲ ਸਵਰਨ ਨੂੰ ਆਖਿਆ ਕਿ ਘਰ ਨਹੀਂ ਚੱਲਣਾ ਅਜੇ। ਮੇਰਾ ਮਤਲਬ ਸੀ ਫਿਜ਼ਾ ਨੂੰ ਇਹ ਗੱਲਾਂ ਸਮਝ ਨਹੀਂ ਆ ਸਕਣੀਆਂ। ਫਿਜ਼ਾ ਆਪਣੇ ਖੁੱਲ੍ਹੇ ਸੁਭਾਅ ਕਰਕੇ ਸਾਰੇ ਸਟਾਫ 'ਚ ਬੜੀ ਹਰਮਨ ਪਿਆਰੀ ਸੀ। ਇਹ ਗੱਲਾਂ ਸੁਣਦਿਆਂ ਕਈ ਵਾਰ ਤਾਂ ਮੈਨੂੰ ਵੀ ਲੱਗਦਾ ਕਿ ਮੈਂ ਆਪ ਆਪਣੇ ਲਈ ਜਾਲ ਬੁਣ ਛੱਡਿਆ। ਆਪ ਹੀ ਉਸ 'ਚ ਉਲਝ ਗਈਆਂ। ਨਹੀਂ, ਮੈਂ ਕਿਹੜਾ ਛੋਟੇ ਭੈਣ ਭਰਾਵਾਂ ਦਾ ਠੇਕਾ ਲਿਆ ਹੋਇਆ ਹੈ। ਫਿਰ ਆਪ ਹੀ ਖਿਆਲ ਆਉਂਦਾ ਕਿ ਜਿਸ ਪਾਸੇ ਰੱਬ ਨੇ ਲਾਉਣਾ ਹੁੰਦਾ ਆਪ ਉਹੋ ਜਿਹੇ ਹਾਲਾਤ ਬਣਾ ਦਿੰਦਾ। ਸੋ ਸਭ ਕੁਝ ਰੱਬ ਦੇ ਸਿਰ ਲਾ ਕੇ ਬੰਦਾ ਸੁਰਖਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਵਕਤ ਲੰਘ ਰਿਹਾ ਸੀ। ਇੱਕ ਦਿਨ ਸ਼ਾਮ ਵੇਲੇ ਚਪੜਾਸੀ ਦੀ ਘਰ ਵਾਲੀ ਆਈ ਤੇ ਆਖਣ ਲੱਗੀ ਕਿ ਫਿਜ਼ਾ ਮੈਡਮ ਕੇ ਪੇਟ में तकलीफ है, आप कुछ करो। ਮੈਂ ਰਿਸ਼ੀ ਪ੍ਰੋਫੈਸਰ ਨੂੰ ਫੋਨ ਕੀਤਾ ਕਿ ਉਹ ਡਾਕਟਰ ਨੂੰ ਲੈ ਕੇ ਫਿਜ਼ਾ ਦੇ ਘਰ ਪਹੁੰਚਣ। ਸਵਰਨ ਨੂੰ ਘਰ ਛੱਡ ਕੇ ਮੈਂ ਤੇ ਜੀਤ ਫਿਜ਼ਾ ਦੇ ਘਰ ਗਈਆਂ। ਫਿਜ਼ਾ ਜਿਵੇਂ ਤਕਲੀਫ ਨਾਲ ਇਕੱਠੀ ਹੁੰਦੀ ਜਾਂਦੀ ਸੀ। ਝੱਟ ਹੀ ਰਿਸ਼ੀ ਪ੍ਰੋਫੈਸਰ ਡਾਕਟਰਾਂ ਨੂੰ ਲੈ ਕੇ ਪਹੁੰਚ ਗਏ। ਡਾਕਟਰ ਨੇ ਪੁੱਛਿਆ ਕਿ ਕਿੱਥੇ ਦਰਦ ਹੋ ਰਿਹਾ ਹੈ, ਪੇਟ ਵਿੱਚ ਕਿੱਥੇ ਤਕਲੀਫ ਹੈ। ਡਾਕਟਰ ਨੇ ਉਹਦਾ ਢਿੱਡ ਜ਼ਰਾ ਟੋਹ ਕੇ ਦੇਖਿਆ। ਡਾਕਟਰ ਨੇ ਆਖਿਆ ਕਿ ਐਪੈਂਡਿਸਾਈਟਿਸ ਦਾ ਦਰਦ ਲੱਗਦਾ ਹੈ, ਮੈਂ ਇੰਜੈਕਸ਼ਨ ਦੇ ਦਿੰਦਾ। ਜੇ ਇੰਜੈਕਸ਼ਨ ਨਾਲ ਫਰਕ ਨਹੀਂ ਪਿਆ ਤਾਂ ਹਸਪਤਾਲ ਜਾਣਾ ਪਏਗਾ। ਅਸੀਂ ਇੱਥੇ ਹੀ ਹਾਂ, ਜੇ ਲੋੜ ਪਈ ਤਾਂ ਤੁਹਾਨੂੰ ਫੋਨ ਕਰ ਦਿਆਂਗੇ, ਮੈਂ ਡਾਕਟਰ ਨੂੰ ਆਖਿਆ। ਮੈਂ ਪ੍ਰੋਫੈਸਰ ਰਿਸ਼ੀ ਨੂੰ ਆਖਿਆ ਤੁਸੀਂ ਵੀ ਸਾਡੇ ਨਾਲ ਰਹਿਣਾ। ਹੁਣ ਤੁਸੀਂ ਤੇ ਜੀਤ ਜਾ ਕੇ ਖਾਣਾ ਖਾਓ, ਮੈਂ ਇੱਥੇ ਹੀ ਬੈਠੀ ਹਾਂ। ਮੈਂ ਜੀਤ ਤੇ ਪ੍ਰੋਫੈਸਰ ਨੂੰ ਖਾਣਾ ਖਾਣ ਲਈ ਭੇਜ ਦਿੱਤਾ। ਕੁਝ ਚਿਰ ਮਗਰੋਂ ਫਿਜ਼ਾ ਦਾ ਦਰਦ ਘਟ ਗਿਆ ਤੇ ਸੌਂ ਵੀ ਗਈ। ਕੁਝ ਚਿਰ ਮਗਰੋਂ ਪ੍ਰੋਫੈਸਰ ਰਿਸ਼ੀ ਨੂੰ ਵੀ ਫੋਨ ਕਰ ਦਿੱਤਾ ਕਿ ਹੁਣ ਉਹਨਾਂ ਦੇ ਆਉਣ ਦੀ ਲੋੜ ਨਹੀਂ। ਖਾਣਾ ਖਾ ਕੇ ਜੀਤ ਨਾਲ ਸਵਰਨ ਵੀ ਆ ਗਈ। ਉਹਨੇ ਆਖਿਆ ਕਿ ਮੈਂ ਇਹਦੇ ਕੋਲ ਸੌਂ ਜਾਵਾਂਗੀ, ਤੁਸੀਂ ਦੋਨੋਂ ਘਰ ਚਲੀਆਂ ਜਾਓ। ਕੁਝ ਦਿਨ ਤੱਕ ਫਿਜ਼ਾ ਬਿਮਾਰ ਰਹੀ। ਹਰ ਰੋਜ਼ ਡਾਕਟਰ ਆ ਕੇ ਚੈੱਕ ਕਰ ਲੈਂਦਾ, ਦਵਾਈ ਦਿੰਦਾ। ਸਵਰਨ ਵੀ ਉਹਨੇ ਦਿਨ ਛੁੱਟੀ ਲੈ ਕੇ ਨਾਲ ਰਹੀ। ਪਰ ਫਿਜ਼ਾ ਆਖਦੀ ਸੀ ਕਿ ਇੰਨੇ ਲੋਕ ਮੇਰੀ ਖਬਰ ਨੂੰ ਆਉਂਦੇ ਨੇ, ਮੈਂ ਤਾਂ ਦੁਖੀ ਹੋ ਗਈ ਹਾਂ। ਫਿਜ਼ਾ ਦੇ ਬਿਮਾਰ ਹੋਣ ਤੇ ਉਹਦੇ ਪਾਪਾ ਖਬਰ ਲੈਣ ਆਏ। ਅਜੇ ਸੈਸ਼ਨ ਪੂਰਾ ਵੀ ਨਹੀਂ ਸੀ ਹੋਇਆ। ਫਿਜ਼ਾ ਨੂੰ ਅਜੇ ਮਸਾਂ 4 ਮਹੀਨੇ ਹੋਏ ਸਨ। ਉਹਦੇ ਪਾਪਾ ਨੇ ਉਹਦੀ ਨੌਕਰੀ ਗਵਰਨਮੈਂਟ ਕਾਲਜ ਚੰਡੀਗੜ੍ਹ ਲਗਵਾ ਦਿੱਤੀ। ਉਹਨੂੰ ਵਿਦਾਇਗੀ ਦੀ ਪਾਰਟੀ ਦਿੱਤੀ ਗਈ। ਉਹਦੇ ਇੱਥੋਂ ਜਾਣ ਦਾ ਸਭ ਨੂੰ ਹੀ ਅਫਸੋਸ ਸੀ, ਪਰ ਸਭ ਤੋਂ ਜ਼ਿਆਦਾ ਅਫਸੋਸ ਵਾਈਸ ਪ੍ਰਿੰਸੀਪਲ ਪਦਮਨਾਭਨ ਨੂੰ ਸੀ, ਜਿਹਨੂੰ ਮਸਾਂ ਇੱਕ ਚੰਗੀ ਕੰਪਨੀ ਮਿਲੀ ਸੀ। ਅੰਗ ਚੌਥਾ। ਇੱਕ ਦਿਨ ਆਥਣ ਵੇਲੇ ਅਸੀਂ ਜਦੋਂ ਤਿੰਨੇ ਬੈਠੀਆਂ ਚਾਹ ਪੀ ਰਹੀਆਂ ਸੀ ਤਾਂ ਉਹ ਮਦਰਾਸੀ ਵਾਈਸ ਪ੍ਰਿੰਸੀਪਲ ਦੂਰੋਂ ਸਾਡੇ ਵੱਲ ਆਉਂਦਾ ਦਿਸਿਆ। ਸੁਣਿਆ ਜਦੋਂ ਦਾ ਉਹ ਜਰਮਨ ਔਰਤ ਨੂੰ ਵਿਆਹ ਕੇ ਲਿਆਇਆ ਸੀ, ਉਹਨੇ ਆਪਣੀ ਜਰਮਨ ਵਹੁਟੀ ਨੂੰ ਵਾਪਸ ਦੇਸ਼ ਨਹੀਂ ਜਾਣ ਦਿੱਤਾ। ਇੱਥੇ ਨਾ ਕੋਈ ਉਹਦੀ ਵਹੁਟੀ ਦੀ ਬੋਲੀ ਜਾਣਦਾ ਸੀ, ਨਾ ਕੋਈ ਵਾਕਫ ਮਿੱਤਰ ਸੀ। ਇਸ ਲਈ ਉਹ 5-6 ਸਾਲ ਦੇ ਤੇ 3-4 ਸਾਲ ਦੇ ਗੋਰੇ ਚਿੱਟੇ ਭੂਰੇ ਵਾਲਾਂ ਵਾਲੇ ਆਪਣੇ ਦੋਵਾਂ ਬੇਟਿਆਂ ਨੂੰ ਨਾਲ ਲਈ ਪਹਾੜਾਂ ਵੱਲ ਜੰਗਲੀ ਫੁੱਲਾਂ ਨੂੰ ਧਿਆਨ ਨਾਲ ਦੇਖਦੀ, ਕਦੇ ਹੇਠਾਂ ਕੂਲਾਂ ਕੋਲ ਜਾ ਕੇ ਨਿੱਕੇ ਮੋਟੇ ਗੀਟਿਆਂ ਨਾਲ ਬੱਚਿਆਂ ਨੂੰ ਖਿਡਾਉਂਦੀ, ਇਕੱਲੀ ਘੁੰਮਦੀ ਰਹਿੰਦੀ ਸੀ। ਸੁਣਿਆ ਕਿ ਹੁਣ ਉਹਦੇ ਬਾਪ ਨੇ ਆਪਣੇ ਜਨਮ ਦਿਨ 'ਤੇ ਬੁਲਾਇਆ ਸੀ। 4 ਲਈ ਟਿਕਟਾਂ ਭੇਜੀਆਂ ਸੀ। ਵਾਈਸ ਪ੍ਰਿੰਸੀਪਲ ਤਾਂ ਨਹੀਂ ਗਿਆ ਸੀ, ਕਾਲਜ 'ਚ ਛੁੱਟੀਆਂ ਨਹੀਂ ਸਨ। ਉਹਦੀ ਵਹੁਟੀ ਬੱਚਿਆਂ ਨੂੰ ਲੈ ਕੇ ਚਲੀ ਗਈ ਸੀ। 15 ਦਿਨ ਕਹਿ ਕੇ ਗਈ ਸੀ, 2 ਮਹੀਨੇ ਹੋ ਗਏ ਹਨ, ਪਰ ਉਹ ਵਾਪਸ ਨਹੀਂ ਸੀ ਆਈ। ਵਾਈਸ ਪ੍ਰਿੰਸੀਪਲ ਬੜਾ ਬੇਚੈਨ ਸੀ। ਅਸੀਂ ਗੁੱਡ ਈਵਨਿੰਗ ਸਰ ਆਖ ਕੇ ਉਹਨੂੰ ਬੈਠਣ ਲਈ ਕੁਰਸੀ ਦਿੱਤੀ ਤੇ ਚਾਹ ਪੁੱਛੀ। ਹਾਂ, ਮੈਂ ਚਾय ਪੀਊਂਗਾ, ਉਹਨੇ ਬੇਤਕਲਫੀ ਨਾਲ ਆਖਿਆ। शादी नहीं होने से आप कैसे मज़े में हैं? ਉਹਨੇ ਭਰੇ ਪੀਤੇ ਨੇ ਆਪੇ ਗੱਲ ਤੋਰ ਲਈ। सर मैडम ने कदों आना है? स्वरण ने पूछा। इन औरतों का कुछ पता नहीं चलता, बाहर से कुछ अंदर से कुछ और रहती हैं। वो यहाँ पर बहुत खुश थी, मगर उसके जाने के बाद जिस कॉपी में धोबी के कपड़ों का हिसाब रखती थी उसमें उसने जो कुछ जर्मन भाषा में लिखा है वो कुछ और है। जैसे वो एक पंछी थी, किसी ने उसे पिंजरे में बंद कर लिया, और एक जगह लिखा है शायद मैं मर चुकी हूँ, किसी और ही देश में, किसी और ही समय में, किसी और ही लोगों में पहुँच गई हूँ। ਉਹ ਦਸਦਾ ਚੁੱਪ ਹੋ ਗਿਆ। ਸ਼ਾਇਦ ਉਹਨੂੰ ਲੱਗਿਆ ਕਿ ਮੈਨੂੰ ਇਹ ਗੱਲਾਂ ਕੁੜੀਆਂ ਨਾਲ ਨਹੀਂ ਕਰਨੀਆਂ ਚਾਹੀਦੀਆਂ, ਪਰ ਬੰਦੇ ਤਾਂ ਪਹਿਲਾਂ ਹੀ ਉਹਦਾ ਮਜ਼ਾਕ ਉਡਾਉਂਦੇ ਸਨ। ਫਿਰ ਉਹ ਜਿਵੇਂ ਆਪਣੇ ਆਪ ਨੂੰ ਧੀਰਜ ਦੇਣ ਦੀ ਖਾਤਰ ਆਖਣ ਲੱਗਿਆ ਕਿ ਬਾਰਿਸ਼ ਕੀ ਬੂੰदें ਬਾਦਲੋਂ ਕੋ ਨਹੀਂ ਕਹਿ ਸਕਤੀ ਕਿ ਹਮ ਆਪਕੋ ਨਹੀਂ ਜਾਣਤੇ। ਇਹ ਗੱਲ ਸ਼ਾਇਦ ਉਹ ਬੱਚਿਆਂ ਬਾਰੇ ਸੋਚ ਕੇ ਆਖ ਰਿਹਾ ਸੀ। ਚਾਹ ਪੀਣ ਮਗਰੋਂ ਸਾਨੂੰ ਕੁਝ ਚੰਗੀਆਂ ਕਿਤਾਬਾਂ ਦੇ ਨਾਂ ਦੱਸ ਕੇ ਪੜ੍ਹਨ ਲਈ ਆਖ ਕੇ ਚਲਾ ਗਿਆ। ਸ਼ਾਇਦ ਉਹ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਤਾਂ ਉਂਝ ਹੀ ਕਿਤਾਬਾਂ ਕਤੂਬਾਂ ਬਾਰੇ ਗੱਲਾਂ ਕਰਨ ਲਈ ਆ ਗਿਆ। ਉਹਦੇ ਜਾਣ ਮਗਰੋਂ ਸਵਰਨ ਬੋਲੀ ਕਿ ਭਾਵੁਕ ਹੋ ਕੇ ਕੁੜੀਆਂ ਕਦਮ ਤਾਂ ਚੁੱਕ ਲੈਂਦੀਆਂ ਨੇ,
ਮਗਰੋਂ ਪਛਤਾਉਣਾ ਪੈ ਜਾਂਦਾ ਹੈ। ਉਂਝ ਦੇਖਿਆ ਜਾਏ ਤਾਂ ਪਰੀਆਂ ਵਰਗੀ ਉਸ ਜਰਮਨ ਕੁੜੀ ਨੂੰ ਪਤਾ ਨਹੀਂ ਇਸ ਕਾਲੇ ਕਲੂਟੇ ਮਦਰਾਸੀ 'ਚ ਕੀ ਦਿਸਿਆ ਹੋਏਗਾ। ਮੈਂ ਹੱਸ ਕੇ ਆਖਿਆ ਕਿ ਇਸ਼ਕ ਕਰਨ ਵੇਲੇ ਬੰਦੇ ਨੂੰ ਨਹੀਂ ਦੇਖਦੀਆਂ, ਜੋ ਕੁਝ ਉਹਨਾਂ ਦੇ ਮਨ 'ਚ ਹੁੰਦਾ ਉਹੀ ਬੰਦੇ 'ਚ ਪਾ ਦੇਖੀ ਜਾਂਦੀਆਂ ਨੇ। ਤੇਰਾ ਕਿਸੇ ਨਾਲ ਵਿਆਹ ਨਹੀਂ ਹੋ ਸਕਣਾ ਕਿਉਂਕਿ ਤੈਨੂੰ ਤਾਂ ਹਰ ਗੱਲ ਦਾ ਪਤਾ ਹੈ, ਜੀਤ ਨੇ ਮੈਨੂੰ ਮਜ਼ਾਕ ਕੀਤਾ। ਅੱਜ ਗੱਲਾਂ ਹੀ ਕਰਨੀਆਂ ਨੇ ਜਾਂ ਕੁਝ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ ਹੈ ਕਿ ਨਹੀਂ? ਸਵਰਨ ਬੋਲੀ। ਅੱਜ ਇਉਂ ਕਰਦੇ ਹਾਂ, ਦਾਲ ਚਾਵਲ ਹੀ ਬਣਾ ਲੈਂਦੇ ਹਾਂ, ਜੀਤ ਬੋਲੀ। ਕੀ ਬਿਮਾਰ ਦਾ ਖਾਜਾ? ਸਵਰਨ ਨੇ ਕਿਹਾ। ਚੱਲ ਨਾਲ ਸ਼ੱਕਰ ਘਿਓ ਰਲਾ ਲਵਾਂਗੇ, ਮੈਂ ਆਖਿਆ। ਤੇਰੀਆਂ ਜੱਟਾਂ ਵਾਲੀਆਂ ਆਦਤਾਂ ਨਹੀਂ ਜਾਂਦੀਆਂ, ਸਵਰਨ ਬੋਲੀ। ਮੈਨੂੰ ਨਾ ਜੱਟ ਮਾੜੇ ਲੱਗਦੇ ਨੇ ਨਾ ਜੱਟਾਂ ਵਾਲੀਆਂ ਆਦਤਾਂ। ਜੱਟ ਫਸਲਾਂ ਉਗਾਉਂਦੇ ਨੇ ਤੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਚਲੋ ਛੱਡੋ ਪਰੇ, ਮੈਂ ਆਲੂ ਗੋਭੀ ਦੀ ਸਬਜ਼ੀ ਬਣਾ ਲੈਂਦੀ ਹਾਂ, ਜੀਤ ਬੋਲੀ। ਜੀਤ ਸਬਜ਼ੀ ਲੈਣ ਤੁਰ ਪਈ। ਸਵਰਨ ਆਪਣੇ ਕੱਪੜੇ ਪ੍ਰੈਸ ਕਰਨ ਲੱਗ ਪਈ। ਮੈਂ ਉੱਠ ਕੇ ਆਟਾ ਗੁੰਨਣ ਲੱਗ ਪਈ ਤੇ ਸਵਰਨ ਵੱਲ ਮੂੰਹ ਕਰਕੇ ਆਖਣ ਲੱਗੀ, ਪੋਲੀਟੀਕਲ ਸਾਇੰਸ ਦਾ ਗੰਜਾ ਪ੍ਰੋਫੈਸਰ ਹੈ ਨਾ, ਉਹਨੂੰ ਦੇਖ ਕੇ ਮੇਰਾ ਜਾਣੀ ਜੀ ਕੱਚਾ ਹੋਣ ਲੱਗ ਪੈਂਦਾ। ਤੈਨੂੰ ਫੁੱਲਾਂ ਜਾਦੀ ਨੂੰ ਉਹਦੇ ਗੰਜੇ ਸਿਰ 'ਚ ਕੁਰਬਲ ਕਰਦੀਆਂ ਮੈਲੀਆਂ ਸੋਚਾਂ ਵੀ ਦਿਸ ਜਾਂਦੀਆਂ ਨੇ। ਪਤਾ ਹੈ, ਆਖਦੇ ਨੇ ਬੜੇ ਸਾਲ ਪਹਿਲਾਂ ਉਹਨੇ ਕਿਸੇ ਪਹਾੜਨ ਨਾਲ ਵਿਆਹ ਕਰਵਾਉਣ ਲਈ ਆਪਣੀ ਘਰਵਾਲੀ ਮਾਰ ਦਿੱਤੀ ਸੀ, ਸਵਰਨ ਬੋਲੀ। ਮੈਨੂੰ ਭਾਵੇਂ ਇਸ ਗੱਲ ਦਾ ਪਤਾ ਨਹੀਂ ਸੀ, ਫਿਰ ਵੀ ਉਹ ਬੰਦਾ ਚੰਗਾ ਨਹੀਂ ਸੀ ਲੱਗਦਾ। ਇਉਂ ਹੀ ਹੱਸਦਿਆਂ ਖੇਡਦਿਆਂ ਸਾਡਾ ਵਧੀਆ ਵਕਤ ਲੰਘ ਰਿਹਾ ਸੀ ਜਦੋਂ ਇੱਕ ਦਿਨ ਪਤਾ ਲੱਗਾ ਕਿ ਕੁਝ ਮੀਲਾਂ ਦੀ ਵਿੱਥ ਤੇ ਅੰਧਰੇਟੇ ਵਿੱਚ ਸਰਦਾਰ ਸ਼ੋਭਾ ਸਿੰਘ ਆਰਟਿਸਟ ਦਾ ਘਰ ਹੈ। ਇੱਕ ਦਿਨ ਛੁੱਟੀ ਵਾਲੇ ਦਿਨ ਅਸੀਂ ਜਾਣ ਦੀ ਸਲਾਹ ਬਣਾਈ। ਬੱਸ ਫੜ ਕੇ ਅੰਧਰੇਟੇ ਪੁੱਜ ਗਈਆਂ। ਦਰਖਤਾਂ ਦੇ ਝੁੰਡ 'ਚ ਘਿਰਿਆ ਉਹਨਾਂ ਦਾ ਘਰ ਸੀ। ਇੱਕ ਕਮਰਾ ਉਹਨਾਂ ਦਾ ਸਟੂਡੀਓ ਸੀ, ਜਿੱਥੇ ਅਨੇਕਾਂ ਗੁਰੂਆਂ ਦੀਆਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਪਈਆਂ ਸਨ। ਈਜ਼ਲ ਉੱਤੇ ਅਜੇ ਵੀ ਅੱਧ ਬਣੀ ਤਸਵੀਰ ਆਰਟਿਸਟ ਨੂੰ ਉਡੀਕ ਰਹੀ ਸੀ। ਸਰਦਾਰ ਸ਼ੋਭਾ ਸਿੰਘ ਦੇ ਜਿਉਂਦਿਆਂ ਵੀ ਤੇ ਹੁਣ ਵੀ ਲੋਕ ਉਸ ਥਾਂ ਦੀ ਯਾਤਰਾ ਲਈ ਆਉਂਦੇ ਹਨ। ਅਸੀਂ ਵੀ ਸੋਹਣੀ ਮਹੀਵਾਲ ਦੇ ਚਿੱਤਰ ਦਾ ਇੱਕ ਪ੍ਰਿੰਟ ਖਰੀਦਿਆ। ਉੱਥੇ ਸਾਨੂੰ ਪਤਾ ਲੱਗਿਆ ਕਿ ਮੀਲ ਕੁ ਦੀ ਵਿੱਥ ਤੇ ਨੋਰਾ ਰਿਚਰਡ ਦਾ ਘਰ ਹੈ, ਜਿਹੜੀ ਆਪਣੇ ਪ੍ਰੋਫੈਸਰ ਪਤੀ ਨਾਲ ਪੰਜਾਬ ਆਈ ਸੀ ਤੇ ਮਗਰੋਂ ਇੱਥੇ ਦੀ ਹੋ ਕੇ ਰਹਿ ਗਈ। ਉਹ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਨਾਟਕ ਤਿਆਰ ਕਰਵਾਉਂਦੀ ਤੇ ਫਿਰ ਉਹ ਨਾਟਕ ਇੱਥੇ ਖੇਡੇ ਜਾਂਦੇ। ਇਸੇ ਲਈ ਉਹਨੂੰ ਪੰਜਾਬੀ ਦੀ ਪਹਿਲੀ ਨਾਟਕਕਾਰ ਆਖਿਆ ਜਾਂਦਾ ਹੈ। ਸ਼ਰਧਾਂਜਲੀ ਵਜੋਂ ਪੰਜਾਬੀ ਯੂਨੀਵਰਸਿਟੀ ਨੇ ਉਹਦਾ ਘਰ ਤੇ ਉਹਦੀਆਂ ਨਿੱਕੀਆਂ ਵਸਤਾਂ ਸੰਭਾਲ ਕੇ ਰੱਖ ਲਈਆਂ ਹਨ। ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕਿਸ ਮੁਲਕ 'ਚ ਕਿਸ ਧਰਤੀ 'ਤੇ ਉਹ ਪੈਦਾ ਹੋਈ। ਪਤਾ ਨਹੀਂ ਕਿਹੜੇ ਜਨਮਾਂ ਦੇ ਸੰਸਕਾਰ ਉਹਨੂੰ ਪਹਿਲਾਂ ਲਾਹੌਰ, ਅੰਮ੍ਰਿਤਸਰ, ਫਿਰ ਕਾਂਗੜੇ ਦੀ ਧਰਤੀ 'ਤੇ ਖਿੱਚ ਲਿਆਏ। ਆਖਦੇ ਨੇ ਇੱਕ ਵਾਰੀ ਉਹ ਇੰਗਲੈਂਡ ਵਾਪਸ ਵੀ ਗਈ। ਉੱਥੇ ਉਹਦਾ ਮਨ ਨਾ ਲੱਗਿਆ ਤੇ ਉਹ ਮੁੜ ਇੱਥੇ ਪਰਤ ਆਈ। ਰਸਤੇ 'ਚ ਵਾਪਸ ਆਉਂਦਿਆਂ ਸਵਰਨ ਨੇ ਆਖਿਆ ਕਿ ਇਹ ਤਸਵੀਰ ਸਿਰਫ ਤੇਰੀ ਇਕੱਲੀ ਦੀ ਨਹੀਂ, ਸਾਡੀ ਸਾਰੀਆਂ ਦੀ ਸਾਂਝੀ ਹੈ। ਠੀਕ ਹੈ, ਅਸੀਂ ਆਪਣੇ ਘਰ ਲਗਾ ਲਵਾਂਗੇ, ਫਿਰ ਜਿਹਦਾ ਸਭ ਤੋਂ ਪਹਿਲਾਂ ਵਿਆਹ ਹੋਇਆ ਉਹਨੂੰ ਗਿਫਟ ਦੇ ਦਿਆਂਗੇ, ਮੈਂ ਹੱਸ ਕੇ ਆਖਿਆ। ਸਭ ਤੋਂ ਪਹਿਲਾਂ ਜੀਤ ਦਾ ਹੀ ਹੋਏਗਾ ਕਿਉਂਕਿ ਏਸੇ ਨੇ ਫਰੈਂਡ ਲੱਭਿਆ ਹੋਇਆ, ਮੈਂ ਹੱਸ ਕੇ ਆਖਿਆ। ਤੈਨੂੰ ਕਿਵੇਂ ਪਤਾ ਹੈ? ਉਹਨੇ ਚੌਂਕ ਕੇ ਪੁੱਛਿਆ। ਇੱਕ ਦਿਨ ਜਦੋਂ ਤੁਸੀਂ ਕਾਲਜ ਗਈਆਂ ਹੋਈਆਂ ਸੀ, ਮੈਂ ਬੁਖਾਰ ਕਰਕੇ ਘਰ ਹੀ ਸੀ, ਕਿਸੇ ਦਾ ਫੋਨ ਆਇਆ। ਮੈਂ ਹੌਲੀ ਜਿਹੀ ਆਖਿਆ, ਹੈਲੋ। ਅੱਗੋਂ ਅਗਲਾ ਆਖਣ ਲੱਗਿਆ ਕਿ ਜੀਤ ਤੇਰੀ ਤਬੀਅਤ ਖਰਾਬ ਹੈ, ਤੂੰ ਹੌਲੀ ਆਵਾਜ਼ 'ਚ ਬੋਲ ਰਹੀ ਹੈ। ਮੈਂ ਉਸੇ ਤਰ੍ਹਾਂ ਹੌਲੀ ਦੇ ਕੇ ਆਖਿਆ ਕਿ ਹਾਂ। ਫਿਰ ਉਹ ਮੈਨੂੰ ਜੀਤ ਸਮਝ ਕੇ ਕਿੰਨਾ ਹੀ ਚਿਰ ਗੱਲਾਂ ਕਰਦਾ ਰਿਹਾ ਕਿ ਆਖੇ ਜੀਤ ਬਿਮਾਰ ਨਾ ਹੋਇਆ ਕਰ, ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰ, ਤੈਨੂੰ ਨਹੀਂ ਪਤਾ ਤੂੰ ਮੇਰੇ ਲਈ ਕਿੰਨੀ ਕੀਮਤੀ ਹੈ। ਬਾਹਰ ਜਾਣ ਬਾਰੇ ਸੋਚ ਕੇ ਮੇਰਾ ਜੀਅ ਘਟਣ ਲੱਗ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਤੇਰੇ ਬਿਨਾਂ ਮੈਂ ਜੀ ਨਹੀਂ ਸਕਦਾ। ਉਹ ਬੋਲਦਾ ਗਿਆ। ਮੈਂ ਆਪਣਾ ਹਾਸਾ ਮਸਾ ਰੋਕਿਆ। ਮੈਂ ਫੋਨ ਬੰਦ ਕਰ ਦਿੱਤਾ। ਮੁੜ ਕੇ ਫੋਨ ਫਿਰ ਵੱਜਿਆ, ਫਿਰ ਰੋਕ ਦਿੱਤਾ। ਜਦੋਂ ਮੈਂ ਇਹ ਗੱਲ ਦੱਸੀ, ਸਵਰਨ ਦੀਆਂ ਅੱਖਾਂ 'ਚ ਸ਼ਰਾਰਤ ਸੀ। ਬੋਲੀ, ਜੀਤ, ਉਹਨੂੰ ਇੱਕ ਅੱਧੇ ਦਿਨ ਲਈ ਇੱਥੇ ਬੁਲਾ ਲੈ, ਇੱਥੇ ਗੈਸਟ ਹਾਊਸ 'ਚ ਠਹਿਰ ਜਾਊਗਾ। ਦੇਖੀਏ ਤਾਂ ਸਹੀ ਤੂੰ ਕਿਹੜਾ ਰਾਂਝਾ ਲੱਭਿਆ। ਮੈਂ ਵੀ ਕਹਾਂ, ਕਈ ਵਾਰੀ ਇਹ ਗੱਲ ਕਰਦੀ ਵਿੱਚੇ ਕਿਉਂ ਭੁੱਲ ਜਾਂਦੀ ਹੈ। ਆਪਣੇ ਬਕਸੇ ਨੂੰ ਹਮੇਸ਼ਾ ਜੰਦਰਾ ਕਿਉਂ ਮਾਰੀ ਰੱਖਦੀ ਹੈ ਤੇ ਨਾਵਲ ਕਿਉਂ ਪੜ੍ਹਦੀ ਰਹਿੰਦੀ ਹੈ। ਜੀਤ ਨੂੰ ਕੋਈ ਗੱਲ ਨਹੀਂ ਸੀ ਔੜ ਰਹੀ, ਉਹਦੀ ਜਿਵੇਂ ਚੋਰੀ ਫੜੀ ਗਈ ਸੀ। ਛੱਡੋ ਪਰਾਂ ਇਹ ਗੱਲਾਂ, ਆਖ ਕੇ ਜੀਤ ਕੱਚੀ ਜੀ ਹਾਸੀ ਹੱਸ ਪਈ। ਤੌਲੀਆ ਚੁੱਕ ਕੇ ਬਾਥਰੂਮ 'ਚ ਨਹਾਉਣ ਲਈ ਚਲੀ ਗਈ। ਉਹਨੂੰ ਪਤਾ ਸੀ ਕਿ ਮੈਂ ਤੇ ਸਵਰਨ ਕਿਸੇ ਕੋਲ ਗੱਲ ਨਹੀਂ ਕਰਾਂਗੀਆਂ, ਪਰ ਸਾਨੂੰ ਤਾਂ ਪਤਾ ਲੱਗ ਗਿਆ ਸੀ। ਆਥਣੇ ਸਵਰਨ ਦੇ ਫੌਜੀ ਭਰਾ ਦਾ ਫੋਨ ਆ ਗਿਆ ਕਿ ਮੇਰਾ ਇੱਕ ਵਾਕਫ ਕੱਲ੍ਹ ਨੂੰ ਧਰਮਸ਼ਾਲਾ ਆ ਰਿਹਾ, ਜੇ ਤੈਨੂੰ ਠੀਕ ਲੱਗੇ ਤਾਂ ਮੈਂ ਉਸ ਨਾਲ ਤੇਰੇ ਰਿਸ਼ਤੇ ਦੀ ਗੱਲ ਤੋਰੂੰਗਾ। ਉਹਨੇ ਸਵਰਨ ਨੂੰ ਆਖਿਆ। ਇਹ ਗੱਲ ਸਵਰਨ ਨੇ ਜੀਤ ਤੇ ਮੈਨੂੰ ਦੱਸ ਦਿੱਤੀ। ਉਸ ਦਿਨ ਅਸੀਂ ਘਰ ਨੂੰ ਖੂਬ ਝਾੜਿਆ ਫੁੰਝਿਆ, ਖਾਸ ਮੌਕਿਆਂ ਲਈ ਰੱਖੇ ਨਵੇਂ ਪਰਦੇ ਲਾਏ, ਉੱਪਰੋਂ ਬਾਜ਼ਾਰ 'ਚੋਂ ਜਾ ਕੇ ਵਧੀਆ ਕਰੋਕਰੀ ਖਰੀਦ ਕੇ ਲਿਆਂਦੀ, ਕੁਰਸੀਆਂ ਉੱਪਰ ਰੱਖੀਆਂ, ਗੱਦੀਆਂ ਦੇ ਕਵਰ ਬਦਲੇ, ਚਾਹ ਨਾਲ ਲਗਾਉਣ ਲਈ ਡਰਾਈ ਫਰੂਟਸ ਲਿਆਂਦੇ ਤੇ ਸਵਰਨ ਨੂੰ ਆਖਿਆ ਕਿ ਅਗਲੇ ਦਿਨ
ਉਹ ਚੰਗਾ ਜਿਹਾ ਸੂਟ ਪਾਵੇ। ਅੱਧੇ ਦਿਨ ਸਵਰਨ ਛੁੱਟੀ ਲੈ ਕੇ ਘਰ ਰਹਿ ਗਈ। ਮੈਂ ਤੇ ਜੀਤ ਕਾਲਜ ਪੜ੍ਹਾਉਣ ਲਈ ਚਲੀਆਂ ਗਈਆਂ। ਪਿੱਛੋਂ ਸਵਰਨ ਦੇ ਭਰਾ ਦਾ ਵਾਕਫ ਆਇਆ। ਸਵਰਨ ਨੇ ਚਾਹ ਪਿਲਾਈ, ਗੱਲਾਂ ਬਾਤਾਂ ਵੀ ਕੀਤੀਆਂ, ਇੱਕ ਦੂਜੇ ਬਾਰੇ ਪੁੱਛਿਆ ਵੀ ਤੇ ਦੱਸਿਆ ਵੀ। ਆਥਣੇ ਅਸੀਂ ਤਿੰਨੋਂ ਉਹਨੂੰ ਗੈਸਟ ਹਾਊਸ ਤੱਕ ਛੱਡਣ ਗਈਆਂ, ਜਿੱਥੇ ਉਹਨੇ ਸਵੇਰੇ ਪਠਾਨਕੋਟ ਲਈ ਬੱਸ ਫੜ ਲੈਣੀ ਸੀ। ਆਨੀ ਬਹਾਨੀ ਮੈਂ ਉਹਨੂੰ ਦੱਸਦੀ ਰਹੀ ਕਿ ਸਾਡੇ ਵਿੱਚੋਂ ਸਵਰਨ ਹੀ ਸਭ ਤੋਂ ਵੱਧ ਲਾਇਕ ਹੈ। ਉਹੀ ਵਧੀਆ ਵਧੀਆ ਖਾਣੇ ਬਣਾਉਣਾ ਜਾਣਦੀ ਹੈ, ਉਹ ਪੇਂਟਿੰਗ ਵੀ ਬੜੀ ਵਧੀਆ ਕਰਦੀ ਹੈ। ਮੁਸਕਰਾ ਕੇ ਚੁੱਪਚਾਪ ਸੁਣਦਾ ਰਿਹਾ। ਜਾਣ ਵੇਲੇ ਬੜੀ ਸਾਇਸਤਗੀ ਨਾਲ ਮਿਲਿਆ। ਵਾਪਸ ਆਉਂਦਿਆਂ ਅਸੀਂ ਸਵਰਨ ਨੂੰ ਛੇੜਦੀਆਂ ਰਹੀਆਂ ਕਿ ਭਾਈ ਤਾਂ ਠੀਕ ਠਾਕ ਹੈ, ਤੈਨੂੰ ਪਸੰਦ ਹੈ ਕਿ ਨਹੀਂ। ਉਹ ਆਖਣ ਲੱਗੀ, ਮੈਨੂੰ ਉਹ ਸਾਫ਼ ਸੁਭਾਅ ਦਾ ਨਹੀਂ ਲੱਗਿਆ, ਹਰ ਗੱਲ 'ਚ ਗਿਣਤੀਆਂ ਮਿਣਤੀਆਂ ਕਰਨ ਵਾਲਾ ਲੱਗਦਾ ਹੈ। ਅਜਿਹੇ ਬੰਦੇ ਜ਼ਿੰਦਗੀ 'ਚ ਤਾਂ ਕਾਮਯਾਬ ਹੁੰਦੇ ਨੇ, ਪਰ ਸੁਖੀ ਨਹੀਂ ਹੁੰਦੇ। ਤੂੰ ਇੱਕ ਦਿਨ 'ਚ ਹੀ ਸਾਰੇ ਤੱਤ ਕੱਢ ਲਏ। ਮੈਂ ਆਖਿਆ, ਤੇਰੇ ਵਾਂਗੂ ਮੈਂ ਮੋਢਿਆਂ ਤੇ ਸਿਰ ਦਾ ਪੰਸੇਰੀ ਭਾਰ ਉਹੀ ਨਹੀਂ ਚੁੱਕੀ ਫਿਰਦੀ, ਇਹਨੂੰ ਵਰਤਦੀ ਵੀ ਹਾਂ। ਸਵਰਨ ਨੇ ਮੈਨੂੰ ਮਜ਼ਾਕ ਵਾਂਗ ਆਖਿਆ। ਉਹਨੇ ਫੇਰ ਕਿਹਾ, ਇਸ ਤਰ੍ਹਾਂ ਤੇਰੇ ਮਾਪ ਤੋਲ 'ਚ ਕੋਈ ਨਹੀਂ ਪੂਰਾ ਉਤਰੇਗਾ। ਫਿਰ ਬੈਠੀ ਰਹੀ ਸਾਰੀ ਉਮਰ ਕੁਆਰੀ। ਕਿਸੇ ਖੋਤੇ ਦੀ ਪੂਛ ਫੜੀ ਮਗਰ ਮਗਰ ਤੁਰੀ ਜਾਣ ਨਾਲੋਂ ਕੁਆਰੀ ਰਹਿਣਾ ਕੀ ਮਾੜਾ। ਜਦੋਂ ਇਹਦਾ ਕਿਸੇ ਨਾਲ ਹੋਇਆ ਇਸ਼ਕ ਤਾਂ ਕੋਈ ਖੋਤਾ ਹੀ ਇਹਨੂੰ ਅਰਿਸਟੋਟਲ ਲੱਗਣ ਲੱਗ ਜਾਣਾ। ਜੀਤ ਬੋਲੀ, ਮੈਂ ਤੇਰੇ ਵਾਂਗ ਅੱਖਾਂ ਤੇ ਰੰਗੀਨ ਸ਼ੀਸ਼ੇ ਨਹੀਂ ਚਾੜੇ ਹੋਏ, ਤੇਰੀ ਵੀ ਪਸੰਦ ਦੇਖ ਲਵਾਂਗੇ। ਕਰਦਿਆਂ ਉਹਨੂੰ ਫੋਨ ਵੀ ਜੀਤ ਬਿਮਾਰ ਹੈ, ਆ ਕੇ ਖਬਰ ਲੈ ਜਾ। ਸਵਰਨ ਬੋਲੀ, ਨਾ ਬਾਬਾ ਨਾ, ਐ ਨਾ ਕਰੀ, ਉਹਨੇ ਸੱਚੀਆਂ ਆ ਜਾਣਾ। ਜੀਤ ਬੋਲੀ, ਜੇ ਨਹੀਂ ਵੀ ਕੁਝ ਆਖਾਂਗੇ ਫਿਰ ਵੀ ਉਹਨੇ ਆ ਹੀ ਜਾਣਾ। ਟੈਲੀਫੋਨ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਵਿਚਾਰਾ ਤੇਰੇ ਤੇ ਕਿੰਨਾ ਮਰਦਾ ਹੈ। ਮੈਂ ਹੱਸ ਕੇ ਆਖਿਆ। ਕਈ ਦਿਨ ਉਡੀਕ ਕੇ ਸਵਰਨ ਨੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਜਿਹੜਾ ਤੂੰ ਬੁੱਧੂ ਜਿਹਾ ਭੇਜਿਆ ਸੀ ਮੇਰੇ ਬਾਰੇ ਕੀ ਆਖਦਾ। ਆ ਕੇ ਮੈਨੂੰ ਮਿਲਿਆ ਹੀ ਨਹੀਂ, ਹੁਣ ਤਾਂ ਐਨੂਅਲ ਲੀਵ ਲੈ ਕੇ ਘਰ ਗਿਆ ਹੋਇਆ। ਉਹਦੇ ਭਰਾ ਦਾ ਜਵਾਬ ਸੀ। ਸਵਰਨ ਨੇ ਭਰਾ ਨੂੰ ਆਖਿਆ, ਮੈਨੂੰ ਵੀ ਉਹ ਕੁਝ ਐਵੇਂ ਹੀ ਲੱਗਿਆ, ਨਾਲੇ ਅਸੀਂ ਪਹਿਲਾਂ ਤੇਰਾ ਵਿਆਹ ਕਰਾਂਗੇ। ਮੈਂ ਤਾਂ ਸਗੋਂ ਤੇਰੇ ਨਾਲ ਗੱਲ ਕਰਨੀ ਸੀ ਕਿ ਕਰਨਲ ਮੈਨੂੰ ਆਪਣੀ ਕੁੜੀ ਲਈ ਪੁੱਛ ਰਿਹਾ ਸੀ। ਕੁੜੀ ਸੋਹਣੀ ਹੈ, ਸਮਾਰਟ ਵੀ ਹੈ ਤੇ ਪੜ੍ਹੀ ਲਿਖੀ ਵੀ ਹੈ। ਇੱਕੋ ਗੱਲ ਦਾ ਮੈਨੂੰ ਡਰ ਲੱਗਦਾ ਕਿ ਪਾਪਾ ਨਾਰਾਜ਼ ਨਾ ਹੋ ਜਾਣ ਕਿ ਉਹ ਹਿੰਦੂ ਨੇ। ਭਰਾ ਨੇ ਕਿਹਾ, ਜੇ ਕਰਨਲ ਜੱਟਾਂ ਦੇ ਘਰ ਕਰਨ ਨੂੰ ਤਿਆਰ ਹੈ ਤਾਂ ਕੀ ਹਰਜ ਹੈ। ਨਾਲੇ ਮੈਂ ਉਹਨਾਂ ਨੂੰ ਸਮਝਾ ਦਿਆਂਗੀ ਕਿ ਅੱਜ ਕੱਲ੍ਹ ਲੋਕ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਟੈਲੀਫੋਨ ਰੱਖ ਕੇ ਸਵਰਨ ਸਾਡੇ ਨਾਲ ਚਾਹ ਪੀਣ ਬੈਠ ਗਈ ਤੇ ਬੋਲੀ, ਅੱਜ ਕੱਲ੍ਹ ਚੰਗੇ ਲੜਕੇ ਲੱਭਣਾ ਹੀ ਪ੍ਰੋਬਲਮ ਨਹੀਂ, ਸਗੋਂ ਚੰਗੀਆਂ ਕੁੜੀਆਂ ਲੱਭਣੀਆਂ ਵੀ ਪ੍ਰੋਬਲਮ ਹੈ। ਉਨੀ ਦੇਰ ਹੀ ਪ੍ਰੋਬਲਮ ਹੈ ਜਦ ਤੱਕ ਇਹ ਕੰਮ ਮਾਪੇ ਕਰਦੇ ਨੇ। ਬਾਹਰਲੇ ਮੁਲਕਾਂ 'ਚ ਕੋਈ ਪ੍ਰੋਬਲਮ ਨਹੀਂ, ਮੁੰਡਾ ਕੁੜੀ ਆਪੇ ਇੱਕ ਦੂਜੇ ਨੂੰ ਲੱਭ ਲੈਂਦੇ ਨੇ। ਜੀਤ ਬੋਲੀ, ਤੂੰ ਤਾਂ ਆਪਣੇ ਘਰ ਲਈ ਬਹੁਤ ਹੀ ਸੌਖਾ ਕਰ ਦਿੱਤਾ। ਸਵਰਨ ਨੇ ਹੱਸ ਕੇ ਕਿਹਾ, ਘਰਦਿਆਂ ਨੂੰ ਅਜੇ ਪਤਾ ਨਹੀਂ ਸਾਡੇ ਰਿਸ਼ਤੇ ਦਾ ਹਾਲੇ ਕੀ ਬਣਨਾ ਹੈ। ਜੀਤ ਬੋਲੀ, ਕਿਉਂ, ਕੀ ਪ੍ਰੋਬਲਮ ਹੈ। ਸਵਰਨ ਨੇ ਪੁੱਛਿਆ। ਮੈਰਿਜ ਤੋਂ ਪਹਿਲਾਂ ਉਹਨੇ 2 ਸਾਲ ਲਈ ਇੰਗਲੈਂਡ ਪੜ੍ਹਾਈ ਕਰਕੇ ਆਉਣੀ ਹੈ। ਇੱਧਰ ਸਾਡੇ ਘਰਦਿਆਂ ਨੂੰ ਕਾਹਲੀ ਪਈ ਹੋਈ ਹੈ ਵੀ ਜਿਹੜਾ ਵੀ ਚੱਜ ਦਾ ਮੁੰਡਾ ਮਿਲਦਾ ਵਿੱਚੋਂ ਕੰਮ ਮੁਕਾਓ। ਜੀਤ ਬੋਲੀ, ਚੱਲ ਘਰਦਿਆਂ ਦੀ ਆਖੇ ਜਿਹੜਾ ਵੀ ਤੈਨੂੰ ਪਸੰਦ ਕਰਨ ਆਇਆ ਕਰੂ, ਆਪਾਂ ਸਵਰਨ ਨੂੰ ਸੱਦ ਲਿਆ ਕਰਾਂਗੇ। ਇਹ ਬਥੇਰੀ ਛਾਣਬੀਣ ਕਰਕੇ ਘਰਦਿਆਂ ਨੂੰ ਦੱਸ ਦਿਆ ਕਰੂਗੀ ਵੀ ਇਹ ਮੁੰਡਾ ਠੀਕ ਨਹੀਂ। ਮੈਂ ਹੱਸ ਕੇ ਆਖਿਆ। ਇਸ ਤਰ੍ਹਾਂ ਸਮਾਂ ਲੰਘੀ ਜਾ ਰਿਹਾ ਸੀ। ਇੱਕ ਦਿਨ ਸਵਰਨ ਦੇ ਅੰਮ੍ਰਿਤਸਰ ਦੀ ਬਦਲੀ ਦੇ ਆਰਡਰ ਆ ਗਏ। ਉਹ ਤਾਂ ਖੁਸ਼ ਸੀ ਕਿ ਆਪਣੇ ਸ਼ਹਿਰ ਚਲੀ ਜਾਏਗੀ, ਪਰ ਮੈਨੂੰ ਤੇ ਜੀਤ ਨੂੰ ਬੜਾ ਔਖਾ ਲੱਗ ਰਿਹਾ ਸੀ। ਜੀਤ ਨੇ ਵੀ ਆਪਣੇ ਉਸੇ ਪ੍ਰਿੰਸੀਪਲ ਨੂੰ ਸਾਡੀ ਬਦਲੀ ਕਰਵਾਉਣ ਲਈ ਆਖ ਦਿੱਤਾ। ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਜਦੋਂ ਉਹਨੇ ਸਾਡੀ ਬਦਲੀ ਨਾਭੇ ਦੀ ਕਰਵਾ ਦਿੱਤੀ। ਅੰਗ 5ਵਾਂ। ਇੱਕ ਦਿਨ ਅਚਾਨਕ ਸਾਨੂੰ ਚੰਡੀਗੜ੍ਹ ਤੋਂ ਫਿਜ਼ਾ ਆਪਣੇ ਵਿਆਹ ਦਾ ਸੱਦਾ ਪੱਤਰ ਦੇਣ ਆਈ। ਕੈਸਾ ਹੈ ਲੜਕਾ, ਮੈਂ ਪੁੱਛਿਆ। ਆ ਕੇ ਦੇਖ ਲੈਣਾ, ਫਿਜ਼ਾ ਬੋਲੀ। ਫਿਜ਼ਾ ਦੀ ਚੁਆਇਸ ਵਧੀਆ ਹੀ ਹੋਏਗੀ, ਜੀਤ ਨੇ ਕਿਹਾ। ਇਹ ਤਾਂ ਦੱਸ ਦੇ ਕਿ ਲੜਕਾ ਕਰਦਾ ਕੀ ਹੈ, ਮੈਂ ਪੁੱਛਿਆ। ਏਅਰ ਇੰਡੀਆ 'ਚ ਪਾਇਲਟ ਹੈ, ਉਹਨੇ ਕਿਹਾ। ਫਿਰ ਤਾਂ ਮੌਜਾਂ ਹੀ ਮੌਜਾਂ ਨੇ, ਦੁਨੀਆ ਦੇ ਹਰੇਕ ਮੁਲਕ 'ਚ ਜਾ ਸਕੇਂਗੀ। ਪਾਇਲਟ ਸਾਹਿਬ ਦੀ ਵਾਈਫ ਨੂੰ ਐਗਜ਼ੈਕਟਿਵ ਕਲਾਸ 'ਚ ਸੀਟ ਮਿਲਿਆ ਕਰੂਗੀ। ਏਅਰ ਹੋਸਟੈਸਾਂ ਸ਼ੈਂਪੇਨ ਦੇ ਗਲਾਸ ਚੁੱਕੀ ਅੱਗੇ ਪਿੱਛੇ ਘੁੰਮਣਗੀਆਂ। ਹਰ ਇੱਕ ਮੁਲਕ ਦੀ ਏਅਰਪੋਰਟ 'ਤੇ ਡਿਊਟੀ ਫਰੀ ਕੀਮਤੀ ਚੀਜ਼ਾਂ ਜਿੰਨੀਆਂ ਮਰਜ਼ੀ ਖਰੀਦਦੀ ਰਹੇਂਗੀ। ਮੈਨੂੰ ਤਾਂ ਤੇਰੇ ਨਾਲ ਜੈਲਸੀ ਹੋ ਰਹੀ ਹੈ, ਜੀਤ ਨੇ ਹੱਸ ਕੇ ਆਖਿਆ। ਜੈਲਸੀ ਦੀ ਕੀ ਗੱਲ ਹੈ, ਤੂੰ ਕਰਵਾ ਲੈ ਉਹਦੇ ਨਾਲ ਵਿਆਹ, ਮੈਂ ਹੋਰ ਲੱਭ ਲਵਾਂਗੀ। ਫਿਜ਼ਾ ਨੇ ਹੱਸ ਕੇ ਕਿਹਾ। ਜਿਹਨੇ ਤੈਨੂੰ ਚੁਣਿਆ ਹੈ ਉਹ ਭਲਾ ਮੈਨੂੰ ਕਿਵੇਂ ਚੁਣੇਗਾ, ਹੱਸ ਕੇ ਜੀਤ ਨੇ ਕਿਹਾ। ਇਹ ਜ਼ਿੰਮੇਵਾਰੀ ਮੇਰੀ, ਮੈਂ ਉਹਨੂੰ ਆਖਾਂਗੀ ਕਿ ਵਿਆਹ ਤੂੰ ਜੀਤ ਨਾਲ ਕਰ ਲੈ ਤੇ ਮੈਂ ਤੇਰੀ ਫਰੈਂਡ ਰਹਾਂਗੀ। ਇਉਂ ਆਪਾਂ ਦੋਵੇਂ ਉਹਨੂੰ ਸ਼ੇਅਰ ਕਰ ਲਿਆ ਕਰਾਂਗੇ। ਨਾ ਬਾਬਾ ਨਾ, ਮੈਂ ਤਾਂ ਆਪਣਾ ਹਸਬੈਂਡ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ। ਮੈਨੂੰ ਤਾਂ ਆਪਣਾ ਹਸਬੈਂਡ ਸਾਬਤੇ ਦਾ ਸਾਬਤਾ ਚਾਹੀਦਾ ਹੈ, ਜੀਤ ਨੇ ਕਿਹਾ।
ਇਸ ਭੁਲੇਖੇ 'ਚ ਨਾ ਰਹੀ, ਹਿਸਾਬ ਦੇ ਬੰਦੇ ਲੱਭਣੇ ਔਖੇ ਨੇ। ਤੂੰ 15 ਦਿਨ ਪਹਿਲਾਂ ਹੀ ਕਾਰਡ ਵੰਡਣੇ ਸ਼ੁਰੂ ਕਰਤੇ, ਮੈਂ ਕਿਹਾ, ਤਾਂ ਜੋ ਵਿਆਹ ਦੀ ਤਿਆਰੀ ਤੁਸੀਂ ਚੰਗੀ ਤਰ੍ਹਾਂ ਕਰ ਸਕੋ। ਸਾਡਾ ਕੀ ਹੈ, ਅਸੀਂ ਤਾਂ ਇੱਕ ਨਵਾਂ ਸੂਟ ਸਿਲਵਾਉਣਾ ਹੈ, ਤਿਆਰੀ ਤਾਂ ਤੇਰੀ ਹੈ, ਮੈਂ ਕਿਹਾ। ਚੰਡੀਗੜ੍ਹ 'ਚ ਤਿਆਰੀ ਕੋਈ ਔਖੀ ਨਹੀਂ, ਸੋਚਿਆ ਇਕੱਠੇ ਹੀ ਤਿਆਰੀ ਕਰਾਂਗੇ, ਨਾਲੇ ਪਤਾ ਲੱਗ ਜੂ ਕਿ ਉਹਦੀ ਪਸੰਦ ਕੀ ਹੈ, ਫਿਜ਼ਾ ਨੇ ਆਖਿਆ। ਘੰਟਾ ਕੁ ਫਿਜ਼ਾ ਸਾਡੇ ਕੋਲ ਰਹੀ, ਖੁਸ਼ੀ ਉਹ ਤੋਂ ਸਾਂਭੀ ਨਹੀਂ ਸੀ ਜਾਂਦੀ। ਜੀਤ ਅੱਗੋਂ ਬੋਲੀ, ਤੇਰਾ ਜ਼ਿੰਦਗੀ 'ਚ ਕੁਝ ਨਹੀਂ ਬਣਨਾ। ਇੰਨਾ ਸੋਚਣ ਵਾਲੀ ਲੜਕੀ ਸਾਰੀ ਉਮਰ ਸੋਚਦੀ ਰਹਿ ਜਾਂਦੀ ਹੈ। ਪਰ ਮੈਂ ਹੈਰਾਨ ਆ ਕਿ ਤੂੰ ਦੂਜਿਆਂ ਬਾਰੇ ਇੰਨਾ ਸੋਚਦੀ ਹੈ, ਆਪਣੇ ਬਾਰੇ ਕਦੇ ਕਿਉਂ ਨਹੀਂ ਸੋਚਦੀ? ਮੈਨੂੰ ਲੱਗਦਾ ਜੀਤ, ਮੈਂ ਕਿਸੇ ਹੋਰ ਸਦੀ ਉੱਤੇ, ਕਿਸੇ ਹੋਰ ਨਕਸ਼ਤਰ 'ਚੋਂ ਇਸ ਧਰਤੀ 'ਤੇ ਆ ਗਈ ਹਾਂ। ਸ਼ਾਇਦ ਮੇਰੀ ਮਾਂ ਦੀ ਪਾਠ ਪੂਜਾ ਹੀ ਮੈਨੂੰ ਆਪਣੇ ਲਈ ਕਿਧਰੋਂ ਲੱਭ ਲਿਆਈ ਹੈ। ਇਸ ਲਈ ਸੁੱਤੀ ਪਈ ਹੋਈ ਮੈਂ ਆਪਣੇ ਆਪ ਤੋਂ ਪਾਰ ਲੰਘ ਕੇ ਪਤਾ ਨਹੀਂ ਬੱਦਲਾਂ 'ਚ ਉੱਡਦੀ ਅਗਾਂਹ ਲੰਘ ਜਾਂਦੀ ਹਾਂ। ਮੈਨੂੰ ਲੱਗਦਾ ਹੀ ਨਹੀਂ ਇੱਥੇ ਕੁਝ ਵੀ ਮੇਰਾ। ਇਸੇ ਲਈ ਨਾ ਕਿਸੇ ਚੀਜ਼ ਨਾਲ ਮੋਹ ਹੈ, ਨਾ ਕਿਸੇ ਬੰਦੇ ਨਾਲ, ਮੈਂ ਆਖਿਆ। ਜੀਤ ਹੱਸ ਕੇ ਆਖਣ ਲੱਗੀ ਕਿ ਤੂੰ ਅੰਦਰੋਂ ਮਰ ਚੁੱਕੀ ਹੈ। ਪਰਸੋਂ ਮੈਨੂੰ ਪ੍ਰੋਫੈਸਰ ਗੁਰਚਰਨ ਆਖਦਾ ਸੀ, ਤੇਰੀ ਸਹੇਲੀ ਜੇ ਮੰਨੇ ਮੈਂ ਉਸ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਮੈਂ ਆਖਿਆ, ਤੂੰ ਉਹਨੂੰ ਆਖਣਾ ਸੀ ਕਿ ਉਹੀ ਨਾ ਆਪਣੇ ਆਪ ਨੂੰ ਰਾਂਝਾ ਸਮਝੀ ਜਾਏ, ਆਪਣੀ ਬੁੱਧੀ ਦੇਖੀ ਹੈ। ਲੈ, ਚੰਗਾ ਭਲਾ ਉਹ ਬੰਦਾ, ਐਡੀ ਵੱਡੀ ਉਹਦੀ ਕੋਠੀ ਹੈ, ਕਾਰ ਹੈ। ਮੈਂ ਕੋਠੀ ਨਾਲ ਵਿਆਹ ਕਰਨਾ ਜਾਂ ਕਾਰ ਨਾਲ? ਮੈਂ ਹੱਸ ਕੇ ਜੀਤ ਨੂੰ ਆਖਿਆ। ਚੱਲ ਤੂੰ ਦੱਸ ਦੇ ਕਿਸ ਤਰ੍ਹਾਂ ਦੇ ਬੰਦੇ ਨਾਲ ਵਿਆਹ ਕਰਨਾ, ਆਪਾਂ ਰੱਬ ਨੂੰ ਉਸ ਵਰਗਾ ਬੰਦਾ ਬਣਾਉਣ ਦਾ ਆਰਡਰ ਦੇ ਦਿੰਦੇ ਹਾਂ। ਜਿਹੜੇ ਬੰਦੇ ਦਾ ਤੂੰ ਆਰਡਰ ਦੇਂਗੀ ਉਸ ਨਾਲ ਤਾਂ ਅਗਲੇ ਜਨਮ 'ਚ ਵਿਆਹ ਹੋਏਗਾ। ਕੀ ਕੋਈ ਸੱਚਮੁੱਚ ਅਗਲਾ ਜਨਮ ਹੁੰਦਾ? ਮੈਂ ਤਾਂ ਜ਼ਰੂਰ ਮੰਨਦੀ ਹਾਂ, ਪਰ ਹੁੰਦਾ ਹੈ ਜਾਂ ਨਹੀਂ ਇਹ ਨਹੀਂ ਪਤਾ। ਦਿਨ ਚੜ੍ਹਦਾ, ਕਲਾਸਾਂ ਲੱਗਦੀਆਂ, ਆਥਣ ਹੁੰਦੀ, ਅਸੀਂ ਘਰ ਪਰਤ ਕੇ ਨਿੱਤ ਪ੍ਰਤੀ ਦੇ ਜੀਵਨ 'ਚ ਖੋ ਜਾਂਦੀਆਂ। ਹਫ਼ਤਾ ਕੁ ਰਹਿ ਗਿਆ ਸੀ ਫਿਜ਼ਾ ਦੇ ਵਿਆਹ ਨੇੜੇ, ਜਦੋਂ ਫਿਜ਼ਾ ਦਾ ਫੋਨ ਆਇਆ ਕਿ ਵਿਆਹ ਕੈਂਸਲ ਹੋ ਗਿਆ। ਮੈਨੂੰ ਤੇ ਜੀਤ ਨੂੰ ਜਿਵੇਂ ਝਟਕਾ ਜਿਹਾ ਲੱਗਿਆ। ਕਈ ਵਾਰੀ ਫੋਨ ਕਰਕੇ ਫਿਜ਼ਾ ਨੂੰ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਝ ਨਹੀਂ ਸੀ ਦੱਸ ਰਹੀ। ਸਗੋਂ ਦੀ ਆਵਾਜ਼ ਤੋਂ ਲੱਗਦਾ ਸੀ ਉਹ ਜਿਵੇਂ ਰੋ ਕੇ ਹਟੀ ਹੈ। ਮੈਂ ਜੀਤ ਨੂੰ ਆਖਿਆ ਕਿ ਆਪਾਂ ਚੰਡੀਗੜ੍ਹ ਚੱਲਦੇ ਹਾਂ, ਕਾਰਡ ਉੱਪਰ ਡਰੈਸ ਲਿਖਿਆ ਹੋਇਆ, ਕਿਤੇ ਉਹ ਭਾਵੁਕ ਹੋ ਕੇ ਕੁਝ ਕਰ ਹੀ ਨਾ ਬੈਠੇ। ਉਹ ਭਾਵੁਕ ਹੋਣ ਵਾਲੀ ਨਹੀਂ, ਜੀਤ ਨੇ ਆਖਿਆ, ਪਰ ਫਿਰ ਵੀ ਅਸੀਂ ਚੰਡੀਗੜ੍ਹ ਉਹਦੀ ਕੋਠੀ 'ਚ ਚਲੀਆਂ ਗਈਆਂ। ਫਿਜ਼ਾ ਆਪਣੇ ਕਮਰੇ 'ਚ ਸੀ, ਅਸੀਂ ਡਰਾਇੰਗ ਰੂਮ 'ਚ ਉਹਦੀ ਮਾਂ ਕੋਲ ਬੈਠ ਗਈਆਂ। ਨੌਕਰ ਨੂੰ ਚਾਹ ਲਿਆਉਣ ਲਈ ਆਖ ਕੇ ਉਹਦੀ ਮਾਂ ਫਿਜ਼ਾ ਨੂੰ ਬੁਲਾਉਣ ਲਈ ਚਲੀ ਗਈ। ਫਿਜ਼ਾ ਆ ਗਈ, ਇੰਨੇ ਨੂੰ ਉਹਦਾ ਭਰਾ ਵੀ ਆ ਗਿਆ ਤੇ ਉਹਦੇ ਨਾਲ ਸੋਫੇ 'ਤੇ ਬੈਠ ਕੇ ਉਹਦੇ ਦੁਆਲੇ ਬਾਂਹ ਲਾ ਕੇ ਆਖਣ ਲੱਗਾ ਕਿ ਚੰਗਾ ਹੋਇਆ ਕਿ ਗੱਲ ਵਿਆਹ ਤੋਂ ਪਹਿਲਾਂ ਪਤਾ ਲੱਗ ਗਈ। ਤੂੰ ਤਾਂ ਲੱਕੀ ਹੈ, ਵਿਆਹ ਤੋਂ ਮਗਰੋਂ ਉਹਨੇ ਤੈਨੂੰ ਕਿੰਨਾ ਖੁਆਰ ਕਰਨਾ ਸੀ। ਅੱਗੇ ਮਾਂ ਨੇ ਕਿਹਾ ਉਹਦੇ ਪਾਪਾ ਮੇਰੇ ਹਸਬੈਂਡ ਦੇ ਹੀ ਫਰੈਂਡ ਨੇ, ਬੜੀਆਂ ਮਾਫੀਆਂ ਮੰਗਦੇ ਗਏ ਨੇ। ਆਖਦੇ ਸਨ ਕਿ ਚੁੱਪਚਾਪ ਜਹਾਜ਼ ਫੜ ਕੇ ਮੁੰਬਈ ਚਲਾ ਗਿਆ ਤੇ ਉੱਥੇ ਪਹੁੰਚ ਕੇ ਫੋਨ ਕਰ ਦਿੱਤਾ ਕਿ ਮੈਂ ਵਿਆਹ ਨਹੀਂ ਕਰਨਾ। ਉਹਦੇ ਘਰਦਿਆਂ ਨੂੰ ਵੀ ਸਮਝ ਨਹੀਂ ਲੱਗੀ ਕਿ ਕੀ ਹੋ ਗਿਆ। ਹੋ ਸਕਦਾ ਉਹਦਾ ਕਿਸੇ ਨਾਲ ਅਫੇਅਰ ਹੋਵੇ ਤੇ ਅਗਲੀ ਨੇ ਕੋਈ ਅਜਿਹੀ ਧਮਕੀ ਦਿੱਤੀ ਹੋਵੇ ਜਿਹਦਾ ਇਹਨਾਂ ਕੋਲ ਕੋਈ ਹੱਲ ਨਾ ਹੋਵੇ। ਚਾਹ ਆ ਗਈ। ਚਾਹ ਪੀਂਦਿਆਂ ਦੇਖਿਆ ਬੜਾ ਸੋਹਣਾ ਘਰ ਸੀ, ਘਰ ਦੀ ਹਰ ਚੀਜ਼ ਵਧੀਆ ਸਟੈਂਡਰਡ ਦੀ ਸੀ। ਹੁਣ ਆਪਣਾ ਮੂਡ ਠੀਕ ਕਰ ਲੈ, ਦਫਾ ਕਰ ਅਜਿਹੇ ਬੰਦੇ ਨੂੰ ਜਿਸ ਬੰਦੇ ਨੂੰ ਆਪਣੇ ਫੈਸਲੇ 'ਤੇ ਖਲੋਣ ਦੀ ਹਿੰਮਤ ਨਹੀਂ। ਮੁੰਬਈ 'ਚ ਛੋਟੀਆਂ-ਮੋਟੀਆਂ ਐਕਟਰੈਸਾਂ, ਮਾਡਲ ਕੁੜੀਆਂ ਤੇ ਹੋਰ ਵਿਗੜੀਆਂ ਰਈਸਜ਼ਾਦੀਆਂ ਅਜਿਹੇ ਪਾਇਲਟਾਂ ਦਾ ਦਿਮਾਗ ਖਰਾਬ ਕਰ ਦਿੰਦੀਆਂ ਨੇ, ਫਿਜ਼ਾ ਦੀ ਮਾਂ ਨੇ ਕਿਹਾ। ਉਹਦਾ ਭਰਾ ਵੀ ਉੱਠ ਕੇ ਬਾਹਰ ਨੂੰ ਚਲਾ ਗਿਆ। ਫਿਜ਼ਾ ਸਾਨੂੰ ਆਪਣੇ ਕਮਰੇ 'ਚ ਲੈ ਗਈ। ਇੱਕ ਪਾਸੇ ਫਰਿੱਜ ਰੱਖਿਆ ਸੀ, ਖੂਬਸੂਰਤ ਬੈੱਡ ਲੱਗਿਆ ਸੀ। ਸਾਰਾ ਕਮਰਾ ਕਰੀਨੇ ਨਾਲ ਸਜਿਆ ਹੋਇਆ ਸੀ, ਰੰਗੀਨ ਤੇ ਕੀਮਤੀ ਪਰਦੇ, ਕੀਮਤੀ ਕਾਰਪੈਟ ਨਾਲ ਕਮਰਾ ਸਜਿਆ ਸੀ। ਫਿਜ਼ਾ ਆਪਣੇ ਬੈੱਡ 'ਤੇ ਟੇਢੀ ਜਿਹੀ ਹੋ ਕੇ ਬੈਠ ਗਈ। ਜੀਤ ਉਹਦੇ ਕੋਲ ਹੀ ਬੈਠ ਗਈ। ਮੈਂ ਗੱਦੇਦਾਰ ਕੁਰਸੀ 'ਤੇ ਬੈਠ ਗਈ। ਜੀਤ ਨੇ ਫਿਜ਼ਾ ਦਾ ਹੱਥ ਫੜ ਕੇ ਪੁੱਛਿਆ, ਸਭ ਕੁਝ ਤਾਂ ਵਧੀਆ ਸੀ, ਫਿਰ ਕੀ ਹੋਇਆ? ਫਿਜ਼ਾ ਨੇ ਕਿਹਾ, ਮੈਂ ਤੇ ਕਮਲ ਇੱਕ ਦਿਨ ਸ਼ਾਪਿੰਗ ਕਰਨ ਗਏ ਸੀ। ਉੱਥੇ ਸਾਨੂੰ ਇੱਕ ਲੇਡੀ ਡਾਕਟਰ ਹਰਲੀਨ ਮਿਲ ਗਈ। ਉਹਨੇ ਮੇਰੀ ਲੇਡੀ ਡਾਕਟਰ ਨਾਲ ਮੁਲਾਕਾਤ ਕਰਵਾਈ ਤੇ ਮੈਨੂੰ ਦੱਸਿਆ ਕਿ ਡਾਕਟਰ ਸਾਹਿਬਾ ਮੇਰੀ ਆਂਟੀ ਨੇ। ਉਹ ਬਿਨਾਂ ਖਰੀਦੇ ਉਸ ਦੁਕਾਨ 'ਚੋਂ ਚਲੀ ਗਈ। ਇੱਕਦਮ ਮੈਨੂੰ ਝਟਕਾ ਜਿਹਾ ਲੱਗਿਆ, ਕਿਉਂਕਿ ਇੱਕ ਵਾਰੀ ਮੈਂ ਉਹਦੇ ਕਲੀਨਿਕ 'ਚ ਗਈ ਸੀ। ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਕਮਲ ਦੀ ਭੂਆ ਸੀ। ਉਹ ਚੁੜੈਲ ਨੇ ਉਸੇ ਸ਼ਾਮ ਕਮਲ ਨੂੰ ਆਪਣੇ ਘਰ ਬੁਲਾ ਕੇ ਪਤਾ ਨਹੀਂ ਕੀ ਕੁਝ ਦੱਸਿਆ। ਉਹਨੇ ਮੇਰੇ ਕੋਲੋਂ ਫੋਨ ਕਰਕੇ ਪੁੱਛਿਆ ਕਿ ਤੂੰ ਆਂਟੀ ਦੇ ਕਲੀਨਿਕ ਗਈ ਸੀ। ਮੈਂ ਆਖ ਦਿੱਤਾ ਕਿ ਹਾਂ। ਮੈਨੂੰ ਨਹੀਂ ਸੀ ਪਤਾ ਕਿ ਉਹ ਐਡਾ ਨੈਰੋ ਮਾਈਂਡਡ ਹੋਏਗਾ। ਉਹ ਆਪ ਜਿਵੇਂ ਦੁੱਧ ਦਾ ਧੋਤਾ ਹੋਵੇ। ਕੁਝ ਚਿਰ ਰੁਕ ਕੇ ਫਿਜ਼ਾ ਫੇਰ ਬੋਲੀ। ਅਗਲੀ ਸਵੇਰ ਉਹ ਮੁੰਬਈ ਨੂੰ ਫਲਾਈ ਕਰ ਗਿਆ। ਘਰਦਿਆਂ ਨੂੰ ਫੋਨ ਕਰ ਗਿਆ ਕਿ ਮੈਂ ਵਿਆਹ ਨਹੀਂ ਕਰਨਾ। ਮੇਰੇ ਪਾਪਾ ਨੂੰ ਬਹੁਤ ਗੁੱਸਾ ਚੜਿਆ ਕਿ ਮੈਂ ਮੁੰਬਈ ਜਾ ਕੇ ਪੁੱਛਦਾ, ਪਰ ਮੈਂ ਮਨਾ ਕਰ ਦਿੱਤਾ ਤੇ ਆਖਿਆ ਕਿ ਹੁਣ ਜੇ ਉਹ ਮੇਰੇ ਨਾਲ ਵਿਆਹ ਕਰਨਾ ਵੀ ਚਾਹੇ ਤਾਂ ਵੀ ਨਹੀਂ ਕਰਾਂਗੀ।
ਮੈਨੂੰ ਕੁਛ ਨਹੀਂ ਸੀ ਸੁੱਝ ਰਿਹਾ ਮੈਂ ਕੀ ਆਖਾਂ। ਥੋੜ੍ਹੀ ਦੇਰ ਮਗਰੋਂ ਫਿਜ਼ਾ ਨੇ ਮੂੰਹ ਹੱਥ ਧੋਤਾ ਤੇ ਸਾਨੂੰ ਆਖਣ ਲੱਗੀ ਕਿ ਚਲੋ ਤੁਹਾਨੂੰ ਚੰਡੀਗੜ੍ਹ ਘੁਮਾ ਲਿਆਵਾਂ। ਅਸੀਂ ਉੱਠ ਖੜੀਆਂ ਹੋਈਆਂ। ਉਹਨੇ ਮਾਂ ਨੂੰ ਆਵਾਜ਼ ਮਾਰ ਕੇ ਕਿਹਾ ਅਸੀਂ ਚੰਡੀਗੜ੍ਹ ਘੁੰਮਣ ਚੱਲੇ ਹਾਂ ਮਾਂ। ਤਾਂ ਉਹਦੀ ਮਾਂ ਨੇ ਕਿਹਾ ਕਿ ਖਾਣਾ ਤਿਆਰ ਹੈ, ਖਾ ਕੇ ਜਾਇਓ। ਅੱਗੋਂ ਫਿਜ਼ਾ ਨੇ ਉੱਤਰ ਦਿੱਤਾ ਕਿ ਖਾਣੇ ਦਾ ਹਾਲੇ ਵਕਤ ਨਹੀਂ ਹੋਇਆ, ਅਸੀਂ ਬਾਹਰੋਂ ਹੀ ਕੁਝ ਖਾ ਲਵਾਂਗੇ। ਗੈਰੇਜ 'ਚੋਂ ਗੱਡੀ ਕੱਢੀ ਤੇ ਚੰਡੀਗੜ੍ਹ ਲਈ ਅਸੀਂ ਰਵਾਨਾ ਹੋ ਗਏ। ਅਲੱਗ-ਅਲੱਗ ਥਾਵਾਂ ਦੀ ਸੈਰ ਕਰਵਾਉਣ ਤੋਂ ਬਾਅਦ ਇੱਕ ਰੈਸਟੋਰੈਂਟ 'ਚ ਖਾਣਾ ਖਵਾਉਣ ਲਈ ਲੈ ਗਈ। ਫਿਰ 17 ਸੈਕਟਰ ਕਿਤਾਬਾਂ ਦੀ ਦੁਕਾਨ ਤੋਂ ਉਹਨੇ ਵਧੀਆ 94 ਕਿਤਾਬਾਂ ਦਾ ਸੈੱਟ ਖਰੀਦ ਲਿਆ। ਫਿਰ ਉਹਨੇ ਮਿਊਜ਼ਿਕ ਦੀ ਦੁਕਾਨ ਤੋਂ ਵਰਲਡ ਫੇਮਸ ਅੰਗਰੇਜ਼ੀ ਫਿਲਮਾਂ ਦੀਆਂ 20 ਕੈਸਟਾਂ ਖਰੀਦੀਆਂ। ਅੱਜ ਤਾਂ ਰਹੂੰਗੀ ਆ ਨਾ? ਫਿਜ਼ਾ ਨੇ ਸਾਨੂੰ ਪੁੱਛਿਆ। ਨਹੀਂ, ਹੁਣ ਤੂੰ ਸਾਨੂੰ ਬੱਸ ਸਟੈਂਡ ਤੱਕ ਛੱਡ ਆ, ਜੀਤ ਨੇ ਕਿਹਾ। ਉਹ ਬੋਲੀ ਘਰ ਤੱਕ ਚੱਲਦੇ ਹਾਂ, ਮੈਂ ਉੱਥੇ ਉਤਰ ਜਾਵਾਂਗੀ, ਡਰਾਈਵਰ ਤੁਹਾਨੂੰ 90 ਛੱਡ ਆਏਗਾ। ਕੋਈ ਨਹੀਂ, ਅਸੀਂ ਬੱਸ 'ਤੇ ਚਲੀਆਂ ਜਾਵਾਂਗੇ, ਮੈਂ ਕਿਹਾ। ਕੋਈ ਨਹੀਂ, ਕਾਰ ਤੁਹਾਨੂੰ ਛੱਡ ਆਏਗੀ, ਫਿਜ਼ਾ ਨੇ ਜ਼ੋਰ ਦੇ ਕੇ ਕਿਹਾ। ਇਹ ਆਖ ਕੇ ਕਾਰ ਉਹਨੇ ਘਰ ਵੱਲ ਮੋੜ ਲਈ। ਉਹਨੇ ਕਾਰ ਨੂੰ ਮੋੜ ਕੇ ਤੇ ਖੜੀ ਕਰਕੇ ਗੇਟ ਦੀ ਬੈਲ ਮਾਰ ਕੇ ਗੇਟ ਖੋਲ੍ਹਣ ਆਏ ਡਰਾਈਵਰ ਨੂੰ ਆਖਿਆ ਕਿ ਸਲੀਮ ਤੂੰ ਮੇਰੀਆਂ ਫਰੈਂਡਸ ਨੂੰ 90 ਛੱਡ ਆ। ਅਸੀਂ ਸਾਰੇ ਉਤਰ ਕੇ ਫਿਜ਼ਾ ਨਾਲ ਮਿਲੇ ਤੇ ਮੈਂ ਆਖਿਆ ਤੂੰ ਬਹਾਦਰ ਲੜਕੀ ਹੈ, ਗੱਲ ਨੂੰ ਬਹੁਤਾ ਦਿਲ 'ਤੇ ਨਾ ਲਾਈ। ਤੈਨੂੰ ਇੱਕ ਗੱਲ ਹੋਰ ਦੱਸਾਂ, ਧਰਮਸ਼ਾਲਾ ਵਾਲੇ ਵਾਈਸ ਪ੍ਰਿੰਸੀਪਲ ਦਾ ਵੀ ਫੋਨ ਆਇਆ ਸੀ ਕਿ ਮੇਰੀ ਜਰਮਨ ਵਾਈਫ ਨੇ ਹੁਣ ਵਾਪਸ ਨਹੀਂ ਆਉਣਾ। ਮੇਰਾ ਮਨ ਕਰਦਾ ਮੈਂ ਹਮੇਸ਼ਾ ਤੇਰੇ ਕੋਲ ਰਹਾਂ। ਮੈਨੂੰ ਉਹਦਾ ਫੋਨ ਸੁਣ ਕੇ ਹਾਸਾ ਆ ਗਿਆ ਕਿ ਲੋਕ ਆਪਣੀ ਔਕਾਤ ਕਿਉਂ ਭੁੱਲ ਜਾਂਦੇ ਨੇ। ਆਖ ਕੇ ਫਿਜ਼ਾ ਹੱਸ ਪਈ। ਅਸੀਂ ਆਖਿਆ ਕਿ ਤੇਰੀ ਮੰਮਾ ਨੂੰ ਤਾਂ ਮਿਲ ਆਈਏ। ਫਿਜ਼ਾ ਬੋਲੀ ਮੰਮਾ ਤਾਂ ਖਾਣਾ ਖਾ ਕੇ ਸੌਂ ਗਏ ਹੋਣਗੇ। ਇਸ ਤੋਂ ਮਗਰੋਂ ਅਸੀਂ ਕਾਰ 'ਚ ਜਾ ਬੈਠੀਆਂ। ਕਾਰ ਤੁਰ ਪਈ। ਫਿਜ਼ਾ ਨੇ 2 ਵਾਰੀ ਹੱਥ ਹਿਲਾਇਆ, ਫਿਰ ਅੰਦਰ ਚਲੀ ਗਈ। ਨਾਭੇ ਪਹੁੰਚਣ ਨੂੰ 2 ਘੰਟੇ ਲੱਗੇ। ਅਸੀਂ ਆਪਸ 'ਚ ਕੋਈ ਗੱਲ ਨਹੀਂ ਕੀਤੀ। ਨਾਭੇ ਪਹੁੰਚ ਕੇ ਫਿਜ਼ਾ ਦੇ ਡਰਾਈਵਰ ਨੂੰ ਆਖਿਆ ਕਿ ਚਾਹ ਪੀ ਕੇ ਚਲਾ ਜਾਈਂ। ਉਹਨੇ ਆਖਿਆ ਕਿ ਚਾਹ ਦੀ ਲੋੜ ਨਹੀਂ। ਮੈਂ ਉਹਨੂੰ ਪਰਸ 'ਚੋਂ ਕੱਢ ਕੇ 100 ਰੁਪਈਆ ਦਿੱਤਾ ਤੇ ਉਹ ਸ਼ੁਕਰੀਆ ਮੈਡਮ ਆਖ ਕੇ ਗੱਡੀ ਮੋੜ ਕੇ ਚਲਾ ਗਿਆ। ਅੰਗ 6ਵਾਂ। ਨਾਭੇ ਦੀ ਬਦਲੀ ਮਗਰੋਂ ਸਾਨੂੰ ਵੱਡੇ ਵੱਡੇ ਕਮਰਿਆਂ ਵਾਲਾ ਸਰਕਾਰੀ ਘਰ ਮਿਲ ਗਿਆ। ਜੀਤ ਬੜੀ ਸੋਹਣੀ ਸਲੀਕੇ ਵਾਲੀ ਆਪਣੀ ਉਮਰ ਦੇ ਲਿਹਾਜ਼ ਨਾਲ ਬੜੀ ਛੋਟੀ ਲੱਗਦੀ ਸੀ। ਕਾਲਜ 'ਚ ਪੇਂਡੂ ਮਾਹੌਲ ਸੀ। ਕੁਝ ਕਲਾਸਾਂ ਤਾਂ ਕਮਰੇ ਘੱਟ ਹੋਣ ਕਰਕੇ ਕਾਲਜ ਦੇ ਮੂਹਰੇ ਬਾਗ 'ਚ ਹੀ ਲੱਗਦੀਆਂ ਸਨ। ਕਈ ਮੁੰਡੇ ਵਿੱਚੋਂ ਬੜੇ ਸ਼ਰਾਰਤੀ ਸਨ। ਇੱਕ ਮੁੰਡਾ ਹਰ ਰੋਜ਼ ਹੀ ਬਾਗ ਦੀਆਂ ਸੜਕਾਂ 'ਤੇ ਆਪਣਾ ਮੋਟਰਸਾਈਕਲ ਦੁੱਕ ਕਰਦਾ ਦੌੜਾਈ ਫਿਰਦਾ। ਬਾਗ ਦੇ ਅੰਦਰ ਕੋਈ ਵੀ ਵਹੀਕਲ ਲਿਆਉਣਾ ਮਨ੍ਹਾ ਸੀ। ਇੱਕ ਦਿਨ ਮੈਂ ਉਸ ਲੜਕੇ ਨੂੰ ਰੋਕ ਕੇ ਆਖਿਆ ਕਿ ਮੈਂ ਤੇਰੀ ਸ਼ਿਕਾਇਤ ਪ੍ਰਿੰਸੀਪਲ ਕੋਲ ਲਾ ਦੇਣੀ ਹੈ। ਉਹ ਅੱਗੋਂ ਬੋਲਿਆ ਕਿ ਪ੍ਰਿੰਸੀਪਲ ਤੋਂ ਵੱਧ ਮੈਂ ਤੁਹਾਡੇ ਤੋਂ ਡਰਦਾ। ਤੁਸੀਂ ਆਖੋ ਤਾਂ ਮੈਂ ਮੋਟਰਸਾਈਕਲ ਅੰਦਰ ਨਾ ਲਿਆਇਆ ਕਰਾਂ। ਮੈਂ ਆਖਿਆ ਕਿ ਚੱਲ ਮੈਂ ਹੀ ਆਖ ਦਿੰਦੀ ਹਾਂ। ਉਸ ਤੋਂ ਮਗਰੋਂ ਮੋਟਰਸਾਈਕਲ ਅੰਦਰ ਲਿਆਉਣ ਤੋਂ ਹਟ ਗਿਆ। ਜੀਤ ਦੇ ਪੀਰੀਅਡ ਵਿੱਚ ਉਹ ਹਮੇਸ਼ਾ ਹੀ ਸ਼ਰਾਰਤਾਂ ਕਰਦਾ ਰਹਿੰਦਾ ਸੀ, ਪਰ ਉਸ ਵੱਲ ਧਿਆਨ ਨਹੀਂ ਸੀ ਦਿੰਦੀ। ਉੱਥੇ ਸਾਡੇ ਨਾਲ 50 ਕੁ ਸਾਲ ਦੀ ਮਿਸਿਸ ਸਿੰਗਲਾ ਵੀ ਪੜ੍ਹਾਉਂਦੀ ਸੀ। ਉਹਦੀ ਜਮਾਤ 'ਚ ਉਸ ਮੁੰਡੇ ਨੇ ਮੂਹਰਲੀ ਸੀਟ 'ਤੇ ਬੈਠੀ ਕੁੜੀ ਦੇ ਸਿਰ ਵਿੱਚ ਚੌਕ ਮਾਰੇ। ਮਿਸਿਸ ਸਿੰਗਲਾ ਨੇ ਵੇਖ ਲਿਆ ਤੇ ਉਹਨੂੰ ਆਖਿਆ ਕਿ ਤੂੰ ਕਲਾਸ 'ਚੋਂ ਬਾਹਰ ਨਿਕਲ ਜਾ। ਉਹ ਅੱਗੋਂ ਬੋਲਿਆ ਕਿ ਇਹ ਮਿਸਟਰ ਸਿੰਗਲਾ ਦਾ ਘਰ ਨਹੀਂ ਕਿ ਤੁਸੀਂ ਮੈਨੂੰ ਬਾਹਰ ਕੱਢ ਦਿਓਗੇ। ਇਹ ਸਰਕਾਰੀ ਕਾਲਜ ਹੈ, ਮੈਂ ਫੀਸ ਦੇ ਕੇ ਇੱਥੇ ਪੜ੍ਹਦਾ, ਮੈਂ ਨਹੀਂ ਬਾਹਰ ਜਾਂਦਾ। ਵਾਹ ਨਾ ਚੱਲਦੀ ਵੇਖ ਮਿਸਿਸ ਸਿੰਗਲਾ ਰੋਣ ਹੱਕੀ ਹੋਈ ਕਲਾਸ ਛੱਡ ਕੇ ਸਟਾਫ ਰੂਮ 'ਚ ਆ ਬੈਠੀ। ਕਲਾਸ 'ਚ ਹੁੱਲੜ ਮਚ ਗਿਆ। ਪ੍ਰਿੰਸੀਪਲ ਨੇ ਜਾ ਕੇ ਪੁੱਛਿਆ ਕਿ ਕਿਹਦੀ ਕਲਾਸ ਹੈ। ਜੀ ਮਿਸਿਸ ਸਿੰਗਲਾ ਦੀ, ਇੱਕ ਮੁੰਡੇ ਨੇ ਦੱਸਿਆ। ਪ੍ਰਿੰਸੀਪਲ ਸਟਾਫ ਰੂਮ ਵੱਲ ਆ ਗਿਆ ਤੇ ਮਿਸਿਸ ਸਿੰਗਲਾ ਨੂੰ ਉੱਥੇ ਬੈਠੀ ਦੇਖ ਆਖਣ ਲੱਗਾ ਕਿ ਮਿਸਿਸ ਸਿੰਗਲਾ ਇਉਂ ਨਾ ਪੀਰੀਅਡ ਛੱਡਿਆ ਕਰੋ। ਆਖ ਕੇ ਆਪਣੇ ਕਮਰੇ ਵੱਲ ਚਲਾ ਗਿਆ। ਮਿਸਿਸ ਸਿੰਗਲਾ ਮਗਰ ਹੀ ਪ੍ਰਿੰਸੀਪਲ ਦੇ ਕਮਰੇ ਗਈ ਤੇ ਸਾਰੀ ਗੱਲ ਦੱਸੀ। ਪ੍ਰਿੰਸੀਪਲ ਆਖਣ ਲੱਗਾ ਕਿ ਮਿਸਿਸ ਸਿੰਗਲਾ ਇੱਥੋਂ ਦੇ ਮਾਹੌਲ ਦਾ ਤਾਂ ਪਤਾ ਹੀ ਹੈ, ਸਟੂਡੈਂਟਸ ਨਾਲ ਫੈਕਟਫੁਲੀ ਡੀਲ ਕਰਿਆ ਕਰੋ। ਚਲੋ ਕੱਲ੍ਹ ਤੋਂ ਲੈ ਲੈਣਾ ਕਲਾਸ। ਇਹ ਸੁਣ ਕੇ ਮਿਸਿਸ ਸਿੰਗਲਾ ਮੁੜ ਸਟਾਫ ਰੂਮ 'ਚ ਆ ਗਈ। ਸਟਾਫ ਰੂਮ 'ਚ ਆ ਕੇ ਮਿਸਿਸ ਸਿੰਗਲਾ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸੀ। ਜੀਤ ਨੇ ਬਾਹਰ ਜਾ ਕੇ ਉਸ ਲੜਕੇ ਨੂੰ ਕੋਲ ਬੁਲਾਇਆ ਤੇ ਆਖਿਆ ਕਿ ਕਾਕੇ, ਮੈਂ ਤਾਂ ਹਰ ਰੋਜ਼ ਮਿਸਿਸ ਸਿੰਗਲਾ ਕੋਲ ਤਾਰੀਫਾਂ ਕਰਦੀ ਰਹਿੰਦੀ ਸੀ ਕਿ ਬੜਾ ਸਾਊ ਲੜਕਾ ਹੈ, ਬੜੀ ਤਮੀਜ਼ ਵਾਲਾ ਹੈ। ਅੱਜ ਤਾਂ ਤੂੰ ਮਿਸਿਸ ਸਿੰਗਲਾ ਨੂੰ ਨਾਰਾਜ਼ ਹੀ ਕਰ ਦਿੱਤਾ। ਉਹ ਝੱਟ ਹੀ ਬੋਲਿਆ ਕਿ ਤੁਸੀਂ ਆਖੋ ਤਾਂ ਹੁਣੇ ਹੀ ਮਾफ़ੀ ਮੰਗ ਲੈਣਾ। ਜੀਤ ਨੇ ਆਖਿਆ ਕਿ ਸਾਰੀ ਜਮਾਤ ਦੇ ਸਾਹਮਣੇ ਤੂੰ ਇਨਸਲਟ ਕਰ ਦਿੱਤੀ, ਹੁਣ ਮਾफ़ੀ ਮੰਗਣ ਦਾ ਕੀ ਫਾਇਦਾ। ਉਹ ਆਖਣ ਲੱਗਿਆ ਕਿ ਕਲਾਸ 'ਚ ਆ ਜਾਣ, ਮੈਂ ਸਭ ਦੇ ਸਾਹਮਣੇ ਮਾफ़ੀ ਮੰਗ ਲਵਾਂਗਾ। ਮੈਂ ਭੇਜਦੀ ਹਾਂ। ਆਖ ਕੇ ਜੀਤ ਨੇ ਮਿਸਿਸ ਸਿੰਗਲਾ ਨੂੰ ਜਾ ਕੇ ਗੱਲ ਦੱਸੀ। ਉਹਨੇ ਆਖਿਆ ਕਿ ਅੱਜ ਤਾਂ ਮੂਡ ਨਹੀਂ, ਕੱਲ੍ਹ ਨੂੰ ਕਲਾਸ ਲਵਾਂਗੀ। ਅਗਲੇ ਦਿਨ ਜਦੋਂ ਮਿਸਿਸ ਸਿੰਗਲਾ ਨੇ ਕਲਾਸ ਲਈ, ਕਲਾਸ 'ਚ ਮਿਸਿਸ ਸਿੰਗਲਾ ਦੇ ਉਸ ਲੜਕੇ ਨੇ ਪੈਰ ਫੜ ਲਏ ਕਿ ਮੈਨੂੰ ਮਾफ़ ਕਰ ਦਿਓ। ਉਹ ਮੁੰਡਾ ਮਿਸਿਸ ਸਿੰਗਲਾ ਦੇ ਪੈਰ ਨਹੀਂ ਛੱਡ ਰਿਹਾ ਸੀ। ਸਾਰੀ ਜਮਾਤ ਹੱਸ ਪਈ ਤੇ ਮਿਸਿਸ ਸਿੰਗਲਾ ਨੂੰ ਵੀ ਹਾਸਾ ਆ ਗਿਆ ਤੇ ਉਹਨਾਂ ਕਿਹਾ ਜਾ ਮਾਫ਼ ਕੀਤਾ।
ਜੀਤ ਚੁਟਕਲੇ ਸੁਣਾ ਕੇ, ਗਾਣੇ ਸੁਣਾ ਕੇ ਮੁੰਡੇ ਕੁੜੀਆਂ ਨੂੰ ਵਡਿਆ ਕੇ ਕਲਾਸ 'ਚ ਸੋਹਣਾ ਡੰਗ ਟਪਾ ਲੈਂਦੀ ਸੀ। ਕਈ ਪ੍ਰੋਫੈਸਰਾਂ ਨੂੰ ਚੰਗੀ ਵੀ ਬੜੀ ਲੱਗਦੀ ਸੀ, ਸੋਹਣੀ ਸੀ, ਸਮਾਰਟ ਸੀ, ਸਟਾਫ ਨਾਲ ਘੁਲ ਮਿਲ ਕੇ ਗੱਲਾਂ ਬਾਤਾਂ ਕਰਦੀ ਰਹਿੰਦੀ। ਇੱਕ ਦਿਨ ਉਹਨੇ ਬੜੀ ਸੰਜੀਦਗੀ ਨਾਲ ਮੈਨੂੰ ਪੁੱਛਿਆ ਕਿ ਤੈਨੂੰ ਮੇਰੇ ਨਾਲ ਜੈਲਸੀ ਨਹੀਂ ਹੁੰਦੀ ਕਿ ਮੇਰੇ ਮਗਰ ਕਿੰਨੇ ਲੋਕ ਲੱਗਦੇ ਨੇ। ਮੈਂ ਆਖਿਆ ਕਿ ਇਸ 'ਚ ਜੈਲਸੀ ਦੀ ਵੀ ਕੀ ਗੱਲ ਹੈ, ਲੋਕ ਤਾਂ ਘਰਾਂ 'ਚ ਸਫਾਈ ਕਰਨ ਵਾਲੀਆਂ ਅਤੇ ਭਾਂਡੇ ਮਾਂਜਣ ਵਾਲੀਆਂ ਦੇ ਵੀ ਮਗਰ ਲੱਗ ਜਾਂਦੇ ਨੇ। ਸੱਚ ਦੱਸ, ਬੰਦਿਆਂ ਦਾ ਮਗਰ ਫਿਰਨਾ ਤੈਨੂੰ ਚੰਗਾ ਨਹੀਂ ਲੱਗਦਾ? ਜੀਤ ਨੇ ਪੁੱਛਿਆ। ਮੇਰਾ ਜਵਾਬ ਸੀ ਕਿ ਸਾਨੂੰ ਉਹਨਾਂ ਦੀ ਮਗਰ ਫਿਰਨ ਦੀ ਮਨਸ਼ਾ ਸਮਝ ਆਉਣੀ। ਇਹੀ ਫਿਰਨ ਵਾਲੇ ਅੱਗੇ ਪਿੱਛੇ ਤੁਹਾਡੀ ਖਿੱਲੀ ਉਡਾਉਂਦੇ ਨੇ। ਦੂਸਰੀ ਗੱਲ ਹੈ ਕਿ ਉਨਾ ਚਿਰ ਬੰਦਿਆਂ ਨੂੰ ਜਿੰਨਾ ਮਰਜ਼ੀ ਮਗਰ ਫੇਰੀ ਜਾਓ, ਜਿੰਨਾ ਚਿਰ ਤੱਕ ਤੁਸੀਂ ਅਗਲੇ ਨੂੰ ਆਪਣੀ ਦੇਹ ਤੱਕ ਅਪੜਨ ਨਹੀਂ ਦਿੰਦੇ। ਜੀਤ ਝੇਂਪ ਜੀ ਗਈ। ਕੁਝ ਮਹੀਨਿਆਂ ਮਗਰੋਂ ਸਾਨੂੰ ਚੰਡੀਗੜ੍ਹ ਗੌਰਮੈਂਟ ਕਾਲਜ ਤੋਂ ਆਪਣੇ ਕਾਲਜ ਵੱਲੋਂ ਭਾਸ਼ਣ ਪ੍ਰਤੀਯੋਗਤਾ 'ਚ ਹਿੱਸਾ ਲੈਣ ਲਈ ਸੱਦਿਆ ਗਿਆ। ਜੀਤ ਨੇ ਟੀਮ ਤਿਆਰ ਕੀਤੀ। ਜਾਣ ਲੱਗਿਆ ਉਹਨੇ ਮੈਨੂੰ ਵੀ ਨਾਲ ਚੱਲਣ ਲਈ ਆਖਿਆ। ਜੀਤ ਨੇ ਇਹ ਵੀ ਆਖਿਆ ਕਿ ਫਿਜ਼ਾ ਨੂੰ ਵੀ ਮਿਲਾਵਾਂਗੇ। ਫੰਕਸ਼ਨ ਤੋਂ ਮਗਰੋਂ ਜੀਤ ਬੜੀ ਖੁਸ਼ ਸੀ। ਉਹਨੇ ਦੱਸਿਆ ਕਿ ਸਾਡੇ ਕਾਲਜ ਦੀ ਟੀਮ ਫਸਟ ਆਈ ਸੀ। ਮੈਂ ਉੱਥੋਂ ਦੀ ਇੱਕ ਪ੍ਰੋਫੈਸਰ ਤੋਂ ਫਿਜ਼ਾ ਬਾਰੇ ਪੁੱਛਿਆ। ਉਹਨੇ ਦੱਸਿਆ ਕਿ ਪ੍ਰਿੰਸੀਪਲ ਨਾਲ ਲੜ ਕੇ ਅਸਤੀਫਾ ਦੇ ਗਈ ਹੈ। ਮੈਂ ਪੁੱਛਿਆ, ਪ੍ਰਿੰਸੀਪਲ ਨਾਲ ਕਿਸ ਗੱਲੋਂ ਲੜ ਪਈ? ਜੀਤ ਨੇ ਕਿਹਾ, ਪ੍ਰਿੰਸੀਪਲ ਨੂੰ ਉਹਦੇ ਬੇਢੰਗੇ ਕੱਪੜੇ ਪਾਉਣ 'ਤੇ ਇਤਰਾਜ਼ ਸੀ ਕਿਉਂਕਿ ਇੱਥੇ ਕੋ ਐਜੂਕੇਸ਼ਨ ਸੀ। ਫਿਜ਼ਾ ਖਿੱਝ ਗਈ ਤੇ ਪ੍ਰਿੰਸੀਪਲ ਨੂੰ ਆਖਣ ਲੱਗੀ ਕਿ ਮੈਨੂੰ ਵਿਖਾਓ ਕਿ ਪ੍ਰੋਫੈਸਰਾਂ ਲਈ ਡਰੈਸ ਕੋਡ ਕਿੱਥੇ ਲਿਖਿਆ ਹੋਇਆ ਹੈ। ਪ੍ਰਿੰਸੀਪਲ ਨੇ ਆਖਿਆ ਕਿ ਡਰੈਸ ਕੋਡ ਤਾਂ ਕਿਸੇ ਲਈ ਨਹੀਂ ਲਿਖਿਆ, ਪਰ ਥੋੜ੍ਹੇ ਜਿਹੇ ਡੀਸੈਂਟ ਕੱਪੜੇ ਪਾ ਕੇ ਆਉਣੇ ਚਾਹੀਦੇ ਨੇ। ਫਿਜ਼ਾ ਖਿੱਝ ਕੇ ਬੋਲੀ ਕਿ ਮੈਂ ਅਜੇ ਤੁਹਾਡੇ ਵਾਂਗ ਬੁੱਢੀ ਨਹੀਂ ਹੋਈ। ਬਸ ਇਸ ਗੱਲ 'ਤੇ ਤੂੰ ਮੈਂ ਹੋ ਗਈ। ਉਹ ਆਪਣਾ ਅਸਤੀਫਾ ਸੁੱਟ ਕੇ ਚਲੀ ਗਈ। ਆਪਾਂ ਉਹਦੇ ਘਰ ਚੱਲਦੇ ਹਾਂ, ਮੈਂ ਜੀਤ ਨੂੰ ਕਿਹਾ। ਟੈਲੀਫੋਨ ਕਰ ਲੈਂਦੇ ਹਾਂ, ਜੀਤ ਬੋਲੀ। ਘਰ ਫੋਨ ਕੀਤਾ ਤਾਂ ਉਹਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਭਰਾ ਕੋਲ ਇੰਗਲੈਂਡ ਘੁੰਮਣ ਗਈ ਹੋਈ ਹੈ। ਮੈਂ ਉਹਦੀ ਮਾਂ ਤੋਂ ਫਿਜ਼ਾ ਦਾ ਇੰਗਲੈਂਡ ਦਾ ਫ਼ੋਨ ਨੰਬਰ ਲੈ ਲਿਆ। ਅਸਲ 'ਚ ਪੱਛਮੀ ਕਲਚਰ ਹੀ ਫਿਜ਼ਾ ਨੂੰ ਰਾਸ ਆ ਸਕਦਾ, ਮੈਂ ਜੀਤ ਨੂੰ ਆਖਿਆ। ਫਿਰ ਵਾਪਸ ਨਾਭੇ ਨੂੰ ਆਉਂਦਿਆਂ ਕਿੰਨੀ ਵਾਰ ਮੈਨੂੰ ਫਿਜ਼ਾ ਦਾ ਖਿਆਲ ਆਇਆ। ਇਉਂ ਵਕਤ ਲੰਘਦਾ ਜਾ ਰਿਹਾ ਸੀ। ਇੱਕ ਦਿਨ ਮੈਨੂੰ ਫਿਜ਼ਾ ਬਾਰੇ ਅਜੀਬ ਜਿਹਾ ਸੁਪਨਾ ਆਇਆ ਕਿ ਜਿਵੇਂ ਉਹ ਸਮੁੰਦਰ 'ਚ ਤੈਰ ਰਹੀ ਹੈ ਅਤੇ ਮੈਨੂੰ ਡਰ ਲੱਗਿਆ ਕਿਤੇ ਡੁੱਬੀ ਨਾ ਜਾਏ। ਡਰ ਦੇ ਕਾਰਨ ਮੇਰੀ ਜਾਗ ਖੁੱਲ੍ਹ ਗਈ। ਅਗਲੇ ਦਿਨ ਮੈਂ ਫਿਜ਼ਾ ਦੀ ਮਾਂ ਨੂੰ ਫ਼ੋਨ ਕੀਤਾ। ਉਹਨੇ ਦੱਸਿਆ ਕਿ ਫਿਜ਼ਾ ਅਜੇ ਵਾਪਸ ਨਹੀਂ ਆਈ। ਉਹਦਾ ਵੀਜ਼ਾ 6 ਮਹੀਨੇ ਦਾ ਸੀ। ਮੈਂ ਘੜੀ ਦੇਖੀ। ਇੰਗਲੈਂਡ ਦੇ ਅਜੇ ਦਿਨ ਦੇ 12 ਵੱਜ ਰਹੇ ਹੋਣਗੇ, ਇੱਥੇ ਸ਼ਾਮ ਦੇ 5 ਵੱਜ ਰਹੇ ਸਨ, ਕਿਉਂਕਿ ਉਹਨਾਂ ਦਾ ਟਾਈਮ ਸਾਡੇ ਨਾਲੋਂ 5 ਘੰਟੇ ਪਿੱਛੇ ਹੈ। ਫਿਰ ਮੈਂ ਬਾਹਰ ਜਾ ਕੇ STD ਤੋਂ ਫਿਜ਼ਾ ਨੂੰ ਫ਼ੋਨ ਕੀਤਾ। 3-4 ਘੰਟਿਆਂ ਤੋਂ ਮਗਰੋਂ ਫਿਜ਼ਾ ਨੇ ਫ਼ੋਨ ਚੁੱਕ ਲਿਆ। ਬੋਲੀ, ਹੈਲੋ, ਕੌਣ? ਮੈਂ ਜਦੋਂ ਆਪਣਾ ਨਾਂ ਦੱਸਿਆ ਤਾਂ ਬੋਲੀ, ਤੁਸੀਂ ਮੈਨੂੰ ਕਦੇ ਯਾਦ ਹੀ ਨਹੀਂ ਕੀਤਾ। ਮੈਂ ਸੋਚਿਆ ਸਵੇਰੇ ਸਵੇਰੇ ਕਿਹਦਾ ਫ਼ੋਨ ਆ ਗਿਆ। ਮੈਂ ਕਿਹਾ, ਫਿਜ਼ਾ 12 ਵੱਜ ਚੁੱਕੇ ਆ। ਅਤੇ ਬੋਲੀ, ਰਾਤੀ ਲੇਟ ਸੁੱਤੀ ਸੀ, ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਵੇਲੇ 12 ਵੱਜ ਗਏ। ਰਾਤੀ ਇੰਨੀ ਲੇਟ ਕਿਉਂ ਸੁੱਤੀ ਸੀ? ਮੈਂ ਪੁੱਛਿਆ। ਕਲੱਬ 'ਚ ਇੱਕ ਪਾਰਟੀ ਸੀ। ਪਹਿਲਾਂ ਡਰਿੰਕਸ ਨਾਲ ਡਾਂਸ ਚੱਲਦਾ ਰਿਹਾ, ਫਿਰ ਖਾਣਾ, ਗੱਪ-ਸ਼ੱਪ ਮਾਰਦਿਆਂ ਟਾਈਮ ਦਾ ਪਤਾ ਹੀ ਨਹੀਂ ਲੱਗਿਆ। 3 ਵੱਜ ਚੁੱਕੇ ਸਨ ਜਦੋਂ ਮੈਨੂੰ ਜੌਨ ਮੇਰੇ ਕਮਰੇ 'ਚ ਛੱਡਣ ਆਇਆ ਸੀ, ਫਿਜ਼ਾ ਨੇ ਦੱਸਿਆ। ਇੱਥੇ ਤਾਂ ਤੈਨੂੰ ਸਭ ਕੁਝ ਵਧੀਆ ਲੱਗਦਾ ਹੋਏਗਾ, ਮੈਂ ਪੁੱਛਿਆ। ਫਿਜ਼ਾ ਦੱਸਣ ਲੱਗੀ, ਇੱਥੇ ਕਿਸੇ ਦੀ ਵੀ ਜ਼ਿੰਦਗੀ 'ਚ ਕੋਈ ਦਖਲ ਨਹੀਂ ਦਿੰਦਾ। ਜੋ ਮਰਜ਼ੀ ਅਗਲਾ ਖਾਵੇ, ਪਹਿਨੇ, ਜਿਸ ਨਾਲ ਮਰਜ਼ੀ ਰਹੇ। ਹਿੰਦੁਸਤਾਨ ਵਿੱਚ ਤਾਂ ਹਰ ਵੇਲੇ ਇਹੀ ਚਿੰਤਾ ਕਰਦੇ ਰਹਿੰਦੇ ਹਾਂ ਕਿ ਲੋਕ ਕੀ ਕਹਿਣਗੇ। ਇੱਥੇ ਹਰ ਬੰਦਾ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਜਿਉਂਦਾ। ਫਿਰ ਲੰਡਨ 'ਚ ਵਿਆਹ ਕਰਕੇ ਵਸ ਜਾ, ਮੈਂ ਹੱਸ ਕੇ ਆਖਿਆ। ਫਿਜ਼ਾ ਵੀ ਅੱਗੋਂ ਹੱਸ ਪਈ ਅਤੇ ਕਹਿਣ ਲੱਗੀ, ਵਿਆਹ ਦਾ ਇਸ ਮੁਲਕ 'ਚ ਕੋਈ ਮਤਲਬ ਨਹੀਂ। ਜੇ ਕੋਈ ਕਰ ਲਵੇ ਤਾਂ ਵੀ ਠੀਕ ਹੈ, ਨਾ ਵੀ ਕਰੇ ਤਾਂ ਵੀ ਠੀਕ ਹੈ। ਕਿਸੇ ਦਾ ਟੁੱਟ ਜਾਏ ਕੋਈ ਫਰਕ ਨਹੀਂ ਪੈਂਦਾ, ਨਾ ਟੁੱਟੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇੱਥੇ ਲੋਕ ਜਿਉਂਦੇ ਨੇ ਆਪਣੇ ਆਪ ਨੂੰ ਸੇਕਰੇਡ ਸਮਝ ਕੇ, ਆਪਣੇ ਆਪ ਨੂੰ ਸੂਲੀ 'ਤੇ ਨਹੀਂ ਟੰਗੇ ਫਿਰਦੇ। ਇੱਥੇ ਨਾ ਕਿਸੇ ਨੂੰ ਰੱਬ ਦਾ ਡਰ ਹੈ, ਨਾ ਹੀ ਅਗਲੇ ਜਨਮਾਂ 'ਚ ਵਿਸ਼ਵਾਸ ਹੈ। ਸੋ ਜਿਹੜੀ ਜ਼ਿੰਦਗੀ ਮਿਲੀ ਹੈ ਉਹਨੂੰ ਇੰਜੋਏ ਕਰਦੇ ਨੇ। ਤੂੰ ਵਾਪਸ ਕਦੋਂ ਆਏਂਗੀ? ਆਪਾਂ ਬੈਠ ਕੇ ਸਾਰੀਆਂ ਗੱਲਾਂ ਕਰਾਂਗੇ, ਮੈਂ ਪੁੱਛਿਆ। ਅਜੇ ਤਾਂ ਕੋਈ ਪ੍ਰੋਗਰਾਮ ਨਹੀਂ। ਅਜੇ ਤਾਂ ਮੈਂ ਇੱਕ ਅਜਿਹੇ ਮੁੰਡੇ ਕੁੜੀਆਂ ਦਾ ਗਰੁੱਪ ਜੁਆਇਨ ਕੀਤਾ ਹੋਇਆ ਜੋ ਕੰਮ ਕਰ ਕਰਕੇ ਪੈਸੇ ਜੋੜ ਰਹੇ ਨੇ। ਫਿਰ ਅਸੀਂ ਵਰਲਡ ਟੂਰ 'ਤੇ ਜਾਵਾਂਗੇ, ਫਿਰ ਦੇਖਾਂਗੇ ਕੀ ਕਰੀਏ। ਜੇ ਤੂੰ ਅਤੇ ਜੀਤ ਇੱਥੇ ਆਓ ਅਤੇ ਪਤਾ ਲੱਗੇ ਜ਼ਿੰਦਗੀ ਕੀ ਹੁੰਦੀ ਹੈ। ਹੁਣ ਤੇਰੇ ਫ਼ੋਨ 'ਤੇ ਕਾਫੀ ਪੈਸੇ ਲੱਗ ਗਏ ਹੋਣਗੇ, ਅਗਲੀ ਵਾਰੀ ਮੈਂ ਕਰਾਂਗੀ। ਇਹ ਆਖ ਕੇ ਉਹਨੇ ਫ਼ੋਨ ਰੱਖ ਦਿੱਤਾ। ਕੁਝ ਮਹੀਨਿਆਂ ਮਗਰੋਂ ਫਿਰ ਫਿਜ਼ਾ ਨੂੰ ਫ਼ੋਨ ਕੀਤਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਫਿਜ਼ਾ ਕਿਧਰੇ ਜ਼ਿੰਦਗੀ 'ਚ ਉਲਝ ਕੇ ਜ਼ਿੰਦਗੀ ਨੂੰ ਵਗਾ ਨਾ ਮਾਰੇ। ਉਹਨੇ ਫ਼ੋਨ ਚੁੱਕਿਆ ਅਤੇ ਬੋਲੀ, ਤੂੰ ਫ਼ੋਨ ਰੱਖ, ਮੈਂ ਕਰਦੀ ਹਾਂ। ਉਹਨੇ ਦੁਬਾਰਾ ਫ਼ੋਨ ਕੀਤਾ ਅਤੇ ਕਿਹਾ, ਤੈਨੂੰ ਖਾਮਖਾਹ ਚਿੰਤਾ ਕਰਨ ਦੀ ਆਦਤ ਹੈ, ਮੈਂ ਠੀਕ ਹਾਂ।
ਵੀਜ਼ਾ ਮੁੱਕਣ ਤੋਂ ਪਹਿਲਾਂ ਮੈਂ ਜੌਨ ਨਾਲ ਝੂਠੀ ਮੁੱਠੀ ਦੀ ਕੋਰਟ ਮੈਰਿਜ ਕਰ ਲਈ ਹੈ ਤੇ ਉਹਨੂੰ ਆਖ ਦਿੱਤਾ ਕਿ ਜਿੰਨਾ ਚਿਰ ਮਰਜ਼ੀ ਇਕੱਠੇ ਰਹਾਂਗੇ, ਜਦੋਂ ਮਰਜ਼ੀ ਅਲੱਗ ਹੋ ਜਾਵਾਂਗੇ। ਇੱਥੇ ਅਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਨੇ। ਅਸੀਂ ਹੁਣ ਇੱਕ ਗਰੁੱਪ ਮਿਲ ਕੇ ਵਰਲਡ ਟੂਰ 'ਤੇ ਜਾ ਰਹੇ ਹਾਂ। ਪਾਪਾ ਨੇ ਮੇਰੇ ਪੈਦਾ ਹੋਣ ਵੇਲੇ 1 ਲੱਖ ਦੀ FD ਕਰਵਾ ਦਿੱਤੀ ਸੀ ਤੇ ਮਗਰੋਂ ਵੀ ਹਰ ਸਾਲ ਪੈਸੇ ਜਮ੍ਹਾਂ ਕਰਵਾਉਂਦੇ ਰਹੇ। ਕਾਫੀ ਸਾਰਾ ਪੈਸਾ ਜਮ੍ਹਾਂ ਹੋ ਗਿਆ। ਉਹਦਾ ਇੰਟਰਸਟ ਹੀ ਬਥੇਰਾ ਆ ਜਾਂਦਾ ਹੈ ਤੇ ਤੂੰ ਮੇਰੀ ਚਿੰਤਾ ਨਾ ਕਰਿਆ ਕਰ। ਇੱਕ ਦਿਨ ਪਾਪਾ ਦਾ ਫੋਨ ਆਇਆ ਸੀ ਕਿ ਤੇਰੀ ਮਾਂ ਬਹੁਤ ਬਿਮਾਰ ਹੈ। ਮੈਂ ਸੋਚਿਆ ਕਿ ਉਹ ਆਪਣੀ ਉਮਰ ਖਾ ਹੰਢਾ ਚੁੱਕੀ ਹੈ, ਜੇ ਮਰ ਵੀ ਜਾਏਗੀ ਤਾਂ ਕੀ ਹੈ। ਮੈਂ ਵਰਲਡ ਟੂਰ ਦਾ ਪ੍ਰੋਗਰਾਮ ਅੱਧ ਵਿਚਕਾਰ ਨਹੀਂ ਸੀ ਛੱਡ ਸਕਦੀ। ਫਿਜ਼ਾ ਦੇ ਫੋਨ ਤੋਂ ਮਗਰੋਂ ਮੈਂ ਫਿਜ਼ਾ ਦੇ ਘਰ ਫੋਨ ਕੀਤਾ। ਪਤਾ ਲੱਗਿਆ ਕਿ ਮਾਂ ਗੁਜ਼ਰ ਗਈ ਹੈ, ਪਰ ਫਿਜ਼ਾ ਨਹੀਂ ਸੀ ਆਈ। ਮੈਂ ਤੇ ਜੀਤ ਉਹਦੇ ਪਾਪਾ ਕੋਲ ਅਫਸੋਸ ਕਰਨ ਗਈਆਂ। ਉਹਦੇ ਪਾਪਾ ਨੇ ਫਿਜ਼ਾ ਬਾਰੇ ਕੋਈ ਗੱਲ ਨਹੀਂ ਕੀਤੀ। ਮੈਂ ਵਾਪਸ ਆ ਕੇ ਫਿਜ਼ਾ ਨੂੰ ਫੋਨ 'ਤੇ ਨਾਰਾਜ਼ ਹੋ ਕੇ ਆਖਿਆ ਕਿ ਫਿਜ਼ਾ, ਪਾਪਾ ਲਈ ਇਹ ਕਿੱਡੀ ਵੱਡੀ ਗੱਲ ਹੈ ਕਿ ਦੁੱਖ ਸੁੱਖ 'ਚ ਸਾਰੀ ਉਮਰ ਉਹਨਾਂ ਦੇ ਨਾਲ ਰਹਿਣ ਵਾਲੀ ਔਰਤ ਚਲੀ ਗਈ ਸੀ। ਅੱਗੋਂ ਫਿਜ਼ਾ ਬੋਲੀ ਕਿ ਮੈਂ ਆ ਕੇ ਵੀ ਕੀ ਕਰ ਲੈਂਦੀ। ਪਾਪਾ ਨੂੰ ਚਾਹੀਦਾ ਕਿਸੇ ਗਰੀਬ ਵਿਧਵਾ ਨਾਲ ਸ਼ਾਦੀ ਕਰ ਲੈਣ। ਇਉਂ ਬੈਠੇ ਰਹਿਣਗੇ ਤਾਂ ਕਿਸੇ ਨੇ ਤਗਮਾ ਨਹੀਂ ਦੇਣਾ। ਮੈਂ ਹਰਕ ਕੇ ਫਿਜ਼ਾ ਨੂੰ ਆਖਿਆ ਕਿ ਵਿਦੇਸ਼ਾਂ 'ਚ ਰਹਿੰਦੀ ਤੂੰ ਆਪਣਾ ਕਲਚਰ ਹੀ ਭੁੱਲ ਗਈ ਹੈ। 60 ਸਾਲ ਦਾ ਬੰਦਾ ਹੁਣ ਵਿਆਹ ਕਰਵਾਏਗਾ। ਅੱਗੋਂ ਫਿਜ਼ਾ ਬੋਲੀ ਕਿ ਕਲਚਰ ਸ਼ਲਚਰ ਸਭ ਬਕਵਾਸ ਹੈ, ਇਹ ਸਾਡਾ ਹੀ ਤਾਂ ਬਣਾਇਆ ਹੈ। ਇੱਧਰ 80-80 ਸਾਲ ਦੀਆਂ ਔਰਤਾਂ ਤੇ ਆਦਮੀ ਵਿਆਹ ਕਰ ਲੈਂਦੇ ਨੇ। ਮੈਨੂੰ ਅੱਗੋਂ ਕੋਈ ਗੱਲ ਨਾ ਔੜੀ, ਫਿਰ ਮੈਂ ਫੋਨ ਬੰਦ ਕਰ ਦਿੱਤਾ।